ਆਪਾਂ ਕਲਾ ਤੇ ਕਾਫੀ ਲੈਕਚਰ ਦਿੱਤੇ ਨੇ ਕਿ ਵੈਸੇ ਹੁਣ ਸਮਾਂ ਆ ਗਿਆ, ਇਸ ਤੋਂ ਅੱਗੇ ਆਪਾਂ ਕਰਾਂਗੇ ਵੀ ਇਹਨਾਂ ਨੂੰ ਇੱਕ ਸਿਸਟਮ 'ਚ ਕਰੀਏ, ਕਿਉਂਕਿ ਕਿਸੇ ਚੀਜ਼ ਦਾ ਅਧਿਐਨ ਕਰਨ ਦੇ ਲਈ ਉਸ ਚੀਜ਼ ਦੀ ਚੀਰ ਫਾੜ ਕਰਨੀ ਪੈਂਦੀ। ਚੀਰ ਫਾੜ ਕਰਨ ਦੇ ਨਾਲ ਕੀ ਹੁੰਦਾ, ਕਈ ਵਾਰੀ ਉਹ ਚੀਜ਼ਾਂ ਅਲੱਗ-ਅਲੱਗ ਹੋ ਜਾਂਦੀਆਂ, ਫਿਰ ਉਹਨਾਂ ਨੂੰ ਜੋੜਨਾ ਪੈਂਦਾ, ਜਾਣੀ ਜਿਹਨੂੰ ਕਹਿੰਦੇ ਆ ਵੀ ਵਿਸ਼ਲੇਸ਼ਣ ਅਤੇ ਫਿਰ ਸੰਸ਼ਲੇਸ਼ਣ। ਹੁਣ ਆਪਾਂ ਆਉਣ ਵਾਲੇ ਸਮੇਂ 'ਚ ਕੁਛ ਹੋਰ ਆਪਣੇ ਥੋੜ੍ਹੇ ਜਿਹੇ ਰਹਿ ਗਏ ਨੇ ਲੇਖ ਜਿਨ੍ਹਾਂ 'ਤੇ ਗੱਲ ਕਰਕੇ ਫਿਰ ਸੰਸ਼ਲੇਸ਼ਣ। ਜਿਸ ਤਰ੍ਹਾਂ ਇੰਗਲਜ਼ ਨੇ ਲਿਖਿਆ ਕਿ ਕਲਾ ਕੀ ਹੈ, ਉਹਨੇ ਲਿਖਿਆ ਕਲਾ ਸਮਾਜਿਕ ਚੇਤਨਾ ਦਾ ਇੱਕ ਰੂਪ ਹੈ। ਠੀਕ ਹੈ, ਤਾਂ ਫਿਰ ਸਮਾਜਿਕ ਚੇਤਨਾ ਕੀ, ਜਿਵੇਂ ਦੂਸਰੇ ਪੜ੍ਹਾਉਂਦੇ ਨੇ ਉਸ ਤਰ੍ਹਾਂ ਜੇ ਆਪਾਂ ਕਰਾਂਗੇ ਤਾਂ ਆਪਾਂ ਉਹਨਾਂ ਦੇ ਨਾਲ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਕਦੇ ਵੀ। ਆਪਣੀਆਂ ਆਮ ਬਹਿਸਾਂ ਚੱਲਦੀਆਂ ਨੇ ਕਿ ਨਹੀਂ, ਮੁੱਦੇ ਤੋਂ ਮੁੱਦੇ ਦਾ ਵੀ ਨਹੀਂ ਆਪਾਂ ਦੇ ਸਕਦੇ ਬਹੁਤ ਵਾਰੀ, ਲੇਕਿਨ ਆਪਾਂ ਨੂੰ ਉਹਨਾਂ ਦਾ ਸਵਾਲ ਸਮਝ ਕੇ ਤੇ ਆਪਾਂ ਨੂੰ ਉਹਦੀ ਤਿਆਰੀ ਕਰਨੀ ਚਾਹੀਦੀ, ਜਿਹੜਾ ਆਪਣੇ ਮਤਲਬ ਮਾਰਕ ਸਵਾਦ ਲੈਣਵਾਦ ਦੇ ਅਨੁਸਾਰ ਦੇ ਸਕੀਏ। ਨਹੀਂ ਤਾਂ ਬਹੁਤ ਵਾਰੀ ਕੀ ਹੁੰਦਾ, ਆਪਾਂ ਨਾ ਨਾਂ ਦੇ ਤੇ ਮਾਰਕ ਸਵਾਦੀ ਹੁੰਦੇ ਹਾਂ, ਕਿਉਂਕਿ ਆਪਾਂ ਜਦੋਂ ਕਾਮਰੇਡ ਬਣ ਗਏ ਜਾਂ ਉਹਨਾਂ 'ਚ ਬਹਿਣ ਲੱਗ ਗਏ ਤਾਂ ਆਪਾਂ ਜਿਹੜਾ ਉਹ ਲੈ ਰਹੇ ਹੁੰਦੇ ਹਾਂ ਨਾ, ਉਹ ਸਾਰਾ ਵਿਸ਼ਾ ਉਵੇਂ ਹੀ ਹੁੰਦਾ ਜਿਵੇਂ ਦੂਜਿਆਂ ਦਾ। ਜਿਵੇਂ ਕਈ ਵਾਰੀ ਆਪਾਂ ਧਰਮਾਂ 'ਤੇ ਬਹਿਸ ਕਰਦੇ ਕਰਦੇ ਇਸ ਤਰ੍ਹਾਂ ਆ ਜਾਂਦੇ ਹਾਂ ਵੀ ਜਾਣੀ ਜਿਹੜਾ ਸਾਡਾ ਧਰਮ ਆ, ਵੀ ਜਿਹੜੇ ਧਰਮ 'ਚੋਂ ਆਪਾਂ ਆਏ ਹੁੰਦੇ ਹਾਂ ਵੀ ਇਹ ਜਿਹੜਾ ਇਹ ਸਭ ਵਧੀਆ ਜੀ, ਦੂਜਾ ਵਧੀਆ ਨਹੀਂ ਦੂਜੇ ਦਾ ਕਿ ਨਹੀਂ। ਆਪਾਂ ਵੀ ਧਰਮ ਐ ਜੇ ਹੋਲ ਕੀ ਹੈ, ਵੀ ਕਦੋਂ ਆਇਆ ਸਮਾਜ ਦੇ ਵਿੱਚ, ਵੀ ਉਹਦੀ ਆਪਾਂ ਜਦੋਂ ਵਿਆਖਿਆ ਨਹੀਂ ਕਰਦੇ ਤਾਂ ਆਪਾਂ ਉਸ ਆਸ਼ੇ ਤੋਂ ਦੂਰ ਚੱਲ ਜਾਂਦੇ। ਤਾਂ ਆਪਾਂ ਨੂੰ ਸਾਰੀ ਵਿਆਖਿਆ ਕਰਨੀ, ਉਹ ਦੱਸਣਾ ਚਾਹੀਦਾ। ਮਤਲਬ ਜਿਵੇਂ ਆਪਾਂ ਨੂੰ ਇਹ ਕਹਿਣਾ ਚਾਹੀਦਾ ਵੀ 2500 ਸਾਲ ਤੋਂ ਪਹਿਲਾਂ ਤਾਂ ਧਰਮ ਹੈ ਨਹੀਂ, ਠੀਕ ਹੈ, ਆਪਣੀ ਬਹਿਸ ਇੱਥੇ ਚਲੀ ਜਾਵੇ ਉਹਨਾਂ ਦੀ ਵੀ ਉਹ ਜੇ ਆਂਦੇ ਨੇ ਵੀ ਉਦੋਂ ਪਹਿਲਾਂ ਵੀ ਸੀ ਤਾਂ ਦੱਸੋ ਕਿਹੜਾ ਸੀ ਕਿ ਨਹੀਂ। ਤਾਂ ਮਤਲਬ ਕਿਉਂਕਿ ਇਹ ਸਾਰੇ ਧਰਮ ਐਵੇਂ ਕਹਿੰਦੇ ਨੇ ਨਾ ਵੀ ਸਾਡਾ ਹੀ ਧਰਮ ਸਭ ਤੋਂ ਪ੍ਰਾਚੀਨ ਹੈ, ਸਾਡੀ ਜਿਹੜੀ ਕਿਤਾਬ ਆ ਉਹੀ ਪਰਮਾਤਮਾ ਦੁਆਰਾ ਲਿਖਾਈ ਗਈ ਹੈ ਕਿ ਨਹੀਂ। ਇਸ ਤਰ੍ਹਾਂ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਇਸ ਕਰਕੇ ਪਿਛਲੇ ਦਿਨਾਂ 'ਚ ਇਸ ਤਰ੍ਹਾਂ ਇੱਕ ਮੈਂ ਕਿਸੇ ਦਫ਼ਤਰ 'ਚ ਸਾਂ ਬੈਠਾ ਪਾਰਟੀ ਦੇ, ਔਰ ਉੱਥੇ ਇੱਕ ਵਿਅਕਤੀ ਹੈ, ਉਹਨੇ ਮਤਲਬ ਜਿਹੜਾ ਨਾ ਸੈਕਸ ਸੰਬੰਧਾਂ ਦੇ ਉੱਤੇ ਗੱਲਾਂ ਸ਼ੁਰੂ ਕਰਨੀਆਂ ਕਰ ਦਿੱਤੀਆਂ। ਉਹ ਥੋੜ੍ਹੇ ਚਿਰ ਬਾਅਦ ਹੀ ਮੈਂ ਉਹਦਾ ਫੜ ਲਿਆ। ਉਹਨੇ ਕਿਹਾ ਵੀ ਆਦਮੀ ਨੂੰ, ਕਿਉਂਕਿ ਆਦਮੀਆਂ ਤੋਂ ਹੀ ਸਮਾਜ ਬਣਿਆ, ਆਦਮੀਆਂ ਨੂੰ ਚਲਾਉਣ ਵਾਲੀ ਪ੍ਰਮੁੱਖ ਜਿਹੜੀ ਗੱਲ ਹੈ ਉਹ ਸੈਕਸ ਹੈ। ਮਤਲਬ ਇਹ ਫਰਾਇਡਵਾਦ ਹੈ ਕਿ ਨਹੀਂ। ਫਰਾਇਡ ਨੇ ਇਹੀ ਕਿਹਾ ਨਾ, ਜੁੰਗ ਨੇ, ਉਹਨਾਂ ਨੇ ਇਹੀ ਕਿਹਾ ਵੀ ਮਤਲਬ ਮਨੁੱਖ ਨੂੰ ਚਲਾਉਣ ਵਾਲੀ, ਜਦੋਂ ਕਿ ਮਾਰਕਸਵਾਦ ਇਹ ਮੰਨਦਾ ਕਿ ਸਮਾਜ ਨੂੰ ਚਲਾਉਣ ਵਾਲੀ, ਮਨੁੱਖ ਨੂੰ ਚਲਾਉਣ ਵਾਲੀ ਪ੍ਰਮੁੱਖ ਜਿਹੜੀ ਚੀਜ਼ ਆ ਉਹ ਉਤਪਾਦਨ ਆ ਕਿ ਨਹੀਂ। ਤੇ ਜੇ ਉਤਪਾਦਨ ਹੋ ਗਿਆ ਤਾਂ ਫਿਰ ਉਤਪਾਦਨ ਕਿਵੇਂ ਹੁੰਦਾ, ਉਤਪਾਦਨ ਕਰਦਿਆਂ ਉਤਪਾਦਨ ਦੇ ਸੰਬੰਧ ਬਣਦੇ ਆ, ਸੰਬੰਧਾਂ ਦੇ ਵੀ ਉਹ ਸੰਬੰਧ ਜਿਹੜੇ ਨੇ ਉਤਪਾਦਨ, ਪੈਦਾਵਾਰੀ ਸ਼ਕਤੀਆਂ, ਪੈਦਾਵਾਰੀ ਸੰਬੰਧ, ਉਹਦੇ ਉੱਤੇ ਸਮਾਜ ਉਸਰਦਾ, ਉਹਦੇ ਉੱਤੇ ਸਾਰੇ ਵਿਚਾਰ ਉਸਰਦੇ ਹੈ ਕਿ ਨਹੀਂ। ਉਹਦੇ 'ਚ ਸੈਕਸ ਨੂੰ ਮਾਮੂਲੀ ਜਗ੍ਹਾ ਰਹਿ ਜਾਂਦੀ ਹੈ ਕਿ ਨਹੀਂ, ਜੈਵਿਕ ਪੱਧਰ। ਅੱਛਾ, ਜੇ ਆਪਾਂ ਇਹ ਲੈਂਦੇ ਹਾਂ ਤਾਂ ਫਿਰ ਇਹਦਾ ਮਤਲਬ ਹੈ ਵੀ ਸਾਰੀਆਂ ਕਾਰਵਾਈਆਂ ਨੂੰ, ਸ਼ੋਸ਼ਣ, ਲੁੱਟ ਵਗੈਰਾ ਵਗੂਰਾ, ਇਹ ਕੋਈ ਮਤਲਬ ਨਹੀਂ ਵੀ ਇਹ ਸੈਕਸ ਹੀ ਸਾਰਿਆਂ ਨੂੰ ਚਲਾਉਂਦਾ। ਫਿਰ ਇਹਦੇ ਬਾਰੇ ਦੋ ਤਰ੍ਹਾਂ ਸੋਚਿਆ ਜਾ ਸਕਦਾ ਵੀ ਸੈਕਸ ਦਾ ਦਮਨ ਕਰਨਾ ਚਾਹੀਦਾ ਕਿ ਜਾਂ ਇਹਨੂੰ ਖੁੱਲ੍ਹਾ ਛੱਡ ਦੇਣਾ ਚਾਹੀਦਾ। ਹਰ ਚੀਜ਼ਾਂ ਨੇ ਫਿਰ ਸਾਰੀਆਂ ਚੀਜ਼ਾਂ ਨੂੰ ਇਹ ਚੀਜ਼ ਤੈਅ ਕਰੇਗੀ। ਤਾਂ ਮਤਲਬ ਉਹ ਬਿਲਕੁਲ ਉਹ ਸਮਾਜਿਕਤਾ ਨੂੰ ਜੈਵਿਕਤਾ 'ਚ ਲੈ ਜਾਂਦੇ ਚੀਜ਼ਾਂ ਨੂੰ। ਤਾਂ ਉਹ ਇਸ ਕਰਕੇ ਸਾਡੀ ਪੜ੍ਹਾਈ ਦਾ ਵੀ ਬਹੁਤ ਜ਼ਿਆਦਾ ਹੋਣਾ ਜ਼ਰੂਰੀ ਹੈ, ਕਿਉਂਕਿ ਹੁਣ ਆਪਾਂ ਕਪੋਲ ਕਲਪਨਾ ਦੇ ਨਾਲ ਵੀ ਆਪਣੇ ਸਿਸਟਮ ਨੇ, ਪੂੰਜੀਵਾਦ ਨੇ ਵੀ ਸਿੱਖਿਆ ਦਾ ਕਾਫੀ ਸਿੱਖਿਆ ਦੇ ਦਿੱਤੀ ਹੈ ਕਿ ਨਹੀਂ। ਇੱਕ ਲੈਵਲ ਉੱਚਾ ਹੋ ਗਿਆ ਨਾ ਵੀ ਅਨਪੜ੍ਹ ਨਹੀਂ ਰਹੇ, BA MA AA ਆਮ ਜਾਤਾਂ ਜਮਾਤਾਂ ਗੋਤਾਂ ਦੇ ਵਿੱਚ ਤੁਹਾਨੂੰ ਬੰਦੇ ਮਿਲ ਜਾਂਦੇ ਨੇ। ਸੋ ਇਸ ਕਰਕੇ ਹੁਣ ਸਾਡੇ ਲਈ ਇਹ ਮਹਿਜ਼ ਇਉਂ ਹੀ ਨਹੀਂ, ਪਹਿਲਾਂ ਹੁੰਦਾ ਵੀ ਕਲਾ ਜਿਹੜੀ ਆ, ਮਤਲਬ ਕਲਾ ਕੀ ਆ, ਇੰਨਾ ਹੀ। ਫਿਰ ਜਾਂ ਬਾਹਲੇ ਤੋਂ ਬਾਹਲਾ ਇੰਨਾ ਹੋ ਜਾਂਦਾ ਸੀ ਵੀ ਕਲਾ ਲਈ ਕਿ ਕਲਾ ਲੋਕਾਂ ਲਈ ਕਿ ਨਹੀਂ, ਠੀਕ ਹੈ। ਇਹ ਵੀ ਹੈ, ਲੇਕਿਨ ਹੁਣ ਆਪਾਂ ਨੂੰ ਇਹਦੇ ਤੋਂ ਹੋਰ ਡੂੰਘਾ ਜਾਣਾ ਵੀ ਕਲਾ ਸਮਾਜਿਕ ਚੇਤਨਾ ਦਾ ਇੱਕ ਰੂਪ। ਫਿਰ ਚੇਤਨਾ ਹੈ ਕੀ ਚੀਜ਼, ਚੇਤਨਾ ਹੁੰਦੀ ਹੀ ਸਮਾਜਿਕ ਹੈ। ਸਮਾਜ ਤੋਂ ਬਾਹਰ ਕੋਈ ਚੇਤਨਾ ਹੈ ਨਹੀਂ ਪਸ਼ੂ ਜਗਤ ਦੇ ਵਿੱਚ ਵੀ। ਫਿਰ ਪਸ਼ੂਆਂ 'ਚ ਨਹੀਂ ਚੇਤਨਾ ਆਦਮੀਆਂ 'ਚ ਫਿਰ ਚੇਤਨਾ ਹੈ ਕੀ ਹੈ ਕਿ ਨਹੀਂ। ਤਾਂ ਮਤਲਬ ਉਹਦੇ ਚੇਤਨਾ ਦੇ ਹੋਰ ਕਿਹੜੇ ਕਿਹੜੇ ਰੂਪ ਨੇ। ਮਤਲਬ ਇਸ ਤਰ੍ਹਾਂ ਤੋਂ ਆਪਾਂ ਜੇ ਇਹਦੀ ਵਿਆਖਿਆ ਕਰਾਂਗੇ ਤਾਂ ਫਿਰ ਇਹਦੀ ਵਿਆਖਿਆ ਹੋ ਜਾਏਗੀ। ਆਪਾਂ ਪਿਛਲੇ ਸਮਿਆਂ ਦੇ ਵਿੱਚ ਮੈਂ ਕਾਫੀ ਲੈਕਚਰ ਦਿੱਤੇ ਨੇ ਧਰਮ ਦੇ ਉੱਤੇ ਵੀ,
ਉਹ ਕਿਉਂ ਦੇਣ ਦੀ ਲੋੜ ਹੈ? ਤਾਂ ਕਿ ਜਦੋਂ ਉੱਥੇ ਸਵਾਲ ਹੁੰਦੇ ਨੇ, ਜਵਾਬ ਹੁੰਦੇ ਨੇ ਉਹਨਾਂ ਦੇ, ਆਪਾਂ ਜਵਾਬ ਸਵਾਲ ਦੇ ਸਕੀਏ। ਨਹੀਂ ਤਾਂ ਕਲਾ ਦਾ ਆਮ ਕੀ ਆ ਵੀ ਕਲਾਕ੍ਰਿਤੀ ਦੇਖਣ ਦਾ ਤੇ ਕਲਾ ਤੇ ਫੋਟੋ 'ਚ ਕੋਈ ਫਰਕ ਨਹੀਂ ਰਹਿੰਦਾ ਕਿ ਨਹੀਂ, ਉਹ ਚੀਜ਼ਾਂ 'ਚ ਨਹੀਂ। ਇਸ ਕਰਕੇ ਆਪਾਂ ਨੂੰ ਉਹਦੇ 'ਚ ਆਪਾਂ ਅਗਲੇ ਵਾਰ ਤੋਂ ਇਹ ਕਾਫੀ ਲਵਾਂਗੇ ਵੀ ਫਿਰ ਚੇਤਨਾ ਕੀ ਚੀਜ਼ ਹੈ, ਕਿ ਚੇਤਨਾ ਪਸ਼ੂਆਂ 'ਚ ਵੀ ਹੁੰਦੀ ਹੈ, ਕਿ ਜੀਵ ਜੰਤੂਆਂ 'ਚ ਵੀ ਹੁੰਦੀ ਹੈ, ਪੌਦਿਆਂ 'ਚ ਵੀ ਹੁੰਦੀ ਹੈ। ਕਿਉਂਕਿ ਜਿਹੜੇ ਦੂਜੇ ਮਤ ਮਤੰਤਰ ਨੇ ਉਹ ਤਾਂ ਕਹਿੰਦੇ ਪੱਥਰ 'ਚ ਵੀ ਹੁੰਦੀ ਹੈ ਚੇਤਨਾ, ਤੇ ਰੇਤੇ 'ਚ ਵੀ ਹੁੰਦੀ ਹੈ, ਕਣ ਕਣ 'ਚ ਭਗਵਾਨ, ਮਤਲਬ ਪੂਰੀ ਵਿਚਾਰਵਾਦੀ ਥਿਊਰੀ ਚੱਲ ਜਾਂਦੀ। ਅਸੀਂ ਉਸ ਦੇ ਅਲੱਗ ਰੱਖਦੇ ਹਾਂ ਕਿ ਇਹ ਜਿਹੜੀ ਚੇਤਨਾ ਉਹ ਸਮਾਜਿਕ ਹੀ, ਸਮਾਜ ਦੇ ਅੰਦਰ ਹੀ ਚੇਤਨਾ। ਫਿਰ ਚੇਤਨਾ ਕੀ ਚੀਜ਼ ਹੈ ਜਿਹਨੂੰ ਉਹ ਆਤਮਾ ਕਹਿੰਦੇ ਨੇ, ਉਹ ਮਤਲਬ ਚੇਤਨਾ ਸਮਾਜ ਦੇ ਵਿੱਚ ਹੁੰਦਾ ਕੀ ਹੈ? ਜੇ ਇਹ ਸਮਾਜ 'ਚ ਹੀ ਹੁੰਦੀ ਹੈ ਤਾਂ ਸਮਾਜ ਦੇ ਵਿੱਚ ਤੇ ਉਤਪਾਦਨ ਤੇ ਪੁਨਰ ਉਤਪਾਦਨ, ਕਿ ਉਤਪਾਦਨ ਹੁੰਦਾ ਤੇ ਫਿਰ ਉਹਦੇ 'ਚ ਚੇਤਨਾ ਕਿਵੇਂ ਆਉਂਦੀ ਹੈ, ਕੰਮ 'ਚੋਂ ਕਿਵੇਂ ਆਉਂਦੀ? ਤਾਂ ਉਹ ਚੀਜ਼ ਆ ਉਹਦੇ 'ਚ ਉਹ ਸਾਡੀ ਫਿਲਾਸਫੀ ਤੇ ਲੈ ਜਾਂਦੀ ਹੈ ਵੀ ਫਿਰ ਪਹਿਲਾਂ ਕੀ ਚੀਜ਼ ਆ, ਪਦਾਰਥ ਪਹਿਲਾਂ ਕਿ ਚੇਤਨਾ, ਕਿ ਚੇਤਨਾ ਤੇ ਪਦਾਰਥ ਦਾ ਜਿਹੜਾ ਫਿਰ ਮੇਲ ਕਿਸ ਤਰ੍ਹਾਂ, ਉਹ ਚੀਜ਼ਾਂ ਦਾ ਉਹ ਸਾਰੀ ਉਹ ਫਿਲਾਸਫੀ, ਫਿਰ ਇਕੋਨਮੀ ਜਿਹੜੀ ਸਾਡਾ ਸਮਾਜਵਾਦ ਲਿਆਉਣਾ ਤਬਦੀਲੀ ਦਾ। ਕਿਉਂਕਿ ਜੇ ਉਹ ਦੂਜੀਆਂ ਚੀਜ਼ਾਂ ਮੰਨਦੇ ਆ ਉਹਦੇ 'ਚ ਕੋਈ ਤਬਦੀਲੀ ਦਾ ਨਹੀਂ ਰਹਿੰਦਾ। ਤਬਦੀਲੀ ਤੇ ਫਿਰ ਜਾਂ ਤੇ ਆਪਣੇ ਆਪ ਹੀ ਹੋਏਗੀ ਕੁਦਰਤ ਨੂੰ, ਜਾਂ ਕੋਈ ਮਹਾਂਪੁਰਖ ਆਏਗਾ ਉਹ ਕਰੇਗਾ, ਤਾਂ ਉਹ ਇੱਕ ਵਿਗਿਆਨ ਨਹੀਂ ਰਹਿੰਦਾ। ਤਾਂ ਮਾਰਕਸ ਨੇ ਇਸ ਚੀਜ਼ ਨੂੰ ਵਿਗਿਆਨ ਬਣਾਇਆ। ਸੋ ਇਸ ਦੇ ਵਿੱਚ ਹੁਣ ਆਪਾਂ ਜਿਸ ਤੇ ਅੱਜ ਗੱਲ ਕਰ ਰਹੇ ਹਾਂ, ਸਮਾਜਵਾਦੀ ਯਥਾਰਥਵਾਦ, ਪੂੰਜੀਵਾਦ ਦੇ ਅੰਦਰ ਵੀ ਯਥਾਰਥਵਾਦ ਹੈ ਕਿ ਨਹੀਂ। ਇੱਕ ਆਪਾਂ ਜਿਹਨੂੰ ਡੀਠ ਵਰਣਨ ਅੱਗੇ ਆਉਂਦਾ ਹੁੰਦਾ ਸੀ ਵੀ ਜੋ ਕੁਛ ਦੇਖਿਆ, ਉਹਦੀ ਜਗ੍ਹਾ ਇੱਕ ਫਿਰ ਪੂੰਜੀਵਾਦੀ ਆਲੋਚਨਾਤਮਕ ਯਥਾਰਥਵਾਦ, ਉਹਦੀ ਜਗ੍ਹਾ ਸਮਾਜਵਾਦੀ ਯਥਾਰਥਵਾਦ ਕੀ ਆ, ਇਹਦੇ ਤੇ ਆਪਾਂ ਗੱਲ ਕਰਾਂਗੇ। ਵੈਸੇ ਲੇਖ ਆ ਆਈ ਕੁਲੀਕੋਵਾ, ਇਹ ਵਿਦਵਾਨ ਹੈ ਜਿਸ ਦਾ, ਤੋਂ ਉਹਦੇ ਤੇ ਆਪਾਂ ਗੱਲਬਾਤ ਵੀ ਨਾਲ ਨਾਲ ਕਰਦੇ ਜਾਵਾਂਗੇ, ਨਾਲੇ ਪੜ੍ਹਾਂਗੇ। ਕਿਉਂਕਿ ਮੇਰੀ ਇਹ ਮਨਸ਼ਾ ਹੁੰਦੀ ਹੈ ਵੀ ਸਾਥੀ ਪੜ੍ਹਦੇ ਨਹੀਂ, ਜਾਂ ਬਹੁਤ ਸਾਰੀਆਂ ਕਿਤਾਬਾਂ ਐਸੀਆਂ ਨੇ ਜਿਹੜੀਆਂ ਨਹੀਂ ਹੋਣ ਕਿ ਨਹੀਂ, ਉਹਨਾਂ ਦੇ ਜੇ ਲੇਖ ਕਿਤੋਂ ਵੀ ਮਿਲਦੇ ਨੇ ਤਾਂ ਉਹ ਕੋਸ਼ਿਸ਼ ਕਰੀਦੀ ਹੈ ਤੁਹਾਡੇ ਨਾਲ ਸਾਂਝਾ, ਉਹਦੇ ਨਾਲ ਆਪਣੀ ਫਿਰ ਪਰਪੱਕਤਾ ਆਉਂਦੀ ਹੈ ਚੀਜ਼ਾਂ ਦੀ। ਇਹ ਹੈ ਕਿ ਸਮਾਜਵਾਦੀ ਸਮਾਜ ਦੀ ਹੋਂਦ ਦੇ ਦੌਰਾਨ ਸਮਾਜਵਾਦੀ ਸੱਭਿਆਚਾਰ ਦਾ ਨਿਰਮਾਣ ਹੋਇਆ ਹੈ ਅਤੇ ਉਹ ਪ੍ਰਵਾਨ ਚੜ੍ਹਿਆ ਅਤੇ ਪ੍ਰਫੁੱਲਤ ਹੋਇਆ। ਇਸ ਅੰਦਰ ਕਲਾਵਾਦੀ ਸੱਭਿਆਚਾਰ ਇੱਕ ਪਾਰਟੀ ਦਾ ਤੇ ਜਮਾਤੀ ਸੱਭਿਆਚਾਰ ਜਿਹੜਾ ਪ੍ਰੋਲਤਾਰੀਏ ਦੇ ਸਾਂਝੇ ਕਾਜ ਦਾ ਭਾਗ ਬਣ ਚੁੱਕਾ ਹੈ, ਉਹ ਵੀ ਸ਼ਾਮਲ ਹੈ। B.I. ਲੈਨਨ, ਸਮੁੱਚੀਆਂ ਲਿਖਤਾਂ, ਜਿਲਦ 10, ਪੰਨਾ 45। ਸਮਾਜਵਾਦੀ ਯਥਾਰਥਵਾਦੀ ਕਲਾ ਨੇ ਕਿਰਤੀ ਲੋਕਾਂ ਦੇ ਹਿੱਤਾਂ ਅਤੇ ਆਦਰਸ਼ਾਂ ਦੀ ਹਮਾਇਤੀ ਹੈ। ਸਮਾਜਵਾਦੀ ਯਥਾਰਥਵਾਦੀ ਕਲਾ ਕਿਰਤੀ ਲੋਕਾਂ ਦੇ ਹਿੱਤਾਂ ਅਤੇ ਆਦਰਸ਼ਾਂ ਦੀ ਹਮਾਇਤੀ ਹੈ ਅਤੇ ਬੁਰਜੂਆ ਕਲਾ ਤੇ ਬੁਰਜੂਆ ਆਦਰਸ਼ਾਂ ਜਿਨ੍ਹਾਂ ਦਾ ਬੁਰਜੂਆ ਕਲਾ ਪ੍ਰਚਾਰ ਕਰਦੀ ਹੈ ਦੀ ਇਹ ਵਿਰੋਧੀ ਹੈ। ਆਪਣੇ ਖਾਸੇ ਤੋਂ ਇੱਕ ਮੰਤਰੀ ਹੈ। ਆਪਣੇ ਖਾਸੇ ਤੋਂ ਕੌਮਾਂਤਰੀ ਕਿਉਂ ਆ? ਕਿਉਂਕਿ ਵੀ ਜਿਹੜਾ ਮਜ਼ਦੂਰ ਜਮਾਤ ਦੀ ਇਹ ਨੁਮਾਇੰਦਗੀ ਕਰਦੀ ਹੈ, ਤੇ ਮਜ਼ਦੂਰ ਇੱਕ ਐਸਾ ਵੀ ਜਿਹਦਾ ਆਪਾਂ ਆਨੇ ਵੀ ਇੱਕ ਦੇਸ਼ ਨਹੀਂ, ਇੱਕ ਹੱਦਾਂ ਤੋਂ ਪਾਰ ਆ, ਅਤੇ ਸੰਸਾਰ ਭਰ ਇਸ ਦੀ ਭਾਰੀ ਸਾਖ ਅਤੇ ਅਸਰ ਮੌਜੂਦ ਹੈ। ਸਮਾਜਵਾਦੀ ਕਲਾਵਾਦੀ ਕਲਾ ਨਾ ਕੇਵਲ ਸਮਾਜਵਾਦੀ ਦੇਸ਼ਾਂ ਦੇ ਲੋਕਾਂ ਦੇ ਆਦਰਸ਼ਾਂ ਨੂੰ ਹੀ ਸਕਾਰ ਕਰਦੀ ਹੈ, ਬਲਕਿ ਸੰਸਾਰ ਭਰ ਦੇ ਪ੍ਰਗਤੀਸ਼ੀਲ ਲੋਕਾਂ ਦੇ ਆਦਰਸ਼ ਨੂੰ ਵੀ ਕਰਦੀ ਹੈ, ਸਕਾਰ ਕਰਦੀ ਹੈ। ਸਮਾਜਵਾਦੀ ਯਥਾਰਥਵਾਦੀ ਵਿਧੀ ਦੀ ਨੀਂਹ ਮਾਰਕਸਵਾਦ ਲੈਨਨਵਾਦ ਦੀਆਂ ਸਿੱਖਿਆਵਾਂ ਉੱਪਰ ਟਿਕੀ ਹੋਈ ਹੈ। ਜੇਕਰ ਸੰਸਾਰ ਗਤੀਸ਼ੀਲ ਪਦਾਰਥ ਹੈ ਤਾਂ ਇਸ ਪਦਾਰਥ ਦਾ ਇਸ ਗਤੀ, ਜਿਹੜੀ ਕਿ ਇਸ ਪਦਾਰਥ ਦੀ ਗਤੀ ਹੈ, ਦੇ ਬੇਹੱਦ ਗੁੰਝਲਦਾਰ ਅਤੇ ਵਿਸਤ੍ਰਿਤ ਪ੍ਰਗਟਾਵਿਆਂ ਅਤੇ ਪੇਚਾਂ ਅੰਦਰ ਅਧਿਐਨ ਕੀਤਾ ਜਾ ਸਕਦਾ ਹੈ ਅਤੇ ਅਨੰਤ ਤਰੀਕਿਆਂ ਨਾਲ ਕੀਤਾ ਜਾਣਾ ਚਾਹੀਦਾ ਹੈ। ਪਰ ਇਸ ਤੋਂ ਪਰੇ ਇਸ ਭੌਤਿਕੀ ਬਾਹਰੀ ਸੰਸਾਰ ਜਿਸ ਤੋਂ ਹਰ ਕੋਈ ਜਾਣੂ ਹੈ, ਪਰੇ ਹੋਰ ਕੁਝ ਵੀ ਨਹੀਂ ਹੋ ਸਕਦਾ, ਹੋਰ ਕੁਝ ਵੀ ਨਹੀਂ ਹੈ। ਉਹੀ ਜਿਲਦ 14 ਪੰਨਾ 344 ਲੈਨਨ ਨੇ ਇਸ ਵਿਚਾਰ ਨੂੰ ਪੱਕਿਆਂ ਤੌਰ ਤੇ ਧਾਰਨ ਕਰਦੀ ਸਮਾਜਵਾਦੀ ਯਥਾਰਥਵਾਦੀ ਕਲਾ ਆਪਣਾ ਨਿਸ਼ਾਨਾ ਆਪਣੇ ਚੁਫੇਰੇ ਦੀ ਦੁਨੀਆ ਦੇ ਵਰਤਾਰਿਆਂ ਨੂੰ ਆਪਣੀ ਦਿਮਾਗੀ ਪਕੜ ਵਿੱਚ ਲੈਣ ਅਤੇ ਇਹਦਾ ਵਿਸ਼ਲੇਸ਼ਣ ਕਰਨ ਤੇ ਲਾਉਂਦੀ ਹੈ। ਉਹ ਆਪਣੀ ਸੇਧ ਇਸ ਗੱਲ ਤੇ ਰੱਖਦੀ ਹੈ ਕਿ ਇਸ ਸੰਸਾਰ ਨੂੰ ਮਨੁੱਖਤਾ ਦੇ ਭਲੇ ਲਈ ਬਦਲਿਆ ਜਾਵੇ ਅਤੇ ਸਭ ਤੋਂ ਵੱਧ ਪ੍ਰਗਤੀਸ਼ੀਲ ਸਮਾਜ ਇੱਕ ਕਮਿਊਨਿਸਟ ਸਮਾਜ ਦੀ ਉਸਾਰੀ ਦੇ ਸਮਾਜਿਕ ਅਤੇ ਸੌਂਦਰਈ ਆਦਰਸ਼ਾਂ ਨੂੰ ਪ੍ਰਾਪਤ ਕੀਤਾ ਜਾਵੇ। ਬੁਰਜੂਆ ਸਮਾਜ ਦੀ ਪ੍ਰਚਲਿਤ ਕਲਾ ਇਸ ਤੋਂ ਉਲਟੀ ਦਿਸ਼ਾ ਵੱਲ ਨੂੰ ਜਾ ਰਹੀ ਹੈ। ਉਹ ਕਲਾ ਬਾਹਰਮੁਖੀ ਅਸਲੀਅਤ ਭਾਵ ਪਦਾਰਥਕ ਸੰਸਾਰ ਦੇ ਚਿਤਰਣ ਤੋਂ ਕਤਰਾਂਦੀ ਹੈ ਅਤੇ ਇਹ ਦਾਅਵਾ ਕਰਦੀ ਹੈ
ਕਿ ਯਥਾਰਥਵਾਦੀ ਵਿਧੀ ਪੁਰਾਣੀ ਪੈ ਚੁੱਕੀ ਹੈ। ਪਦਾਰਥਕ ਸੰਸਾਰ ਦੇ ਚਿਤਰਨ ਤੋਂ ਕਤਰਾਣ ਅਤੇ ਆਧੁਨਿਕਤਾਵਾਦ ਦੇ ਨਵੀਨਤਮ ਰੁਝਾਨਾਂ ਦੇ ਅਤ ਵਿਖਰਾਵੇ ਦੇ ਨਤੀਜਿਆਂ ਨੂੰ ਵੇਖ ਕੇ ਹਰ ਕੋਈ ਆਪਣੇ ਅਰਥ ਕੱਢ ਸਕਦਾ ਹੈ। ਬੁਰਜੂਆ ਕਲਾ ਸਿਧਾਂਤਕਾਰਾਂ ਨੇ ਆਪ ਇਸ ਗੱਲ ਨੂੰ ਸਵੀਕਾਰ ਕੀਤਾ ਸੀ। ਨਵੀਂ ਸਮਾਜਿਕ ਬਣਤਰ ਸਮਾਜਵਾਦ ਨੇ ਕੁਦਰਤੀ ਤੌਰ ਤੇ ਇੱਕ ਅਜਿਹੀ ਕਲਾ ਦੀ ਮੰਗ ਕਰਨੀ ਸੀ ਜਿਹੜੀ ਸਮਾਜ ਅੱਗੇ ਪੇਸ਼ ਨਵੇਂ ਪ੍ਰਸ਼ਨਾਂ ਦੇ ਹੱਲ ਪੇਸ਼ ਕਰ ਸਕੇ। ਸਮਾਜਵਾਦੀ ਯਥਾਰਥਵਾਦੀ ਵਿਧੀ ਇੱਕ ਅਜਿਹੀ ਕਲਾ ਵਿਧੀ ਹੈ ਜਿਹੜੀ ਇੱਕ ਵਿਕਾਸਸ਼ੀਲ ਅਗਾਂਹਵਧੂ ਸਮਾਜ ਦੇ ਹਿੱਤਾਂ ਨੂੰ ਸਾਧਦੀ ਹੈ। ਜਿਹੜੇ ਕਲਾਕਾਰ ਇਸ ਵਿਧੀ ਨੂੰ ਅਪਣਾਉਂਦੇ ਹਨ ਉਹ ਆਪਣੇ ਆਪ ਨੂੰ ਮੌਜੂਦ ਤੱਥਾਂ ਅਤੇ ਵਰਤਾਰਿਆਂ ਦੇ ਬਿਆਨਤੀਕ ਜਾਂ ਫਿਰ ਉਹਨਾਂ ਨਿਰੀਖਣਾਂ ਭਾਵੇਂ ਕਿੰਨੇ ਵੀ ਚਤਰਾਈ ਭਰੇ ਕਿਉਂ ਨਾ ਹੋਣ ਦੇ ਮਿਥਣ ਤੀਕ ਹੀ ਆਪਣੇ ਆਪ ਨੂੰ ਸੀਮਿਤ ਨਹੀਂ ਰੱਖਦੇ। ਸਮਾਜਵਾਦੀ ਯਥਾਰਥਵਾਦ ਵਰਤਮਾਨ ਤੋਂ ਅਗਵਾਈ ਲੈਂਦਾ ਹੈ ਅਤੇ ਭਵਿੱਖ ਵੱਲ ਨੂੰ ਜਾਣ ਦਾ ਯਤਨ ਲਾਉਂਦਾ ਹੈ। ਇਸ ਵਿਧੀ ਨੂੰ ਜਨਮ ਦੇਣ ਸਮੇਂ ਮੈਕਸਿਮ ਗੋਰਕੀ ਨੇ ਇਸ ਗੱਲ ਵੱਲ ਧਿਆਨ ਦਿਵਾਇਆ ਸੀ ਕਿ ਜੇ ਸਾਨੂੰ ਜਾਣਨ ਦੀ ਲੋੜ ਹੈ ਉਹ ਕੇਵਲ ਦੋ ਹੀ ਅਸਲੀਤਾਂ ਨਹੀਂ ਹਨ, ਭਾਵ ਜੋ ਬੀਤ ਚੁੱਕੀ ਹੈ ਅਤੇ ਜੋ ਬੀਤ ਰਹੀ ਹੈ, ਜਿਸ ਵਿੱਚ ਕੁਝ ਹੱਦ ਤੀਕ ਅਸੀਂ ਆਪ ਵੀ ਸ਼ਾਮਲ ਹਾਂ। ਸਾਨੂੰ ਇੱਕ ਤੀਜੀ ਅਸਲੀਅਤ ਦੇ ਜਾਣਨ ਦੀ ਵੀ ਲੋੜ ਹੈ, ਉਹ ਜਿਹੜੀ ਕਿ ਅੱਗੋਂ ਆਉਣ ਵਾਲੀ ਹੈ। ਸਾਨੂੰ ਜ਼ਰੂਰ ਹੀ ਕਿਵੇਂ ਨਾ ਕਿਵੇਂ ਇਸ ਤੀਜੀ ਅਸਲੀਅਤ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਸਾਨੂੰ ਇਸ ਦਾ ਚਿਤਰਣ ਕਰਨਾ ਚਾਹੀਦਾ ਹੈ। ਇਸ ਅਸਲੀਅਤ ਤੋਂ ਬਿਨਾਂ ਸਾਡੇ ਦਿਮਾਗ ਵਿੱਚ ਕਦੇ ਇਹ ਆ ਹੀ ਨਹੀਂ ਸਕਦਾ ਕਿ ਸਮਾਜਵਾਦੀ ਯਥਾਰਥ ਵਿਧੀ ਕੀ ਚੀਜ਼ ਹੈ। ਮੈਕਸਿਮ ਗੋਰਕੀ 30 ਜਲਦਾਂ ਵਾਲੀ ਰਚਨਾਵਲੀ ਜਲਦ 27 ਮਾਸਕੋ 1953 ਪੰਨਾ 419 ਰੂਸੀ ਵਿੱਚ। ਲੈਨਨ ਦਾ ਚਿੰਤਨ ਸਿਧਾਂਤ ਸਮਾਜਵਾਦੀ ਯਥਾਰਥਵਾਦ ਦਾ ਸਿੱਧਾ ਸਿਧਾਂਤਕੀ ਆਧਾਰ ਹੈ। ਲੈਨਨ ਨੇ ਖਾਸ ਕਰਕੇ ਗੱਲ ਕਹੀ ਹੈ ਕਿ ਚਿੰਤਨ ਕੋਈ ਸਰਲ ਸਿੱਧਾ ਮਰੇ ਸੀਸੇ ਵਰਗਾ ਕਾਰਜ ਨਹੀਂ, ਕਿਉਂਕਿ ਆਪਣੇ ਆਮ ਕਹਿ ਦਿੰਦੇ ਸਾਹਿਤ ਸਮਾਜ ਦਾ ਸੀਸਾ। ਉਹਨੇ ਕਿਹਾ ਇਹ ਜਿਹੜਾ ਸੀਸਾ ਕੋਈ ਮਰੇ ਸੀਸੇ ਵਰਗਾ ਕਾਰਜ ਨਹੀਂ, ਬਲਕਿ ਇੱਕ ਦੋ ਭਾਗੀ ਟੇਢਾ ਮੇਢਾ ਕਾਰਜ ਹੈ ਜਿਸ ਅੰਦਰ ਅਸਲ ਜੀਵਨ ਦੀ ਪਟੜੀ ਨੂੰ ਛੱਡ ਕੇ ਵਾਂਢੇ ਚਲੇ ਜਾਣ ਦੀ ਸੁਭਾਵਨਾ ਬਣੀ ਰਹਿੰਦੀ। ਮਤਲਬ ਜੋ ਅਸਲ ਜੀਵਨ ਹੈ ਉਹਦੇ ਤੋਂ ਥੋੜਾ ਪਾਸੇ ਵੀ ਅੜ ਜਾਈਦਾ, ਵੀ ਇਹੋ ਜਿਹਾ ਹੋਣਾ ਚਾਹੀਦਾ ਕਿ ਨਹੀਂ। ਵੀ ਜੇ ਆਪਾਂ ਉਹ ਹੀ ਬਿਆਨ ਕਰਨਾ ਵੀ ਇੱਕ ਮਨੁੱਖ ਆਈ ਉਹਦੀ ਲੰਮੀ ਲੰਮੀ ਦਾੜੀ ਜਟਾਂ ਚੀਜ਼ਾਂ ਵੀ ਨਹੀਂ, ਇਹਦੇ ਤੋਂ ਵੱਖਰਾ ਵੀ ਹੋ ਸਕਦਾ ਥੋੜਾ ਜਿਹਾ, ਕਲਾਕਾਰ ਉਹਦੇ ਪਾਸੇ ਵੀ ਜਾਂਦਾ। ਲੈਨਨ ਦਾ ਚਿੰਤਨ ਸਿਧਾਂਤ ਸਮਾਜਵਾਦੀ ਯਥਾਰਥੀ ਕਲਾਕਾਰਾਂ ਨੂੰ ਅਸਲੀਅਤ ਦੇ ਵਰਤਾਰੇ ਵਿਚਕਾਰ ਗੁੰਝਲਦਾਰ ਵਿਰੋਧ ਵਿਕਾਸੀ ਸੰਬੰਧਾਂ ਨੂੰ ਪਕੜ ਵਿੱਚ ਲੈ ਨੂੰ ਸਮਰੱਥ ਬਣਾਉਂਦਾ ਹੈ। ਲੈਨਨ ਨੇ ਕਈ ਵਾਰੀ ਸੰਗਿਆਨ ਦੇ ਸਦੀਵੀ ਅਹਿਮ ਵਿਰੋਧ ਵਿਕਾਸੀ ਖਾਸੇ ਉੱਪਰ ਜ਼ੋਰ ਦਿੱਤਾ ਹੈ। ਸੰਗਿਆਨ ਮੁੱਦੇ ਦੀ ਵਿਚਾਰ ਦਾ ਸਦੀਵੀ ਅੰਤਹੀਣ ਅਨੁਮਾਨਿਆ ਖਾਕਾ ਹੁੰਦਾ ਹੈ। ਮਨੁੱਖ ਦੇ ਵਿਚਾਰ ਅੰਦਰ ਕੁਦਰਤ ਦੀ ਤਸਵੀਰ ਦਾ ਤਸੱਵਰ ਨਿਰਜੀਵ ਨਿਰਰੂਪ ਨਿਰਗਤੀ ਨਿਰਵਿਰੋਧਤਾਈ ਦਾ ਨਹੀਂ ਹੋਣਾ ਚਾਹੀਦਾ, ਬਲਕਿ ਸਦੀਵੀ ਗਤੀ ਦੇ ਅਮਲ ਰੂਪ ਵਿੱਚ ਵਿਰੋਧਤਾਈਆਂ ਦੇ ਖੜੇ ਹੋਣ ਤੇ ਹੱਲ ਹੋਣ ਦੇ ਰੂਪ ਵਿੱਚ ਹੋਣਾ ਚਾਹੀਦਾ ਹੈ। ਜਿਵੇਂ ਅਸੀਂ ਦੇਖਦੇ ਹਾਂ ਲੈਨਨ ਦਾ ਚਿੰਤਨ ਸਿਧਾਂਤ ਵਿਰੋਧਤਾਈਆਂ ਨੂੰ ਮਿੱਥ ਕੇ ਸੰਗਿਆਨ ਦੀਆਂ ਸੁਭਾਵਨਾਵਾਂ ਨੂੰ ਸੀਮਿਤ ਨਹੀਂ ਕਰਦਾ, ਬਲਕਿ ਇਹ ਤਾਂ ਜ਼ਰੂਰੀ ਤੌਰ ਤੇ ਉਹਨਾਂ ਵਿਰੋਧਤਾਈਆਂ ਨੂੰ ਹੱਲ ਕਰਨ ਦੇ ਯਤਨ ਦਾ ਰਾਹ ਦੱਸਦਾ ਹੈ। ਜਿਸ ਤਰੀਕੇ ਨਾਲ ਉਹ ਹੱਲ ਕੀਤੀਆਂ ਜਾ ਸਕਦੀਆਂ ਸਨ ਉਸ ਦਾ ਨਿਰਭਰ ਖੁਦ ਲੋਕਾਂ ਦੀ ਸਰਗਰਮੀ ਤੇ ਉਹਨਾਂ ਦੀ ਸੰਸਾਰ ਦ੍ਰਿਸ਼ਟੀ ਤੇ ਉਹਨਾਂ ਦੇ ਨਜ਼ਰੀਏ ਤੇ ਅਤੇ ਉਹਨਾਂ ਦੇ ਕਾਰਜ ਦੀ ਲਾਹੇਵੰਦਤਾ ਤੇ ਰਹਿੰਦਾ ਹੈ। ਸਮਾਜਵਾਦੀ ਯਥਾਰਥਵਾਦ ਦੇ ਸਰਗਰਮ ਰਚਨਾਈ ਖਾਸੇ ਬਾਰੇ ਗੋਰਕੀ ਦਾ ਕਥਨ ਹੈ, ਸਮਾਜਵਾਦੀ ਯਥਾਰਥਵਾਦ ਦਾ ਇੱਕ ਕਾਰਜ ਰਚਨਾਤਮਕਤਾ ਵਰਗਾ ਹੋਣ ਦਾ ਦਾਅਵਾ ਕਰਦਾ ਹੈ, ਜਿਸ ਦਾ ਮੰਤਵ ਕਿਸੇ ਵੀ ਵਿਅਕਤੀ ਦੀਆਂ ਸਭ ਤੋਂ ਵੱਧ ਮੁੱਲਵਾਨ ਨਿੱਜੀ ਯੋਗਤਾਵਾਂ ਦੀ ਨਿਰੰਤਰ ਤਰੱਕੀ ਨੂੰ ਪ੍ਰਾਪਤ ਕਰਨਾ ਹੈ, ਤਾਂ ਜੋ ਉਹ ਇੱਕ ਸਵਸਥ ਅਤੇ ਲੰਮਾ ਜੀਵਨ ਖੁਸ਼ੀਆਂ ਨਾਲ ਬਤੀਤ ਕਰ ਸਕੇ ਅਤੇ ਤਾਂ ਜੋ ਧਰਤੀ ਉੱਤੇ ਜ਼ਿੰਦਗੀ ਦੀ ਮਹਾਨ ਖੁਸ਼ੀ ਤੋਂ ਆਨੰਦ ਪ੍ਰਾਪਤ ਕਰ ਸਕੇ। ਇਸ ਧਰਤੀ ਨੂੰ ਆਪਣੀਆਂ ਸਦਾ ਵਧਦੀਆਂ ਮੰਗਾਂ ਅਨੁਸਾਰ ਮੂਲੋਂ ਬਦਲ ਕੇ ਉਸ ਦੀ ਅਜਿਹੀ ਸਿਰਜਣਾ ਕਰਨਾ ਲੋੜਦਾ ਜਿਸ ਦੇ ਬਲ ਤੇ ਉਹ ਇੱਕ ਪਰਿਵਾਰ ਵਿੱਚ ਪਰੋਤੀ ਮਨੁੱਖਤਾ ਲਈ ਇੱਕ ਅਨੋਖਾ ਨਿਵਾਸ ਸਥਾਨ ਬਣ ਸਕੇ। ਮੈਕਸਿਮ ਗੋਰਕੀ ਕਰਤਾ 30 ਜਲਦਾਂ ਵਿੱਚ ਜਲਦ 27 ਪੰਨਾ 330 ਹੈ। ਚਾਹ ਪੀਣਾ ਨਾ ਸਾਥੀ ਹਾਂ ਪੀ ਲੈ। ਵਾਜਾਂ ਬੂਜਾਂ ਕਾਫੀ ਉੱਚੀ ਕੱਢ ਲੈ। ਕਲਾ ਨੇ ਘੱਟ ਵੱਧ ਮਾਤਰਾ ਵਿੱਚ ਸਦਾ ਹੀ ਆਪਣੇ ਆਲੇ ਦੁਆਲੇ ਦੇ ਵਰਤਾਰਿਆਂ ਨੂੰ ਠੀਕ ਹੀ ਝਲਕਾਇਆ ਹੈ।
ਸਹੀ ਪੁਣੇ ਦੇ ਦਰਜੇ ਦਾ ਨਿਰਭਰ ਕਲਾਕਾਰ ਦੇ ਆਪਣੇ ਹੁਨਰ, ਆਪਣੀ ਬਰੀਕੀ ਅਤੇ ਜ਼ਿੰਦਗੀ ਦੇ ਵਰਤਾਰਿਆਂ ਬਾਰੇ ਉਸ ਦੀ ਸਮਝ ਦੀ ਗਹਿਰਾਈ ਤੇ ਉਹਨਾਂ ਦਾ ਵਿਸ਼ਲੇਸ਼ਣ ਕਰ ਸਕਣ ਦੀ ਉਸ ਦੀ ਯੋਗਤਾ ਉੱਤੇ ਰਿਹਾ ਹੈ। ਕਲਾਕਾਰਾਂ ਦੀ ਸੰਗਿਆਨੀ ਕਦਰ ਦਾ ਨਿਰਭਰ ਉਹਨਾਂ ਅੰਦਰ ਅਸਲੀਅਤ ਦੇ ਹੋਏ ਚਿਤਰਨ ਦੀ ਗਹਿਰਾਈ ਅਤੇ ਉਸ ਦੀ ਪਕੜ ਦੇ ਸਹੀ ਪੁਣੇ ਦੇ ਦਰਜੇ ਤੇ ਰਹਿੰਦਾ ਹੈ। ਇੰਗਲਜ਼ ਨੇ ਇਸ ਪੱਖ ਤੋਂ ਇੱਕ ਮਹਾਨ ਯਥਾਰਥਵਾਦੀ ਲੇਖਕ ਬਾਲਜ਼ਾਕ ਦੀ ਕਿਰਤ ਨੂੰ ਬੜਾ ਉੱਚਾ ਸਥਾਨ ਦਿੱਤਾ। ਉਸਨੇ ਲਿਖਿਆ ਕਿ ਮੈਂ ਫਰਾਂਸੀਸੀ ਸਮਾਜ ਬਾਰੇ ਬਾਲਜ਼ਾਕ ਦੀਆਂ ਕਿਤਾਬਾਂ ਤੋਂ ਉਸ ਸਾਰੇ ਦੌਰ ਦੇ ਮੰਨੇ ਪ੍ਰਮੰਨੇ ਇਤਿਹਾਸਕਾਰ, ਅਰਥ ਸ਼ਾਸਤਰੀਆਂ ਅਤੇ ਅੰਕੜਾ ਵਿਗਿਆਨੀਆਂ ਦੇ ਮੁਕਾਬਲੇ ਕਿਤੇ ਵੱਧ ਸਿੱਖਿਆ ਹੈ। ਆਪਣੇ ਸਮੇਂ ਦੇ ਵਰਤਾਰਿਆਂ ਨੂੰ ਸਹੀ ਤੌਰ ਤੇ ਚਿਤਰਿਤ ਕੀਤੇ ਅਤੇ ਉਹਨਾਂ ਦੇ ਬੀਤੇ ਦੀ ਬੜੀ ਚੰਗੀ ਸਮਝ ਸੀ, ਪਰ ਉਸ ਸਮੇਂ ਉਹਨਾਂ ਲਈ ਸਮਾਜਿਕ ਵਿਕਾਸ ਦੇ ਨਿਯਮਾਂ ਦੀ ਸੱਚੀ ਵਿਗਿਆਨਕ ਸਮਝਦਾਰੀ ਪ੍ਰਾਪਤ ਕਰਨ ਦਾ ਕੋਈ ਰਾਹ ਨਹੀਂ ਸੀ ਅਤੇ ਰਿਵਾਜ ਅਨੁਸਾਰ ਮਨੁੱਖਤਾ ਦੇ ਭਵਿੱਖ ਦੇ ਅਹਿਮ ਮਸਲੇ ਅਰਥਾਤ ਸਮਾਜਿਕ ਪ੍ਰਗਤੀ ਪ੍ਰਾਪਤ ਕਰਨ ਦੇ ਮਸਲੇ ਦੇ ਸਾਹਮਣੇ ਬਿਲਕੁਲ ਮਜਬੂਰ ਸਨ। ਉਹ ਅਜੇ ਭਵਿੱਖ ਦੇ ਅਹਿਮ ਅਤੇ ਇਸ਼ਤ ਸਮਾਜਿਕ ਸੰਬੰਧਾਂ ਨੂੰ ਬਿਲਕੁਲ ਸਰਸਰੀ ਤੌਰ ਤੇ ਬਿਆਨਣ ਦੇ ਵੀ ਯਤਨ ਕਰਦੇ ਤਾਂ ਉਹ ਵਸ਼ ਹੀ ਇੱਕ ਅੰਤਰਮੁਖੀ ਆਦਰਿਸ਼ ਅਤੇ ਯੂਟੋਪਿਆਈ ਖਾਸੇ ਵਾਲਾ ਹੋਣਾ ਸੀ। ਮਾਰਕਸਵਾਦ ਲੈਨਨਵਾਦ ਦੇ ਰੂਪ ਵਿੱਚ ਵਿਗਿਆਨਕ ਕਮਿਊਨਿਜ਼ਮ ਦੇ ਸਿਧਾਂਤਾਂ ਦਾ ਜਨਮ ਹੋਣ ਨਾਲ ਹੀ ਕਲਾਕਾਰਾਂ ਤੇ ਕਲਮਕਾਰਾਂ ਲਈ ਨਵੇਂ ਰਾਹ ਖੁੱਲੇ। ਇਸ ਕਰਕੇ ਜਿਹੜਾ ਸਮਾਜਵਾਦੀ ਹੈ ਨਾ ਕਲਾਕਾਰ, ਉਹਦੇ ਲਈ ਇਹ ਲਾਜ਼ਮੀ ਹੈ ਮਾਰਕਸਵਾਦ ਲੈਨਨਵਾਦ ਨੂੰ ਸਮਝੇ, ਨਹੀਂ ਜਦੋਂ ਆਪਣੇ ਤੌਰ ਤੇ ਸਮਝਣ ਦੀ ਕੋਸ਼ਿਸ਼ ਕਰਦਾ ਇਸ ਤੋਂ ਬਿਨਾਂ ਤਾਂ ਲਾਜ਼ਮੀ ਤੌਰ ਤੇ ਉਹ ਜਾਂ ਤੇ ਯੂਟੋਪੀਆ ਹੋ ਸਕਦਾ ਕਾਲਪਨਿਕ ਤੇ ਜਾਂ ਵਿਚਾਰਵਾਦੀ ਉਹਨਾਂ ਗੁੰਝਲਾਂ 'ਚ ਡਿੱਗ ਜਾਏ, ਕਿਉਂਕਿ ਉਹਦੇ ਕੋਲੇ ਹੋਰ ਕੋਈ ਇਹ ਚੀਜ਼ ਨਹੀਂ ਸਮਝਣ ਦੀ, ਚਾਹੇ ਉਹ ਜਿੰਨਾ ਮਰਜ਼ੀ ਯਥਾਰਥਵਾਦੀ ਹੈ। ਜਾਂ ਉਹ ਮਤਲਬ ਇਸ ਤੇ ਚੱਲ ਜਾਏਗਾ ਵੀ ਨਹੀਂ ਇਹ ਨਹੀਂ ਬਦਲ ਸਕਦੇ, ਵੇਖਦੇ ਵੀ ਵਾਰ-ਵਾਰ ਯਾਰ ਹੁਣ ਜਿਵੇਂ ਬਹੁਤ ਬੰਦੇ ਕਹਿੰਦੇ ਨੇ, ਮੈਨੂੰ ਇੱਕ ਬੰਦਾ ਮਿਲਿਆ ਉਹ ਕਹਿੰਦਾ ਸਾਡਾ ਸਾਰਾ ਇਲਾਕਾ ਜਿੱਥੋਂ ਤੁਰਿਆ ਸੀ ਉੱਥੇ ਹੀ ਪਹੁੰਚ, ਹੁਕਮ ਤੋੜਨ ਤੋਂ ਤੁਰਿਆ ਸੀ ਹੁਕਮ ਤੇ ਹੀ ਫੇਰ ਪਹੁੰਚ। ਮਤਲਬ ਕਿ ਉਹ ਫਿਰ ਉਹ ਸਾਰੀ ਇਹ ਤਬਦੀਲੀ ਨੂੰ ਵੀ ਉਹਨੂੰ ਮੈਂ ਕਿਹਾ ਵੀ ਇਹ ਜਿਹੜੀ ਤਬਦੀਲੀ ਵਾਪਰੀ ਆ ਹੁਣ ਉੱਚ ਪੱਧਰ ਤੇ ਜਾ ਕੇ ਵਾਪਰੀ, ਉਸ ਤਰ੍ਹਾਂ ਦਾ ਨਹੀਂ ਇਹ ਚੀਜ਼ਾਂ ਉੱਚੇ ਪੱਧਰ ਤੇ ਜਾ ਕੇ ਵਾਪਰੀਆਂ ਨੇ ਤੇ ਅਜੇ ਉਹਦਾ ਹੁਕਮ ਲਾਗੂ ਹੋਇਆ ਹੀ ਨਹੀਂ ਤੇ ਨਾਲ ਹੀ ਚੈਲੰਜ ਮਿਲ ਗਿਆ। ਕਿਤੇ ਇੱਕ ਜਗ੍ਹਾ ਵੀ ਉਹਨੂੰ ਆਪਣੇ ਆਪ ਜਿੱਤ ਨਹੀਂ ਮਿਲੀ, ਜਿਹੜੇ ਉਹਨਾਂ ਦੇ ਬੰਦੇ ਨੂੰ ਉਹਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਮਤਲਬ ਪਹਿਲਾਂ ਇਹ ਨਹੀਂ ਸੀ ਨਾ ਵੀ ਪਹਿਲਾਂ ਜਦੋਂ ਹੁਕਮ ਇੱਥੇ ਲਾਗੂ ਹੁੰਦਾ ਵੀ ਜਿਹਦਾ ਨਾਂ ਲੈ ਦਿੱਤਾ ਜਾਂਦਾ ਉਹੀ ਹੁੰਦਾ ਸੀ, ਫਿਰ ਉਹਦਾ ਸਰਗਾਟ ਵਿਰੋਧ ਹੋਣਾ ਸ਼ੁਰੂ ਹੋਇਆ, ਫਿਰ ਉਹਦਾ ਵਿਰੋਧ ਹੋ ਕੇ ਹਰ ਥਾਂ ਦੇ ਵਿਰੋਧ ਨੂੰ ਹਾਰ ਦੇ ਦਿੱਤੀ ਗਈ। ਲੇਕਿਨ ਐਤਕੀ ਜੇ ਕੁਛ ਨੇ ਆਖਿਆ ਵੀ ਹੁਕਮ ਲਾ ਦਿਓ, ਉਹ ਉਵੇਂ ਨਹੀਂ ਚੱਲਿਆ ਉਹਨਾਂ ਦਾ ਹੁਕਮ। ਐਂ ਹੀ ਉਹਨੂੰ ਮੈਂ ਆਖਿਆ ਇਹ ਹੁਕਮ ਐਂ ਹੀ ਚੱਲਿਆ ਜਿਵੇਂ ਬਹਾਦਰ ਸ਼ਾਹ ਜ਼ਫਰ ਨੇ ਆਖਰੀ ਮੁਗਲ ਬਾਦਸ਼ਾਹ ਨੇ ਕਿਹਾ ਮੇਰਾ ਹੁਕਮ ਨਾ ਹੁਣ ਮਤਲਬ ਲਾਲ ਕਿਲੇ ਤੋਂ ਪਾਲਮ ਅੱਡੇ ਤੱਕ ਹੀ ਆਉਂਦਾ, ਇੱਥੋਂ ਤੱਕ ਪਾਲਮ ਤੱਕ ਹੀ ਆਉਂਦਾ। ਸੋ ਇਸ ਕਰਕੇ ਚੀਜ਼ਾਂ ਨੂੰ ਇਹ ਸਮਝਣ ਦਾ ਜਿਹੜਾ ਮੌਕਾ ਨਾ ਇਹ ਮਾਰਕਸਵਾਦ ਤੋਂ ਬਿਨਾਂ ਨਹੀਂ ਮਿਲਦਾ, ਨਹੀਂ ਤੇ ਐਂ ਸਮਝਦਾ, ਨਹੀਂ ਤੇ ਆਪਣੇ ਆਪ ਲੇਖਕ ਇਸ ਗੁੰਝਲ 'ਚ ਹੀ ਫਸ ਜਾਏਗਾ, ਉਹ ਸਮਝ ਹੀ ਨਹੀਂ ਸਕੇਗਾ। ਸੋ ਰਚਨਾਈ ਸਮਾਜਿਕ ਵਿਕਾਸ ਦੇ ਬਾਹਰਮੁਖੀ ਨਿਯਮਾਂ ਦੀ ਸਮਝ ਆਉਣ ਨਾਲ ਹੀ ਨਵੀਂ ਕਲਾ ਅਰਥਾਤ ਸਮਾਜਵਾਦੀ ਯਥਾਰਥਵਾਦ ਦੇ ਕਾਰਕੁਨਾਂ ਨੂੰ ਪਹਿਲੀ ਵਾਰ ਮੌਕਾ ਮਿਲਿਆ ਕਿ ਮਨੁੱਖੀ ਸਮਾਜ ਦੇ ਅਗਾਂਹ ਵਧੂ ਵਿਕਾਸ ਦੇ ਤਰੀਕਿਆਂ ਦਾ, ਪ੍ਰਗਤੀ ਦੇ ਤਰੀਕਿਆਂ ਦਾ ਚਰਨਾਈ ਰੂਪ ਵਿੱਚ ਉਘਾੜ ਕਰ ਸਕਣ। ਇਸ ਸਮਝ ਤੋਂ ਉਹਨਾਂ ਨੂੰ ਵੱਖ-ਵੱਖ ਪ੍ਰਕਾਰ ਦੇ ਜੀਵਨ ਲਈ ਢੁਕਵੇਂ ਨਵੇਂ ਸਮਾਜਿਕ ਸੌਂਦਰਯ ਆਦਰਸ਼ਾਂ ਦਾ ਸਾਕਾਰ ਰੂਪ ਪ੍ਰਾਪਤ ਹੋਇਆ। ਕਲਾ ਦੀ ਸਮਾਜਵਾਦੀ ਯਥਾਰਥਵਾਦੀ ਕਲਾ ਦੀ ਆਮਦ ਨਾਲ ਕਲਾ ਦੀ ਸੰਗਿਆਨੀ ਮਹੱਤਤਾ ਵਧੀ ਹੈ। ਰਚਨਾਈ ਬੁੱਧੀਜੀਵੀ ਵਰਗ ਦੀ ਵਿਚਾਰਧਾਰਕ ਅਤੇ ਰਾਜਨੀਤਿਕ ਪੁਖਤਗੀ ਅਤੇ ਉਸ ਦੀ ਆਪਣੇ ਮੈਂਬਰਾਂ ਦੀਆਂ ਕਿਰਤਾਂ ਦੇ ਸਾਰ ਤੱਤ ਅਤੇ ਉਹਨਾਂ ਦੀ ਵਿਚਾਰਧਾਰਕ ਅਤੇ ਕਲਾਵਾਦੀ ਕਦਰ ਪ੍ਰਤੀ ਜ਼ਿੰਮੇਵਾਰੀ ਦੀ ਚੇਤਨਤਾ ਨੇ ਜ਼ਿੰਦਗੀ ਦੇ ਵਰਤਾਰਿਆਂ ਅਤੇ ਰਚਨਾਤਮਕਤਾ ਦੀ ਮਨੁੱਖਵਾਦੀ ਮਹੱਤਵਪੂਰਨ ਦੀ ਵਿਸ਼ਾਲ ਪੇਸ਼ਕਾਰੀ ਨੂੰ ਅੱਗੇ ਵਧਾਇਆ ਹੈ, ਕਿਉਂਕਿ ਕਲਾ ਅੰਦਰਲਾ ਅੰਤਰਮੁਖੀ ਅਨਸਰ ਅਨੁਸਾਰ ਕਲਾਕਾਰ ਦੀ ਨਿੱਜੀ ਚੇਤਨਤਾ ਦੁਆਰਾ ਬਾਹਰਮੁਖੀ ਅਸਲੀਅਤ ਦਾ ਕੀਤਾ ਪ੍ਰਗਟਾਵਾ ਹੀ ਹੁੰਦਾ ਹੈ ਅਤੇ ਕਲਾਕਾਰ ਦੀ ਚੇਤਨਤਾ ਉਸ ਦੀ ਸੰਸਾਰ ਦ੍ਰਿਸ਼ਟੀ ਤੋਂ ਨਿਸ਼ਚਿਤ ਹੋਈ ਹੁੰਦੀ ਹੈ। ਇਸ ਲਈ ਇਹ ਸੁਭਾਵਿਕ ਹੀ ਹੈ ਕਿ ਮਾਰਕਸਵਾਦੀ ਕਲਾਕਾਰ ਦੀ ਸੰਸਾਰ ਦ੍ਰਿਸ਼ਟੀ ਦੀਆਂ ਨਿਰੋਲ ਵਿਗਿਆਨਕ ਲੀਹਾਂ ਦਾ ਉਹਨਾਂ ਦੀ ਰਚਨਾਤਮਕਤਾ ਉੱਪਰ ਅਤੇ ਸਮਾਜਵਾਦੀ ਯਥਾਰਥਵਾਦੀ ਕਲਾ ਦੀਆਂ ਕਿਰਤਾਂ ਦੇ ਖਾਸੇ ਉੱਪਰ ਭਾਰੀ ਪ੍ਰਭਾਵ ਪੈਂਦਾ ਹੈ। ਕਲਾ ਕਿਰਤਾਂ ਵਿੱਚ ਅੰਤਰਮੁਖੀ ਢੁੱਡਮਾਰਤਾ ਦੀਆਂ ਪੈੜਾਂ ਮਿਟ ਜਾਂਦੀਆਂ ਹਨ। ਕਲਾ ਅੰਦਰ ਅਸਲੀਅਤ ਦੀ ਬਾਹਰਮੁਖਤਾ ਅਤੇ ਉਸ ਦੇ ਚਿਤਰਨ ਦਾ ਸਹੀ ਪੁਣਾ ਦੋਵੇਂ ਵੱਧ ਜਾਂਦੇ ਹਨ ਅਤੇ ਕਲਾ ਕਿਰਤਾਂ ਦੀ ਬਾਹਰਮੁਖੀ ਸਮੂਹ ਮਹੱਤਤਾ ਵੀ ਵੱਧ ਜਾਂਦੀ ਹੈ।
ਪਰ ਇਹ ਸਭ ਹੁੰਦਿਆਂ ਵੀ ਕਲਾ ਸਮਾਜਿਕ ਚੇਤਨਤਾ ਦੇ ਇੱਕ ਵਿਸ਼ੇਸ਼ ਰੂਪ ਦੇ ਤੌਰ ਤੇ ਆਪਣੀ ਖਾਸ ਪ੍ਰਕਿਰਤੀ ਨੂੰ ਖੋਂਦੀ ਹੈ। ਅਵਸ਼ ਹੀ ਇਸ ਸਮਾਜਿਕ ਚੇਤਨਤਾ ਦਾ ਆਧਾਰ ਇੱਕ ਨਿਸ਼ਚਿਤ ਸਮਾਜਿਕ ਅਤੇ ਸੌਂਦਰਈ ਆਦਰਸ਼ ਦੇ ਦ੍ਰਿਸ਼ਟੀਕੋਣ ਤੋਂ ਅਸਲੀਅਤ ਦਾ ਹੋਇਆ ਗ੍ਰਾਫਿਕੀ ਚਿਤਰਣ ਹੀ ਹੁੰਦਾ ਹੈ ਅਤੇ ਚਿਤਰਣ ਦੀ ਦਰੁਸਤੀ ਕੁਦਰਤੀ ਤੌਰ ਤੇ ਕਲਾਕਾਰ ਦੀ ਰਚਨਾਈ ਸੰਭਾਵਨਾ ਨੂੰ ਨਹੀਂ ਘਟਾਉਂਦੀ। ਇਸ ਦਾ ਕਾਰਨ ਇਹ ਹੈ ਕਿ ਅਸਲ ਸੰਸਾਰ ਆਪਣੇ ਵਿਕਾਸ ਵਿੱਚ ਅਤੇ ਜੀਵਨ ਵਰਤਾਰਿਆਂ ਦੀ ਬੇਪਨਾਹ ਭਿੰਨਤਾ ਕਾਰਨ ਕਲਾਵਾਦੀ ਸਰਗਰਮੀ ਲਈ ਅਮੁੱਕ ਸਮੱਗਰੀ ਮੁਹੱਈਆ ਕਰਦਾ ਰਹਿੰਦਾ ਹੈ ਅਤੇ ਰਚਨਾਈ ਪ੍ਰੇਰਨਾ ਦਾ ਇੱਕ ਕਦੇ ਨਾ ਮੁੱਕਣ ਵਾਲਾ ਸੋਮਾ ਬਣਿਆ ਰਹਿੰਦਾ ਹੈ। ਸਮਾਜਵਾਦੀ ਯਥਾਰਥਵਾਦੀ ਕਲਾ ਦਾ ਖਾਸਾ ਇਸ ਮਾਰਕਸੀ ਸੰਕਲਪ ਤੋਂ ਬੇਹੱਦ ਪ੍ਰਭਾਵਿਤ ਹੋਇਆ ਹੈ ਕਿ ਮਨੁੱਖ ਸਭ ਤੋਂ ਪਹਿਲਾਂ ਇੱਕ ਸਮਾਜਿਕ ਪ੍ਰਾਣੀ ਹੈ। ਨਤੀਜੇ ਵਜੋਂ ਸਮਾਜਵਾਦੀ ਕਲਾ ਜਿਹੜੀ ਅਸਲੀਅਤ ਨੂੰ ਪ੍ਰਮਾਣਿਤ ਰੂਪ ਵਿੱਚ ਚਿਤਰਤ ਕਰਦੀ ਹੈ, ਨਿੱਜੀ ਅਤੇ ਸਮਾਜਿਕ ਵਿਰੋਧ ਵਿਕਾਸੀ ਇੱਕੇ ਅੰਦਰ ਅੰਤਰ ਕਾਰਜ ਕਰਦੇ ਹਨ। ਕਲਾਕ੍ਰਿਤਾਂ ਅੰਦਰ ਸਮਾਜ ਅਤੇ ਵਿਅਕਤੀ ਦੋਵੇਂ ਆਪਣੇ ਵਿਕਾਸ ਅਮਲ ਵਿੱਚ ਉਜਾਗਰ ਹੁੰਦੇ ਹਨ। ਉੱਥੇ ਉਹਨਾਂ ਦੀ ਪੂਰਨਤਾ ਦਾ ਅਸਲ ਕਮਿਊਨਿਸਟ ਸਮਾਜ ਦੀ ਉਸਾਰੀ ਅਤੇ ਇੱਕ ਸੁਰ ਵਿਕਸਤ ਸ਼ਖਸੀਅਤ ਦੀ ਢਲਾਈ ਦੇ ਸਮਾਜਿਕ ਅਤੇ ਸੌਂਦਰੀ ਆਦਰਸ਼ ਅਨੁਸਾਰ ਪੂਰਾ ਹੁੰਦਾ ਹੈ। ਸਮਾਜਵਾਦੀ ਯਥਾਰਥਵਾਦ ਜੀਵਨ ਅਤੇ ਕਲਾ ਅੰਦਰ ਮਨੁੱਖ ਦੇ ਸਥਾਨ ਅਤੇ ਰੋਲ ਬਾਰੇ ਆਪਣੀ ਮਾਨਸਿਕ ਪਕੜ ਅੰਦਰ ਆਧੁਨਿਕ ਬੁਰਜੂਆ ਕਲਾ ਦੇ ਉਹਨਾਂ ਰੁਝਾਨਾਂ ਦਾ ਵਿਰੋਧੀ ਹੈ ਜਿਹੜੇ ਮਨੁੱਖ ਨੂੰ ਕਿਸੇ ਸਮਾਜ ਦੇ ਵਿਰੋਧ ਵਿੱਚ ਖੜਾ ਕਰ ਦਿੰਦੇ ਹਨ, ਜਿਹੜੇ ਉਸ ਨੂੰ ਉਸ ਦੇ ਸਮਾਜਿਕ ਵਾਤਾਵਰਣ ਨੂੰ ਨਿਖੇੜ ਦਿੰਦੇ ਹਨ, ਜਿਹੜੇ ਸ਼ਖਸੀਅਤ ਨੂੰ ਜਾਂ ਤਾਂ ਇੱਕ ਕਲਪਨਾ ਦੇ ਰੂਪ ਵਿੱਚ ਪੇਸ਼ ਕਰਦੇ ਹਨ ਜਾਂ ਫਿਰ ਇੱਕ ਸ਼ੁੱਧ ਜੈਵਿਕੀ ਪ੍ਰਾਣੀ ਦੇ ਰੂਪ ਵਿੱਚ। ਇਹੋ ਉਹ ਰੁਝਾਨ ਹਨ ਜਿਹੜੇ ਮਨੁੱਖ ਨੂੰ ਸੰਪੂਰਨਤਾ ਪ੍ਰਾਪਤ ਕਰਨੋਂ ਰੋਕਦੇ ਹਨ ਅਤੇ ਉਸ ਦਾ ਇਹ ਹੱਕ ਸਵੀਕਾਰ ਨਹੀਂ ਕਰਦੇ ਕਿ ਉਹ ਅਗਾਂਹ-ਵਧੂ ਸਮਾਜਿਕ ਤਬਦੀਲੀਆਂ ਲਿਆਉਣ ਦੇ ਕਾਬਲ ਹਨ। ਸਮਾਜਵਾਦੀ ਯਥਾਰਥਵਾਦੀ ਕਲਾ ਨੂੰ ਜੋ ਨਵੇਂ ਕੰਮ ਦਰਪੇਸ਼ ਹਨ ਅਤੇ ਖੁਦ ਇਸ ਰਚਨਾਈ ਵਿਧੀ ਦੀ ਜੋ ਨਵੀਨਤਾਵਾਦੀ ਪ੍ਰਕਿਰਤੀ ਹੈ ਅਤੇ ਇਸ ਦਾ ਜੋ ਨਿਰੋਲ ਵਿਗਿਆਨਕ ਵਿਚਾਰਧਾਰਕ ਆਧਾਰ ਹੈ, ਇਹਨਾਂ ਸਭ ਨੇ ਮਿਲ ਕੇ ਸੌਂਦਰਈ ਸ਼੍ਰੇਣੀਆਂ ਬਾਰੇ ਇੱਕ ਨਵੀਂ ਪੱਧਰੀ ਅਤੇ ਵੱਧ ਡੂੰਘੀ ਸਮਝਦਾਰੀ ਨੂੰ ਜਨਮ ਦਿੱਤਾ ਹੈ। ਸੌਂਦਰਯ ਸ਼ਾਸਤਰ ਅਤੇ ਕਲਾ ਦੀਆਂ ਸਭ ਤੋਂ ਵੱਧ ਮਹੱਤਵਪੂਰਨ ਸ਼੍ਰੇਣੀਆਂ ਜਿਵੇਂ ਕਿ ਸੌਂਦਰਯ ਸ਼ਾਸਤਰ ਦੀਆਂ ਜਿਹੜੀਆਂ ਮਤਲਬ ਸ਼੍ਰੇਣੀਆਂ ਨੇ ਕੀ ਹੈ, ਸੁੰਦਰ, ਅਲੌਕਿਕ, ਦਿਖਾਊ ਤੇ ਹਸਾਊ ਆਦਿ ਸਭੇ ਸਮਾਜ ਅਤੇ ਮਨੁੱਖੀ ਸ਼ਖਸੀਅਤ ਦੇ ਵਿਕਾਸ ਦੀਆਂ ਭਵਿੱਖ ਦਿੱਖਾਂ ਨੂੰ ਝਲਕਾਉਂਦੀਆਂ ਹਨ। ਸੌਂਦਰੀ ਆਦਰਸ਼ ਦੀ ਸ਼੍ਰੇਣੀ ਦੀ ਮਹੱਤਤਾ ਬਹੁਤ ਹੀ ਉੱਚੀ ਜਾ ਚੁੱਕੀ ਹੈ। ਇਹ ਅਹਿਮ ਸੌਂਦਰੀ ਸ਼੍ਰੇਣੀ ਜਿਹੜੀ ਕਈ ਤਰੀਕਿਆਂ ਨਾਲ ਦੂਜਿਆਂ ਦਾ ਨਿਰਣਾ ਕਰਦੀ ਹੈ, ਇਹਨਾਂ ਸੁੰਦਰ ਬਾਰੇ ਸੰਪੂਰਨ ਸਮਾਜਿਕ ਬਣਤਰ ਅਤੇ ਸਾਡੇ ਯੁੱਗ ਦੇ ਅਗਾਂਹ-ਵਧੂ ਮਨੁੱਖ ਬਾਰੇ ਪ੍ਰਗਤੀਸ਼ੀਲ ਲੋਕਾਂ ਦੀ ਆਮ ਧਾਰਨਾ ਨੂੰ ਸਕਾਰ ਕੀਤਾ ਹੋਇਆ ਹੈ। ਬਹਾਦਰ ਦੀ ਸ਼੍ਰੇਣੀ ਵੀ ਅਗਲੀ ਕਤਾਰ ਵਿੱਚ ਆਈ ਹੈ। ਹਾਂਦਰੂ ਨਾਇਕ ਦੇ ਬਿੰਬ ਨੂੰ ਸਮਾਜਵਾਦੀ ਯਥਾਰਥਵਾਦੀ ਕਲਾ ਦੀਆਂ ਕਿਰਤਾਂ ਅੰਦਰ ਬਿਨਾਂ ਸ਼ੱਕ ਦੇ ਇੱਕ ਅਗਲੇਰੀ ਥਾਂ ਪ੍ਰਾਪਤ ਹੈ। ਨਵੀਂ ਸਮਾਜਿਕ ਬਣਤਰ ਦਾ ਇਹ ਨਾਇਕ ਕੋਈ ਵਿਕੋਲਿਤਰੀ ਸ਼ਖਸੀਅਤ ਨਹੀਂ ਅਤੇ ਨਾ ਹੀ ਇਹ ਬੁਰਜੂਆ ਪੌਪ ਕਲਾ ਦਾ ਕੋਈ ਪਰਮ ਮਨੁੱਖ ਹੈ। ਉਹ ਤਾਂ ਸਾਡੇ ਯੁੱਗ ਅਤੇ ਸਾਡੇ ਸਮਾਜ ਦਾ ਸਮਝਣ ਦੀ ਗੱਲ ਹੈ ਕਿ ਨਵੀਂ ਸਮਾਜਿਕ ਬਣਤਰ ਦਾ ਇਹ ਨਾਇਕ ਕੋਈ ਵਿਕੋਲਿਤਰੀ ਸ਼ਖਸੀਅਤ ਨਹੀਂ ਹੈ, ਨਾ ਹੀ ਇਹ ਬੁਰਜੂਆ ਪੌਪ ਕਲਾ ਦਾ ਕੋਈ ਪਰਮ ਮਨੁੱਖ ਹੈ। ਉਹ ਤਾਂ ਸਾਡੇ ਯੁੱਗ ਅਤੇ ਸਾਡੇ ਸਮਾਜ ਦਾ ਹੀ ਇੱਕ ਸਧਾਰਨ ਪ੍ਰਾਣੀ ਹੈ। ਇਹ ਉਹ ਮਨੁੱਖ ਹੈ ਜੋ ਆਪਣੇ ਨਿੱਜੀ ਹਿੱਤਾਂ ਨੂੰ ਵਾਰਨ ਦੀ ਸਮਰੱਥਾ ਰੱਖਦਾ ਹੈ, ਜਿਹੜਾ ਮਹਾਨ ਕਾਰਨਾਮੇ ਕਰਕੇ ਦਿਖਾ ਸਕਦਾ ਹੈ ਅਤੇ ਜਿਹੜਾ ਉੱਚ ਆਦਰਸ਼ਾਂ ਦੀ ਵੇਦੀ ਤੇ ਆਪਣੇ ਪ੍ਰਾਣਾਂ ਦੀ ਬਲੀ ਵੀ ਦੇ ਸਕਦਾ ਹੈ। ਮਾਰਕਸਵਾਦੀ ਲੈਨਨਵਾਦੀ ਸੌਂਦਰਯ ਸ਼ਾਸਤਰ ਲੱਛਣੀ ਦੀ ਸ਼੍ਰੇਣੀ ਨੂੰ ਸਮਾਜਿਕ ਵਿਕਾਸ ਦੇ ਇਤਿਹਾਸਕ ਨਿਯਮਾਂ ਅਨੁਸਾਰ ਅਜੇ ਚੰਗੂ ਚਾਲੂ ਵਰਤਾਰਿਆਂ ਤੇ ਸੰਬੰਧਾਂ ਦੇ ਕੁੱਲ ਮਕਾਨਕੀ ਜੋੜ ਦੇ ਰੂਪ ਵਿੱਚ ਨਹੀਂ ਸਮਝਦਾ, ਬਲਕਿ ਇਹ ਉਹਨਾਂ ਨੂੰ ਇੱਕ ਨਵੇਂ ਪਨਪਦੇ ਅਤੇ ਵਿਕਾਸਮਾਨ ਵਰਤਾਰੇ ਦੇ ਰੂਪ ਵਿੱਚ ਸਮਝਦਾ ਹੈ, ਜਿਸ ਦੀ ਇਤਿਹਾਸਕ ਵਿਕਾਸ ਦੇ ਅਮਲ ਦੌਰਾਨ ਲਾਜ਼ਮੀ ਜਿੱਤ ਹੋ ਕੇ ਰਹਿਣੀ ਹੈ। ਇਸ ਤਰ੍ਹਾਂ ਲੱਛਣੀ ਦੀ ਸ਼੍ਰੇਣੀ ਦੀ ਬੁਨਿਆਦੀ ਨਿਸ਼ਾਨੀ ਮਿਕਦਾਰੀ ਨਾ ਰਹਿ ਕੇ ਸਿਫਤੀ ਬਣ ਗਈ ਹੈ। ਲੱਛਣੀ ਦੀ ਇਸ ਨਵੀਂ ਸਮਝ ਤੋਂ ਹੀ ਸਮਾਜਵਾਦੀ ਯਥਾਰਥਵਾਦੀ ਕਲਾ ਅੰਦਰ ਬੀਤੇ ਦੀਆਂ ਤੇ ਪਛੜੇਪਣ ਦੀਆਂ ਰਹਿੰਦ ਖੂੰਹਦਾਂ ਦੇ ਖਿਲਾਫ ਇਸ ਦੇ ਘੋਲ ਅੰਦਰ ਅਤੇ ਦਰਸ਼ਕ ਸਰੋਤਾ ਜਾਂ ਪਾਠਕ ਅੰਦਰ ਇੱਕ ਅਗਾਂਹ-ਵਧੂ ਸੰਸਾਰ ਦ੍ਰਿਸ਼ਟੀ ਦੀ ਸਰਗਰਮ ਉਸਾਰੀ ਲਈ ਬੜੀ ਹੱਦ ਤੱਕ ਵਿਚਾਰਧਾਰਕ ਸਾਰ ਤੱਤ ਅਤੇ ਟੱਕਰਾਂ ਦੀ ਪ੍ਰਕਿਰਤੀ ਦਾ ਨਿਰਣਾ ਹੁੰਦਾ ਹੈ। ਇੱਕ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਕਿ ਕੀ ਸਮਾਜਵਾਦੀ ਯਥਾਰਥਵਾਦ ਦੀ ਮਹੱਤਤਾ ਦਾ ਖੇਤਰ ਸਮਾਜਵਾਦੀ ਸਮਾਜ ਤੱਕ ਹੀ ਸੀਮਿਤ ਨਹੀਂ, ਜਿੱਥੇ ਲੁੱਟ-ਖਸੁੱਟ ਦਾ ਫਸਤਾ ਮੁੱਕ ਜਾਂਦਾ? ਇਹ ਤੁਹਾਡਾ ਸਵਾਲ ਹੈ।
ਜਿਹੜਾ ਕੋਈ ਕਿਹਾ ਨਾ ਇੱਥੇ ਕੋਈ ਕਿਹੜੀ ਗਿਆ, ਇਹ ਸਵਾਲ ਤੁਹਾਡਾ ਅਸਲ 'ਚ ਇਹ ਆ ਵੀ ਫਿਰ ਸਮਾਜਵਾਦੀ ਸਮਾਜ 'ਚ ਉਹਦੀ ਲੋੜ ਹੈ, ਸਾਡੇ ਕੀ ਲੋੜ ਹੈ। ਇੱਕ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਕਿ ਕੀ ਸਮਾਜਵਾਦੀ ਯਥਾਰਥਵਾਦ ਦੀ ਮਹੱਤਤਾ ਦਾ ਖੇਤਰ ਸਮਾਜਵਾਦੀ ਸਮਾਜ ਤੱਕ ਹੀ ਸੀਮਿਤ ਨਹੀਂ, ਜਿੱਥੇ ਲੁੱਟ ਖਸੁੱਟ ਦਾ ਹਸਤਾ ਮੁੱਕ ਚੁੱਕਾ ਹੈ, ਜਿੱਥੇ ਮਨੁੱਖੀ ਸ਼ਖਸੀਅਤ ਦੇ ਵਿਕਾਸ ਅਤੇ ਸਮਾਜ ਵਿਵਸਥਾ ਦੇ ਪ੍ਰਫੁੱਲਣ ਦੇ ਵਿਸ਼ਾਲ ਰਾਹ ਖੁੱਲ੍ਹ ਚੁੱਕੇ ਹਨ। ਕੀ ਇਹ ਹੋ ਸਕਦਾ ਹੈ ਕਿ ਆਲੋਚਨਾਤਮਕ ਯਥਾਰਥਵਾਦ ਜਿਹੜਾ ਬੁਰਜੂਆ ਸਮਾਜਿਕ ਵਿਵਸਥਾ ਦੇ ਦੋਸ਼ਾਂ ਨੂੰ ਬੇਕਿਰਕ ਨੰਗਿਆਂ ਕਰਦਾ ਹੈ ਅਤੇ ਇਸ ਤਰ੍ਹਾਂ ਇਹ ਸਿੱਧ ਕਰ ਦਿੰਦਾ ਹੈ ਕਿ ਇਹ ਵਿਵਸਥਾ ਤਾਂ ਮਿਟ ਕੇ ਹੀ ਰਹੇਗੀ, ਮਤਲਬ ਉਹ ਇੰਨਾ ਹੀ ਸਿੱਧ ਕਰਦਾ ਮਿਟ ਕੇ ਰਹੇਗੀ, ਮਿਟਾਏਗਾ ਕੌਣ? ਇੱਧਰ ਨੂੰ ਨਹੀਂ ਜਾਂਦੀ ਆਲੋਚਨਾ, ਅਤੇ ਇਸ ਤਰ੍ਹਾਂ ਇਹ ਸਿੱਧ ਕਰ ਦਿੰਦਾ ਹੈ ਕਿ ਵਿਵਸਥਾ ਤਾਂ ਮਿਟ ਕੇ ਹੀ ਰਹੇਗੀ ਹੀ ਸਰਮਾਏਦਾਰ ਦੇਸ਼ਾਂ ਅੰਦਰ ਪ੍ਰਗਤੀਸ਼ੀਲ ਕਲਾਵਾਦੀ ਰਚਨਾਤਮਕਤਾ ਦਾ ਕੰਮ ਸਾਰ ਸਕੇ। ਇਹਨਾਂ ਦੋਵਾਂ ਪ੍ਰਸ਼ਨ ਦਾ ਉੱਤਰ ਇੱਕ ਸਾਫ਼ ਨਾ ਵਿੱਚ ਹੈ। ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ ਤੋਂ ਪਹਿਲਾਂ ਆਲੋਚਨਾਤਮਕ ਯਥਾਰਥਵਾਦੀ ਵਿਧੀ ਨੇ ਆਪਣੇ ਦਿਨਾਂ ਵਿੱਚ ਕਈ ਉੱਚ ਕਲਾਕ੍ਰਿਤਾਂ ਪੈਦਾ ਕੀਤੀਆਂ, ਜਿਨ੍ਹਾਂ ਨੇ ਮਨੁੱਖਤਾ ਦੀ ਮਹਾਨ ਸੇਵਾ ਕੀਤੀ ਅਤੇ ਅਸਲੀਅਤ ਦੇ ਵਰਤਾਰਿਆਂ ਦੀ ਮਾਨਸਿਕ ਪਕੜ ਨੂੰ ਅੱਗੇ ਵਧਾਇਆ। ਆਲੋਚਨਾਤਮਕ ਯਥਾਰਥਵਾਦੀ ਵਿਧੀ ਦਾ ਜਨਮ ਬੁਰਜੂਆ ਸਮਾਜ ਅੰਦਰ ਹੋਇਆ, ਜਿਹੜਾ ਸਮਾਜ ਟਕਰਾਊ ਜਮਾਤੀ ਵਿਰੋਧਤਾਈਆਂ ਤੇ ਆਧਾਰਿਤ ਸੀ। ਆਲੋਚਨਾਤਮਕ ਯਥਾਰਥਵਾਦੀ ਕਲਾ ਨੇ ਬੇਦਰਦੀ ਨਾਲ ਉਹਨਾਂ ਵਿਰੋਧਤਾਈਆਂ ਦਾ ਪਾਜ ਉਘਾੜਿਆ ਤੇ ਉਸਨੇ ਬੁਰਜੂਆ ਸੰਸਾਰ ਦੀਆਂ ਪਰਿਸਥਿਤੀਆਂ ਦੇ ਖਿਲਾਫ ਮਨੁੱਖ ਦੀ ਰੱਖਿਆ ਕਰਨ ਦਾ ਬੀੜਾ ਚੁੱਕਿਆ। ਜਦੋਂ ਇਹ ਵਿਰੋਧਤਾਈਆਂ ਜਿਹੜੀਆਂ ਬੁਰਜੂਆ ਸਮਾਜ ਨੂੰ ਫੀਤਾ ਕਰ ਰਹੀਆਂ ਸਨ ਹੋਰ ਵੀ ਤਿੱਖੀਆਂ ਹੁੰਦੀਆਂ ਗਈਆਂ, ਉਸੇ ਤਰ੍ਹਾਂ ਆਲੋਚਨਾਤਮਕ ਯਥਾਰਥਵਾਦੀ ਕਲਾਕ੍ਰਿਤਾਂ ਦਾ ਰੁੱਖ ਵੀ ਹੁੰਦਾ ਗਿਆ। ਉਹਨਾਂ ਦੇ ਹਾਂਦਰੂ ਨਾਇਕਾਂ ਨੇ ਲੋਟੂ ਸਮਾਜ ਦੀਆਂ ਬੇਇਨਸਾਫੀਆਂ ਦੇ ਖਿਲਾਫ, ਦਾਬੇ ਦੇ ਖਿਲਾਫ ਅਤੇ ਇਸ ਸਮਾਜ ਅੰਦਰ ਵਿਅਕਤੀਆਂ ਦੇ ਹੱਕਾਂ ਦੀ ਘਾਟ ਦੇ ਖਿਲਾਫ ਸਰਗਰਮ ਸਟੈਂਡ ਲਿਆ ਅਤੇ ਅੱਜ ਵੀ ਲੈਂਦੇ ਆ ਰਹੇ ਹਨ। ਪਰ ਫਰਕ ਇਹ ਹੈ ਕਿ ਉਹ ਨਿਆਂ ਦੇ ਠੋਸ ਪ੍ਰਗਟਾਵਿਆਂ ਦੇ ਖਿਲਾਫ ਲੜਾਈ ਤਾਂ ਲੈ ਰਹੇ ਹਨ, ਪਰ ਬਿਨਾਂ ਕਿਸੇ ਯਥਾਰਥਕ ਤੌਰ ਤੇ ਪ੍ਰਾਪਤ ਕੀਤੇ ਜਾ ਸਕਣ ਵਾਲੇ ਸਮਾਜੀ ਅਤੇ ਸੌਂਦਰੀ ਆਦਰਸ਼ਾਂ ਨੂੰ ਸਾਹਮਣੇ ਰੱਖੇ। ਆਲੋਚਨਾਤਮਕ ਯਥਾਰਥਵਾਦੀ ਕਿਰਤਾਂ ਦੇ ਨਿਰਮਾਤਾ ਨਿਆਂ ਅਤੇ ਵਿਅਕਤੀ ਦੀ ਆਜ਼ਾਦੀ ਦੇ ਅਰੂਪ ਆਦਰਸ਼ਾਂ ਨਾਲ ਹੀ ਆਪਣੇ ਆਪ ਨੂੰ ਸੰਤੁਸ਼ਟ ਕਰ ਲੈਂਦੇ ਹਨ, ਪਰ ਇਹਨਾਂ ਆਦਰਸ਼ਾਂ ਦੀ ਬੁਰਜੂਆ ਅਸਲੀਅਤ ਦੀਆਂ ਪਰਿਸਥਿਤੀਆਂ ਵਿੱਚ ਪੂਰਤੀ ਹੋ ਸਕਣਾ ਅਮਲੀ ਤੌਰ ਤੇ ਅਸੰਭਵ ਸੀ। ਆਲੋਚਨਾਤਮਕ ਯਥਾਰਥ ਵਿਧੀ ਤੋਂ ਇਸ ਦੀ ਅਹਿਮੀਅਤ ਖੁੱਸ ਗਈ ਅਤੇ ਉਸ ਦੀ ਅਗਲੇਰੀ ਥਾਂ ਸਮਾਜਵਾਦੀ ਯਥਾਰਥਕ ਵਿਧੀ ਨੇ ਲੈ ਲਈ। ਆਲੋਚਨਾਤਮਕ ਯਥਾਰਥਵਾਦ ਦੀਆਂ ਕਿਰਤਾਂ ਦਾ ਨਿਰਮਾਣ ਅਜੇ ਵੀ ਸਰਮਾਏਦਾਰ ਦੇਸ਼ਾਂ ਅੰਦਰ ਹੋ ਰਿਹਾ ਹੈ। ਇੱਕ ਹੱਦ ਤੱਕ ਬੁਰਜੂਆ ਸਮਾਜ ਦੀਆਂ ਟਕਰਾਊ ਵਿਰੋਧਤਾਈਆਂ ਦਾ ਪਗਾਜ ਅਘੇੜਨ ਦੇ ਲਾਹੇਵੰਦ ਕਾਰਜਾਂ ਨੂੰ ਪੂਰਾ ਕਰ ਰਹੀਆਂ ਹਨ। ਨਵੇਂ ਸਮਾਜਵਾਦੀ ਸਮਾਜ ਅੰਦਰ ਇਸ ਵਿਧੀ ਲਈ ਕੋਈ ਅਸਲ ਸਮਾਜੀ ਆਧਾਰ ਹੈ ਹੀ ਨਹੀਂ, ਜਿਨ੍ਹਾਂ ਦਾ ਪਾਜ ਉਘਾੜਨ ਲਈ ਆਲੋਚਨਾਤਮਕ ਯਥਾਰਥ ਵਿਧੀ ਦੀ ਸਹਾਇਤਾ ਕਰ ਸਕੇ। ਸਮਾਜਵਾਦੀ ਦੇਸ਼ਾਂ ਅੰਦਰ ਅਜਿਹੀਆਂ ਕਿਰਤਾਂ ਦੇ ਬਣਨ ਦਾ ਕੀ ਕਾਰਨ ਹੋ ਸਕਦਾ ਹੈ? ਬਸ ਇੱਕ ਹੀ, ਉਹਨਾਂ ਦੇ ਬਣਾਉਣ ਵਾਲੇ ਵਿਚਾਰਧਾਰਾ ਅਤੇ ਫਲਸਫੇ ਦੀ ਦ੍ਰਿਸ਼ਟੀ ਤੋਂ ਕਮਜ਼ੋਰ ਹੁੰਦੇ ਹਨ। ਉਹਨਾਂ ਦੀ ਸਮਾਜਵਾਦੀ ਸਮਾਜ ਦੇ ਅਗਾਂਹ ਵਧੂ ਤੱਤਸਾਰ ਨੂੰ ਸਮਝਣ ਵਾਲੀ ਬੁੱਧੀ ਦੋਸ਼ ਭਰੀ ਹੁੰਦੀ ਹੈ ਅਤੇ ਉਹਨਾਂ ਅੰਦਰ ਇਸ ਨੂੰ ਸਮਝਣ ਦੀ ਘਾਟ ਵੀ ਮੌਜੂਦ ਹੁੰਦੀ ਹੈ। ਅਜਿਹੇ ਲੋਕ ਇਸ ਸਮਾਜ ਅਤੇ ਸਰਮਾਏਦਾਰੀ ਸਮਾਜ ਵਿਚਲੇ ਤਿੱਖੇ ਫਰਕਾਂ ਨੂੰ ਸਮਝਣ ਵਿੱਚ ਅਸਫਲ ਰਹਿੰਦੇ ਹਨ। ਅਜਿਹੀਆਂ ਇੱਕ ਪੱਖੀ ਕਿਰਤਾਂ ਜਿਹੜੀਆਂ ਸਮਾਜਵਾਦੀ ਅਸਲੀਅਤ ਨੂੰ ਵਿਗਾੜਨ ਦਾ ਕਾਜ ਕਰਦੀਆਂ ਹਨ, ਉਹਨਾਂ ਨੂੰ ਸਮਾਜਵਾਦੀ ਦੇਸ਼ਾਂ ਸਰਮਾਏਦਾਰ ਦੇਸ਼ਾਂ ਅੰਦਰ ਬੜੇ ਚਾਵਾਂ ਨਾਲ ਛਾਪਿਆ ਜਾਂਦਾ ਹੈ। ਸ਼ਾਇਦ ਸਮਾਜਵਾਦੀ ਅਸਲੀਅਤ ਦਾ ਵਿਗਾੜਿਆ ਬੇਢੰਗਾ ਖਾਕਾ ਜਿਹੜਾ ਅਜਿਹੀਆਂ ਕਿਰਤਾਂ ਅੰਦਰ ਮੌਜੂਦ ਹੁੰਦਾ ਹੈ, ਬੁਰਜੂਆ ਵਿਚਾਰਧਾਰਕਾਂ ਨੂੰ ਕੁਝ ਤਸੱਲੀ ਦਿੰਦਾ ਹੈ, ਕਿਉਂਕਿ ਉਹਨਾਂ ਨੂੰ ਸਮਾਜ ਦਾ ਪਰਿਵਾਰ ਚੜ੍ਹਨਾ ਫੁੱਟੀ ਅੱਖੇ ਨਹੀਂ ਸੁਹਾਉਂਦਾ, ਜਿਸ ਤੋਂ ਕਮਿਊਨਿਜ਼ਮ ਦੀ ਉਸਾਰੀ ਸਿਰੇ ਚੜ੍ਹ ਰਹੀ ਹੁੰਦੀ ਹੈ। ਦੂਜਾ ਕਾਰਨ ਇਹ ਵੀ ਹੈ ਕਿ ਇਹ ਭਲੇ ਲੋਕ ਉਸ ਮੰਦੀ ਆਸ ਨੂੰ ਛੱਡਣ ਨੂੰ ਕਦੇ ਤਿਆਰ ਹੁੰਦੇ ਜਿਸ ਅਧੀਨ ਉਹ ਸਮਝਦੇ ਹਨ ਕਿ ਧੋਖਾ ਧੜੀਆਂ ਦੀਆਂ ਟਾਈਪਾਂ ਜਿਹੜੀਆਂ ਕਿ ਉਹਨਾਂ ਦੇ ਆਪਣੇ ਦੇਸ਼ਾਂ ਅੰਦਰ ਲੋਕਾਂ ਨੂੰ ਕਿਰਾਏ ਪਾਉਂਦੀਆਂ ਰਹਿੰਦੀਆਂ ਹਨ, ਉਹ ਵਾਸ਼ੀ ਇੱਕ ਨਵੇਂ ਸਮਾਜ ਦੇ ਨਿਰਮਾਣ ਵਿੱਚ ਲੱਗੇ ਲੋਕਾਂ ਨੂੰ ਉਸ ਰਸਤੇ ਭਟਕਾਉਣ ਦਾ ਕੁਝ ਨਾ ਕੁਝ ਕੰਮ ਜ਼ਰੂਰ ਹੀ ਕਰ ਸਕਣਗੇ। ਕਲਾ ਦੀਆਂ ਅਗਾਂਹ ਵਧੂ ਹਸਤੀਆਂ ਜਿਹੜੀਆਂ ਸਰਮਾਏਦਾਰੀ ਦੇਸ਼ਾਂ ਅੰਦਰ ਰਹਿ ਰਹੀਆਂ ਹਨ, ਦਿਨੋਂ ਦਿਨ ਸਮਾਜਵਾਦੀ ਵਿਧੀ ਦੇ ਅਗਾਂਹ ਵਧੂ ਖਾਸੇ ਅਤੇ ਆਲੋਚਨਾਤਮਕ ਯਥਾਰਥਵਾਦ ਦੀਆਂ ਇਤਿਹਾਸਕ ਸਮਾਵਾਂ ਤੋਂ ਵੱਧ ਤੋਂ ਵੱਧ ਜਾਣੂ ਹੁੰਦੀਆਂ ਜਾ ਰਹੀਆਂ ਹਨ। ਮਿਸਾਲ ਲਈ ਅੰਗਰੇਜ਼ ਲੇਖਕ ਜੇਮਜ਼ ਆਲਡਰਿਜ ਗੋਗੋਲ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆ ਕਹਿੰਦਾ ਹੈ ਕਿ ਉਹ ਪਿਛਾਖੜ ਦੇ ਪਰਖ 'ਚ ਉਡਾ ਦੇਣ ਵਾਲਾ ਬੰਦਾ ਸੀ। ਬੇਦਰਦੀ ਨਾਲ ਜੰਗਖੋਰਾਂ ਦੀ ਆਲੋਚਨਾ ਕਰਦਾ ਹੋਇਆ ਜੇਮਜ਼ ਆਲਡਰਿਜ ਕਹਿੰਦਾ ਹੈ, ਜੇਕਰ ਗੋਗੋਲ ਅੱਜ ਜਿਉਂਦਾ ਹੁੰਦਾ ਤਾਂ ਉਹ ਜੇ ਲੋਕਾਂ ਦੀ ਕੀ ਭੁਗਤਣਾ ਸਵਾਰਦਾ ਜਿਹੜੇ ਮੁਰਦਾ ਰੂਹਾਂ ਦੇ ਲਾਹੇਵੰਦੇ ਵਪਾਰ ਨਾਲ
ਮਨੁੱਖੀ ਮਸਲਿਆਂ ਨੂੰ ਚਲਾਉਣ ਦਾ ਯਤਨ ਕਰ ਰਹੇ ਹਨ। ਉਹਦੀ ਰਚਨਾ ਮੁਰਦਾ ਰੂਹਾਂ ਕਿ ਕਿਸੇ ਨੇ ਪੜ੍ਹੀ ਹੋਵੇ ਕਿ ਨਹੀਂ। ਇਸ ਸਭ ਦੀ ਭਿਆਨਕਤਾ, ਬੇਹੂਦਗੀ ਅਤੇ ਇਸ ਦੇ ਦਿਖਾਂਤ ਨੂੰ ਅਥਾਹ ਮਨੁੱਖੀ ਵਜਨਾਂ ਵਿੱਚ ਦਿਖਾਉਣ ਲਈ ਅੱਜ ਫੇਰ ਇੱਕ ਗਗੋਲ ਦੀ ਲੋੜ ਹੈ। ਗਗੋਲ ਦੀ ਪ੍ਰਤਿਭਾ ਦੀ ਮਹੱਤਤਾ ਨੂੰ ਲੋਟ ਕਰ ਲੈਣ ਪਿੱਛੋਂ, ਕਿਉਂਕਿ ਆਪਣੇ ਵੀ ਕਹਿ ਦਿੰਦੇ ਨਾ ਅੱਜ ਫੇਰ ਬਾਬਾ ਨਾਨਕ ਆਉਣ ਦੀ ਲੋੜ ਹੈ, ਫਲਾਨਾ ਚੀਜ਼ਾਂ ਹੋ ਰਹੀਆਂ। ਇਹ ਇਸ ਗੱਲ ਨੂੰ ਇੱਥੇ ਸਮਝਣ ਦੀ ਕੋਸ਼ਿਸ਼ ਕਰਿਓ। ਗਗੋਲ ਦੀ ਪ੍ਰਤਿਭਾ ਦੀ ਮਹੱਤਤਾ ਨੂੰ ਨੋਟ ਕਰ ਲੈਣ ਪਿੱਛੋਂ ਆਲਡਰਿਜ ਨਾਲ ਹੀ ਉਸ ਦੀ ਕਲਾਵਾਦੀ ਵਿਧੀ ਦੀਆਂ ਸਮਾਵਾਂ ਨੂੰ ਵੀ ਸਮਝਦਾ ਹੈ ਅਤੇ ਲਿਖਦਾ ਹੈ ਕਿ ਕਿਸੇ ਗਗੋਲ ਨੂੰ ਅੱਜ ਆਪਣੇ ਲੋਕਾਂ ਦੇ ਸੁੰਦਰ ਭਵਿੱਖ ਦਾ ਰਾਹ ਵੇਖਣ ਨੂੰ ਬਹੁਤੀ ਕਠਿਨਾਈ ਨਾ ਹੁੰਦੀ। ਅੱਜ ਉਸ ਨੂੰ ਮੁਕਤੀ ਦਾ ਰਾਹ ਸਾਫ਼ ਅਤੇ ਅਡੋਲ ਅਤੇ ਬਿਨਾਂ ਬਦਲਦਾ ਨਾ ਕੇਵਲ ਆਪਣੇ ਨਿੱਜੀ ਦੇਸ਼ ਦੀ ਮਿਸਾਲ ਤੋਂ ਹੀ ਦਿਸ ਪੈਣਾ ਸੀ, ਬਲਕਿ ਉਹਨੇ ਸਾਰਿਆਂ ਦੇਸ਼ਾਂ ਦੀਆਂ ਮਿਸਾਲਾਂ ਤੋਂ ਵੀ, ਜਿੱਥੇ ਹਰ ਦਿਨ ਹੋਰ ਤੇ ਹਰ ਰੂਹ ਉਸ ਸੰਖਿਆ ਵਿੱਚ ਜੁੜਦੀ ਰਹਿੰਦੀ ਹੈ ਜਿਹੜੀ ਜੰਗ ਦੇ ਦਲਾਲਾਂ ਦੇ ਸਿਰ ਤੇ ਸਿਹਰਾ ਬੰਨ੍ਹਣ ਲਈ ਮੁਰਦਾ ਰੂਹਾਂ ਬਣਨ ਤੋਂ ਇਨਕਾਰ ਕਰਦੀਆਂ ਹਨ। ਇਹ ਵੀ ਸੱਚ ਹੈ ਕਿ ਸਰਮਾਏਦਾਰ ਦੇਸ਼ਾਂ ਅੰਦਰ ਸਮਾਲੋਚਕੀ ਯਥਾਰਥਵਾਦੀ, ਆਲੋਚਨਾਤਮਕ ਯਥਾਰਥਵਾਦੀ ਵਿਧੀ ਤੱਕ ਨੂੰ ਵੀ ਹੱਲਾਸ਼ੇਰੀ ਨਹੀਂ ਮਿਲਦੀ। ਉਸ ਨੂੰ ਜੇ ਸਹਿਣ ਵੀ ਕੀਤਾ ਜਾ ਰਿਹਾ ਹੈ ਅੱਜ ਦੇ ਦੌਰ ਵਿੱਚ, ਤਾਂ ਇਹ ਕਹਿ ਕੇ ਹੋਰ ਕੋਈ ਚਾਰਾ ਨਹੀਂ ਹੈ। ਨਾਲ ਹੀ ਇਹ ਕਰਨਾ ਇਸ ਗੱਲ ਦਾ ਸੰਕੇਤ ਵੀ ਹੈ ਕਿ ਬੁਰਜੂਆ ਸਮਾਜ ਨੂੰ ਇਸ ਤੋਂ ਕੋਈ ਫੌਰੀ ਖਤਰਾ ਵੀ ਨਹੀਂ ਹੈ। ਪਿਛਾਖੜੀ ਪ੍ਰਚਾਰ ਦਾ ਸਾਰਾ ਗੁੱਸਾ, ਉਸ ਦੀ ਸਾਰੀ ਤਿੱਖ ਸਮਾਜਵਾਦੀ ਯਥਾਰਥਵਾਦ ਦੇ ਖਿਲਾਫ ਸਿੱਧੀ ਹੋਈ ਹੈ। ਇਹ ਪ੍ਰਚਾਰ ਸਮਾਜਵਾਦੀ ਯਥਾਰਥਵਾਦ ਨੂੰ ਇਸ ਲਈ ਬਦਨਾਮ ਕਰਨ ਦਾ ਯਤਨ ਕਰਦਾ ਹੈ ਕਿਉਂਕਿ ਇਸ ਤੋਂ ਕਲਾ ਨੂੰ ਸਰਗਰਮ ਸਮਾਜਿਕ ਪ੍ਰਭਾਵ ਦੇ ਸਭ ਤੋਂ ਵੱਧ ਵਿਸ਼ਾਲ ਖੇਤਰ ਮਿਲਦੇ ਹਨ। ਇਹ ਅਗਾਂਹ ਵਧੂ ਵਿਚਾਰਾਂ ਅਤੇ ਆਦਰਸ਼ਾਂ ਨੂੰ ਉਸਾਰਨ ਦਾ ਇੱਕ ਪ੍ਰਭਾਵਸ਼ਾਲੀ ਸਾਧਨ ਬਣਦਾ ਹੈ। ਇਹ ਕਲਾ ਦੇ ਮਾਧਿਅਮ ਰਾਹੀਂ ਇੱਕ ਸਰਵੰਗੀ ਪ੍ਰਫੁੱਲਤ ਸ਼ਖਸੀਅਤ ਨੂੰ ਢਾਲਣ ਵਿੱਚ ਸਹਾਈ ਹੁੰਦਾ ਹੈ ਅਤੇ ਹਰ ਵਿਅਕਤੀ ਨੂੰ ਇੱਕ ਨਵੇਂ ਸਮਾਜ, ਸਭ ਤੋਂ ਵੱਧ ਅਗਾਂਹ ਵਧੂ ਮਨੁੱਖੀ ਸਮਾਜ ਭਾਵ ਕਮਿਊਨਿਸਟ ਸਮਾਜ ਦੀ ਉਸਾਰੀ ਲਈ ਸਰਗਰਮ ਜੁਝਾਰ ਵਿੱਚ ਬਦਲਣ ਦਾ ਯਤਨ ਕਰਦਾ ਹੈ। ਸਮਾਜਵਾਦੀ ਯਥਾਰਥਵਾਦ ਜਿੱਥੇ ਕਲਾਕਾਰਾਂ ਲਈ ਵਿਸ਼ਾਲ ਅਤੇ ਸੱਚਮੁੱਚ ਸਹੀ ਅਣਗਿਣਤ ਰਚਨਾਈ ਸੁਭਾਵਨਾਵਾਂ ਮੁਹੱਈਆ ਕਰਦਾ ਹੈ, ਉੱਥੇ ਹੀ ਉਹ ਉਹਨਾਂ ਉੱਪਰ ਭਾਰੀ ਜ਼ਿੰਮੇਵਾਰੀ ਵੀ ਪਾਉਂਦਾ ਹੈ ਤੇ ਉਹਨਾਂ ਪਾਸੋਂ ਚੰਗੀਆਂ ਆਸਾਂ ਵੀ ਕਰਦਾ ਹੈ। ਕਲਾਕਾਰਤਾ ਅੰਦਰ ਅਸਲੀਅਤ ਦੀ, ਇਸ ਦੇ ਵਿਰੋਧ ਵਿਕਾਸ ਅੰਦਰ ਸਹੀ ਤਸਵੀਰ ਤਾਂ ਹੀ ਉਤਾਰੀ ਜਾ ਸਕਦੀ ਹੈ ਜੇਕਰ ਕਲਾਕਾਰ ਸਮਾਜਿਕ ਪ੍ਰਗਤੀ ਦੇ ਨਿਯਮਾਂ ਦੀ ਮਾਰਕਸੀ ਲੈਨਿਨੀ ਵਿਗਿਆਨਕ ਸਮਝ ਤੋਂ ਭਲੀ ਭਾਂਤ ਲੈਸ ਹੋਣਗੇ। ਇਸ ਕਾਰਨ ਸਮਾਜਵਾਦੀ ਕਲਾਕਾਰਾਂ ਲਈ ਇਹ ਲਾਜ਼ਮੀ ਹੈ ਕਿ ਉਹ ਜ਼ਿੰਦਗੀ ਦੇ ਵਰਤਾਰਿਆਂ ਨੂੰ ਭਲੀ ਭਾਂਤ ਸਮਝਣ ਅਤੇ ਉਹਨਾਂ ਦੀ ਪੁਣਛਾਣ ਕਰਨ ਦੀ ਮਾਰਕਸੀ ਲੈਨਿਨੀ ਤਰੀਕਾਕਾਰੀ ਵਿੱਚ ਆਪਣੇ ਆਪ ਨੂੰ ਨਿਪੁੰਨ ਬਣਾਉਣ। ਲੈਨਿਨ ਨੇ ਜਦੋਂ ਇਹ ਲਿਖਿਆ ਸੀ ਕਿ ਜੇਕਰ ਅਸੀਂ ਕਿਸੇ ਮੁੱਦੇ ਦਾ ਸੱਚਾ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਇਸ ਦੇ ਸਾਰੇ ਚਿਹਰੇ ਮੋਹਰਿਆਂ, ਇਸ ਦੇ ਸਾਰੇ ਸਬੰਧਾਂ ਅਤੇ ਵਿਚੋਲਗਿਰੀਆਂ ਦਾ ਨਿਰੀਖਣ ਕਰਨਾ ਤੇ ਉਹਨਾਂ ਦੀ ਪੂਰੀ ਪੜਤਾਲ ਕਰਨੀ ਹੋਵੇਗੀ। ਇਹ ਅਜਿਹੀ ਚੀਜ਼ ਹੈ ਜਿਸ ਦੀ ਪੂਰਨ ਪ੍ਰਾਪਤੀ ਦੀ ਸਾਨੂੰ ਕਦੇ ਆਸ ਨਹੀਂ ਕਰਨੀ ਚਾਹੀਦੀ, ਪਰ ਸਰਵਪੱਖੀ ਸਮਝ ਪ੍ਰਾਪਤ ਕਰਨ ਦਾ ਜੋ ਨਿਯਮ ਹੈ ਉਹ ਭੁੱਲਾਂ ਅਤੇ ਕੱਟੜਤਾ ਤੋਂ ਬਚਾਉਣ ਵਿੱਚ ਸਹਾਈ ਹੁੰਦਾ ਰਹਿੰਦਾ ਹੈ। ਸਮਾਜਵਾਦੀ ਯਥਾਰਥਵਾਦੀ ਕਲਾਕਾਰ ਉਦੋਂ ਹੀ ਆਮ ਮਹੱਤਤਾ ਤੇ ਹਿੱਤ ਦੀਆਂ ਕਰਤਾਂ ਸਾਰ ਨੂੰ ਸਮਰੱਥ ਹੋ ਸਕਦੇ ਹਨ ਜਦੋਂ ਉਹਨਾਂ ਨੇ ਅਸਲੀਅਤ ਦੇ ਵਿਰੋਧ ਵਿਕਾਸੀ ਸੰਗਿਆਨ ਦੇ ਮਾਰਕਸੀ ਲੈਨਿਨੀ ਅਸੂਲਾਂ ਉੱਪਰ ਰਚਨਾਈ ਨਿਪੁੰਨਤਾ ਪ੍ਰਾਪਤ ਕਰ ਲਈ ਹੁੰਦੀ ਹੈ। ਜੇ ਕੋਈ ਕਲਾਕਾਰ ਭਾਵੇਂ ਉਹ ਕਿੰਨੀਆਂ ਹੀ ਕਲਾਵਾਦੀ ਯੋਗਤਾਵਾਂ ਦਾ ਮਾਲਕ ਹੀ ਕਿਉਂ ਨਾ ਹੋਵੇ, ਜੇ ਉਸ ਨੂੰ ਅਸਲੀਅਤ ਸੰਗਿਆਉਣ ਦੇ ਵਿਗਿਆਨ ਤਰੀਕੇ ਉੱਪਰ ਨਿਪੁੰਨਤਾ ਪ੍ਰਾਪਤ ਨਹੀਂ ਅਤੇ ਉਸ ਦੀ ਕੁੱਲ ਟੇਕ ਅੰਦਰਲੀ ਉਮੰਗ ਅਤੇ ਤੁਰਤ ਦੇ ਅੰਦਰਲੇ ਚਾਨਣ ਉੱਪਰ ਹੀ ਲੱਗੀ ਹੋਈ ਹੈ, ਉਹ ਜ਼ਰੂਰ ਹੀ ਆਪਣੀਆਂ ਰਚਨਾਈ ਖੂਬੀਆਂ ਨੂੰ ਸੀਮਿਤ ਕਰਨ ਦਾ ਦੋਸ਼ੀ ਹੁੰਦਾ ਹੈ। ਜੇਕਰ ਕਿਸੇ ਕਲਾਕਾਰ ਨੇ ਸਮਾਜਵਾਦੀ ਯਥਾਰਥਵਾਦ ਦੀ ਵਿਧੀ ਦਾ ਸਫਲਤਾਪੂਰਵਕ ਪਾਲਨ ਕਰਨਾ ਹੈ ਤਾਂ ਉਸ ਨੂੰ ਅਵਸ਼ੀ ਇੱਕ ਅਗਾਂਹ ਵਧੂ ਸੰਸਾਰ ਦ੍ਰਿਸ਼ਟੀ ਨੂੰ ਗ੍ਰਹਿਣ ਕਰਨਾ ਹੋਵੇਗਾ ਅਤੇ ਅਵਸ਼ੀ ਅਗਾਂਹ ਵਧੂ ਜਮਾਤ ਦੇ ਨਜ਼ਰੀਏ ਦਾ ਭਾਈਵਾਲ ਬਣਨਾ ਪਵੇਗਾ। ਉਸ ਦਾ ਕਮਿਊਨਿਸਟ ਆਦਰਸ਼ਾਂ ਨੂੰ ਪ੍ਰਾਪਤ ਕਰਨ ਦੀ ਸੰਭਾਵਨਾਵਾਂ ਅਤੇ ਲੋੜ ਉੱਤੇ ਪੂਰਾ ਵਿਸ਼ਵਾਸ ਹੋਵੇਗਾ ਅਤੇ ਉਸ ਨੂੰ ਇਹ ਯਕੀਨ ਰੱਖਣਾ ਹੋਵੇਗਾ ਕਿ ਇਹਨਾਂ ਆਦਰਸ਼ਾਂ ਦੀ ਸਾਰੇ ਸੰਸਾਰ ਉੱਪਰ ਜਿੱਤ ਅੰਤ ਨੂੰ ਹੋ ਕੇ ਰਹਿਣੀ ਹੈ, ਕਿਉਂਕਿ ਉਹ ਜਾਣਦਾ ਹੈ ਕਿ ਇਹ ਆਦਰਸ਼ ਸਾਰੇ ਦੇਸ਼ਾਂ ਦੇ, ਸਾਰੇ ਮਹਾਂਦੀਪਾਂ ਦੇ 31 ਲੋਕਾਂ ਦੇ ਹਿੱਤਾਂ ਨੂੰ ਪ੍ਰਗਟ ਕਰਦੇ ਹਨ। ਕਿਉਂਕਿ ਸਮਾਜਵਾਦੀ ਯਥਾਰਥਵਾਦ ਮਹਾਨ ਸੌਂਦਰੀ ਆਦਰਸ਼ਾਂ ਦੀ ਸਾਕਾਰਤਾ ਨੂੰ ਆਪਣਾ ਤੇਸ਼ ਬਣਾਉਂਦਾ ਹੈ ਅਤੇ ਕਿਉਂਕਿ ਉਹ ਕਲਾਕਾਰ ਦੇ ਸਾਹਮਣੇ ਮਹਾਨ ਮਾਤਾ ਦੇ ਮਸਲੇ ਲਿਆ ਕੇ ਰੱਖਦਾ ਹੈ, ਇਸੇ ਲਈ ਉਹ ਕਲਾਕਾਰ ਪਾਸੋਂ ਪੂਰਨਤਾ ਤੇ ਪੂਰੀ ਪੁਖਤਗੀ ਦੀ ਮੰਗ ਕਰਦਾ ਹੈ। ਸਮਾਜਵਾਦੀ ਯਥਾਰਥ ਵਿਧੀ ਭਾਵੇਂ ਕਲਾਵਾਦੀ ਯੋਗਤਾਵਾਂ ਨੂੰ ਵਧਾਉਣ ਅਤੇ ਪ੍ਰਗਟਾਉਣ ਦੇ ਸਾਧਨਾਂ ਨੂੰ ਡਿੰਗਾਉਣ ਦਾ ਕੰਮ ਕਰਦੀ ਹੈ, ਪਰ ਇਹ ਕਦੇ ਵੀ
ਦਾ ਥਾਂ ਨਹੀਂ ਲੈਂਦੀ ਤੇ ਨਾ ਹੀ ਇਸ ਦੀ ਘਾਟ ਨੂੰ ਪੂਰਾ ਕਰਨ ਦਾ ਕੰਮ ਕਰਦੀ ਹੈ। ਇਹ ਇੱਕ ਅੰਤਾਂ ਦੀ ਗੁੰਝਲਦਾਰ ਤੇ ਭਾਰੂ ਵਿਧੀ ਹੈ ਜਿਹੜੀ ਕਲਾ ਪੂਰਨਤਾ ਦੀ ਪੂਰਨਤਾ ਨੂੰ ਨਹੀਂ ਪਹੁੰਚਦੀ। ਇਹ ਇੱਕ ਅੰਤਾਂ ਦੀ ਗੁੰਝਲਦਾਰ ਤੇ ਭਾਰੂ ਵਿਧੀ ਹੈ ਜਿਹੜੀ ਕਲਾਕਾਰ ਵੱਲੋਂ ਵਿਚਾਰ ਦੀ ਸੁਤੰਤਰਤਾ ਦੀ ਮੰਗ ਕਰਦੀ ਹੈ। ਇਹ ਕਲਾਕਾਰ ਨੂੰ ਮਜਬੂਰ ਕਰਦੀ ਹੈ ਕਿ ਉਹ ਸਿਰਜਣਾ ਦੀਆਂ ਆਪਣੀਆਂ ਪੂਰੀਆਂ ਸ਼ਕਤੀਆਂ ਨੂੰ ਕੰਮ ਵਿੱਚ ਲਿਆਵੇ, ਰਚਨਾਤਮਕਤਾ ਦਾ ਇੱਕ ਜ਼ੋਰਦਾਰ ਅਤੇ ਠੱਲ ਪਾਊ ਸੋਮਾ ਵਗਾ ਦੇਵੇ। ਕਲਾ ਦੀਆਂ ਆਦਮ ਕਿਰਤਾਂ ਜਿਹੜੀਆਂ ਘੜੀ ਕਢਾਈ ਸਕੀਮ ਦੇ ਅਨੁਸਾਰ ਤਿਆਰ ਕੀਤੀਆਂ ਗਈਆਂ ਹੁੰਦੀਆਂ ਹਨ ਅਤੇ ਉਹਨਾਂ ਦੀ ਉਸਾਰੀ ਵਿੱਚ ਕਲਾਕਾਰ ਦੇ ਸੁਤੰਤਰ ਵਿਚਾਰ ਦਾ ਕੋਈ ਹੱਥ ਨਹੀਂ ਹੁੰਦਾ। ਇਸ ਕਰਕੇ ਉਹ ਇੰਨੀਆਂ ਸਧਾਰਨ ਪ੍ਰਤੀਤ ਹੁੰਦੀਆਂ ਹਨ ਕਿਉਂਕਿ ਸਮਾਜਵਾਦੀ ਯਥਾਰਥਵਾਦੀ ਕਲਾ ਅੰਦਰ ਜੋ ਭਾਰੂ ਆਦਰਸ਼ ਵਿਦਮਾਨ ਰਹਿੰਦੇ ਹਨ ਉਹ ਕਿਸੇ ਪੱਖੋਂ ਵੀ ਉਹਨਾਂ ਦੇ ਲਾਗੇ ਨਹੀਂ ਲੱਗੇ ਹੁੰਦੇ। ਅਜਿਹੀਆਂ ਕਿਰਤਾਂ ਕਲਾਕਾਰ ਨੂੰ ਬਦਨਾਮੀ ਹੀ ਲਿਆਉਂਦੀਆਂ ਹਨ ਪਰ ਉਸ ਵਿਧੀ ਨੂੰ ਨਹੀਂ ਜਿਸ ਵਿੱਚ ਉਹ ਕੁਸ਼ਲਤਾ ਨਹੀਂ ਪ੍ਰਾਪਤ ਕਰ ਸਕਿਆ ਜਾਂ ਜਿਸ ਵਿੱਚ ਉਸ ਦਾ ਮਨ ਨਹੀਂ ਖੁੱਭਿਆ। ਕਲਾ ਇੱਕ ਭਾਰੂ ਸਾਰ ਤੱਤ ਅਤੇ ਸੰਪੂਰਨ ਰੂਪ ਦੇ ਏਕੇ ਦੀ ਪੂਰਨ ਮੰਗ ਕਰਦੀ ਹੈ। ਕਲਾਕਾਰ ਤੋਂ ਕਰੜਾ ਬਦਲਾ ਲੈਂਦੀ ਹੈ ਜੇਕਰ ਉਹ ਇਸ ਦੇ ਵਿੱਚ ਕੋਈ ਕਸਰ ਛੱਡਦਾ ਹੈ। ਅਜੋਕੀ ਬੁਰਜੂਆ ਕਲਾਕਾਰ ਤੋਂ ਕੋਈ ਵੀ ਮੰਗ ਨਹੀਂ ਕਰਦੀ। ਇਹ ਉਹ ਕਲਾ ਹੈ ਜਿਸ ਅੰਦਰ ਕੋਈ ਡੂੰਘਾ ਸਾਰ ਤੱਤ ਮੌਜੂਦ ਨਹੀਂ, ਜਿਸ ਦਾ ਰੂਪ ਗਿਣਿਆ ਮਿਥਿਆ ਹੈ, ਜਿਸ ਵਿੱਚੋਂ ਕਿਸੇ ਕਲਾਕ੍ਰਿਤ ਦੀ ਸੰਵੇਦਨਸ਼ੀਲਤਾ ਦਾ ਲੋਪ ਹੋ ਚੁੱਕਾ ਹੈ ਅਤੇ ਜਿਸ ਨੇ ਇਸ ਦਾ ਮੁਲਾਂਕਣ ਕਰਨ ਵਾਲੀਆਂ ਬਾਹਰਮੁਖੀ ਕਸੌਟੀਆਂ ਤੋਂ ਆਪਣਾ ਪੱਲਾ ਛੁਡਾ ਲਿਆ ਹੈ। ਸਮਾਜਵਾਦੀ ਕਲਾ ਦੀ ਹੁਣ ਇਹ ਹੋ ਰਿਹਾ ਨਾ ਜਿੱਥੇ ਆਪਣੇ ਉਹ ਗੀਤ ਸੰਗੀਤ ਸਾਰਾ ਕਰਦੇ ਨੇ ਵੀ ਕੋਈ ਆਲੋਚਨਾ ਤੇ ਕਰੇ ਹੀ ਨਾ, ਹੁੰਦੇ ਨੇ ਆਪਣਾ ਖਹਿੜਾ ਹੀ ਛੁਡਾ ਲਿਆ। ਸਮਾਜਵਾਦੀ ਕਲਾ ਦੀ ਲਾਜ਼ਮੀ ਤੇ ਬੁਨਿਆਦੀ ਖੂਬੀ ਇਸ ਦਾ ਵਿਚਾਰਧਾਰਾ ਦੇ ਪੱਖੋਂ ਅਰਥ ਭਰਪੂਰ ਹੋਣਾ ਹੁੰਦਾ ਹੈ। ਸਮਾਜਵਾਦੀ ਯਥਾਰਥਵਾਦੀ ਕਲਾ ਸਭ ਤੋਂ ਵੱਧ ਅਗਾਂਹ ਵਧੂ ਵਿਚਾਰਾਂ ਨਾਲ ਭਰਪੂਰ ਹੁੰਦੀ ਹੈ ਕਿਉਂਕਿ ਉਸ ਦਾ ਪੂਰੇ ਤੌਰ ਤੇ ਵਾਹ ਵਿਚਾਰਧਾਰਾ ਦੇ ਸੰਚਾਰ ਕਰਨ ਨਾਲ ਹੁੰਦਾ ਹੈ। ਸਮਾਜਵਾਦੀ ਯਥਾਰਥਵਾਦੀ ਕਲਾ ਅਤੇ ਉਸ ਦੀ ਵਿਧੀ ਦੋਵੇਂ ਆਪਣੀ ਵਿਚਾਰਧਾਰਕ ਮਨੋਰਥ ਪੂਰਨਤਾ ਵਿੱਚ ਸਮੂਹ ਸੰਸਾਰ ਦੇ ਕਰਤੀ ਜਨ ਸਮੂਹਾਂ ਦੇ ਹਿੱਤਾਂ ਅਤੇ ਆਦਰਸ਼ਾਂ ਦੀ ਸੇਵਾ ਕਰਦੇ ਹਨ ਅਤੇ ਇਸੇ ਕਾਰਨ ਸਾਡੇ ਯੁੱਗ ਅੰਦਰ ਸਮਾਜਵਾਦੀ ਯਥਾਰਥਵਾਦ ਦੀ ਸਭ ਤੋਂ ਵੱਧ ਮਹੱਤਤਾ ਬਣੀ ਹੋਈ ਹੈ। ਕਿ ਬੁਰਜੂਆ ਸਿਧਾਂਤਕਾਰ ਹੁਣ ਕਲਾ ਅੰਦਰ ਵਿਚਾਰਧਾਰਕ ਮਨੋਰਥ ਪੂਰਨਤਾ ਦੀ ਲੋੜ ਨੂੰ ਮਹਿਸੂਸ ਕਰਨ ਲੱਗੇ ਹਨ। ਇਹ ਲੋੜ ਮਹਿਸੂਸ ਕਰਦੇ ਹਨ ਕਿ ਇਸ ਨੂੰ ਆਮ ਮਹੱਤਤਾ ਦੇ ਵਿਚਾਰਾਂ ਤੋਂ ਉਤਸ਼ਾਹਿਤ ਹੋਣਾ ਚਾਹੀਦਾ ਹੈ। ਹਾਂ, ਹੁਣ ਕੁਝ ਇਸ ਤਰ੍ਹਾਂ ਕਰ ਰਹੇ ਹਨ ਅਤੇ ਕੁਝ ਤਾਂ ਅਸਲੀਅਤ ਦੇ ਦਬਾਅ ਕਾਰਨ, ਪਰ ਸਭ ਤੋਂ ਵੱਧ ਸਮਾਜਵਾਦੀ ਅਸਲੀਅਤ ਦੇ ਅਸਰ ਅਧੀਨ ਬੁਰਜੂਆ ਸਿਧਾਂਤਕਾਰਾਂ ਨੂੰ ਇਹ ਗੱਲ ਮੰਨਣ ਤੇ ਮਜਬੂਰ ਹੋਣਾ ਪੈ ਰਿਹਾ ਹੈ। ਹੌਲੀ ਹੌਲੀ ਉਹ ਇਸ ਹਕੀਕਤ ਨੂੰ ਸਵੀਕਾਰ ਕਰਨ ਲੱਗੇ ਹਨ ਜੇਕਰ ਆਧੁਨਿਕ ਕਲਾ ਨੇ ਪ੍ਰਫੁੱਲਤ ਹੋਣਾ ਹੈ ਤਾਂ ਉਸ ਦਾ ਜ਼ਿੰਦਗੀ ਨਾਲ ਜੁੜਨਾ ਜ਼ਰੂਰੀ ਹੈ। ਉਸ ਨੂੰ ਸੇਧ ਦੇਣ ਵਾਲੀ ਉਸ ਦੀ ਕਿਸੇ ਵੱਜੀ ਵਿਚਾਰਧਾਰਾ ਦਾ ਹੋਣਾ ਜ਼ਰੂਰੀ ਹੈ। ਆਪਣੀ ਖੋਜ ਰਚਨਾ ਵਿੱਚ ਐਲਬਰਟ ਲਾਉਤੇਰਬੈਕ ਸਿੱਧਿਆਂ ਆਪਣੇ ਸਵਸਥ ਦ੍ਰਿਸ਼ਟੀਕੋਣ ਦੀ ਭਿਣਕ ਦਿੰਦਾ। ਉਸਨੇ ਲਿਖਿਆ ਕਿ ਹਰ ਸਰਗਰਮੀ ਲਈ ਜਿਸ ਵਿੱਚ ਕਲਾਵਾਦੀ ਸਰਗਰਮੀ ਵੀ ਸ਼ਾਮਲ ਹੈ ਵਿਚਾਰਧਾਰਕ ਟੇਕ ਦੀ ਲੋੜ ਪੈਂਦੀ ਹੈ ਅਤੇ ਕੋਈ ਵਾਦ ਉਦੋਂ ਹੀ ਪ੍ਰਮਾਣਿਤ ਬਣਦਾ ਹੈ ਤੇ ਜਨ ਸਮੂਹਾਂ ਦੇ ਸੰਸਾਰ ਦ੍ਰਿਸ਼ਟੀਕੋਣ ਉੱਪਰ ਹਾਵੀ ਹੁੰਦਾ ਹੈ ਜਦੋਂ ਕਿ ਉਸ ਨੂੰ ਕਿਸੇ ਵਿਚਾਰਧਾਰਾ ਦੀ ਅਖਲਾਕੀ ਮਦਦ ਅਤੇ ਰੂਹਾਨੀ ਨੀਤੀ ਸੇਧ ਮਿਲ ਚੁੱਕੀ ਹੈ, ਨਹੀਂ ਤਾਂ ਉਹ ਬੇਕਾਰ ਹੁੰਦਾ ਹੈ। ਸਮਕਾਲੀ ਉੱਚ ਵਰਗੀ ਕਲਾ ਦੀ ਜੀਵਨ ਤੋਂ ਲਾਚਾਰੀ ਅਤੇ ਬੇਗਾਨਗੀ ਇਸ ਹੱਦ ਤੱਕ ਸਪਸ਼ਟ ਹੋ ਚੁੱਕੀ ਹੈ ਕਿ ਹਰਬਰਟ ਰੀਡ ਜਿਹੜਾ ਕਿ ਮੰਨਿਆ ਪ੍ਰਮੰਨਿਆ ਅੰਗਰੇਜ਼ ਬੁਰਜੂਆ ਸੌਂਦੇ ਸ਼ਾਸਤਰੀ ਸੀ, ਉਸਨੇ ਆਪਣੀ ਮੌਤ ਤੋਂ ਥੋੜ੍ਹਾ ਪਹਿਲਾਂ ਇਸ ਨੂੰ ਸਾਫ਼-ਸਾਫ਼ ਕਬੂਲ ਕੀਤਾ। ਆਪਣੀ ਆਖਰੀ ਰਚਨਾ ਜਿਸ ਦਾ ਨਾਂ ਵੀ ਇੰਨਾ ਹੀ ਸ਼ਾਨਦਾਰ ਹੈ, ਸੱਭਿਆਚਾਰ ਨੂੰ ਸਲਾਮ, ਵਿੱਚ ਉਸਨੇ ਲਿਖਿਆ, ਮੇਰੇ ਨਜ਼ਰੀਏ ਦੀ ਗਲਤ ਪੇਸ਼ਕਾਰੀ ਜਿਸ ਦਾ ਮੈਂ ਆਪ ਵੀ ਭੂਤਕਾਲ ਵਿੱਚ ਦੋਸ਼ੀ ਰਿਹਾ ਹਾਂ, ਉਹ ਹੈ ਕਲਾ ਨੂੰ ਆਪੇ ਦਾ ਪ੍ਰਗਟਾਅ ਦੀ ਗੱਲ ਕਹਿਣਾ ਵੀ ਕਲਾ ਸਿਰਫ ਆਪੇ ਦਾ ਪ੍ਰਗਟਾਅ, ਲੋਕਾਂ ਨਾਲ ਇਹਦਾ ਕੀ ਸੰਬੰਧ ਹੈ। ਜਿਸ ਦਾ ਮੈਂ ਆਪ ਵੀ ਭੂਤਕਾਲ ਵਿੱਚ ਦੋਸ਼ੀ ਰਿਹਾ, ਉਹ ਹੈ ਕਲਾ ਨੂੰ ਆਪੇ ਦਾ ਪ੍ਰਗਟਾਅ ਦੀ ਗੱਲ ਕਹਿਣਾ। ਜੇਕਰ ਹਰ ਕਲਾਕਾਰ ਕੇਵਲ ਆਪਣੇ ਆਪੇ ਦੀ ਵਿਲੱਖਣਤਾ ਅਤੇ ਉਸ ਦੇ ਅਨੋਖੇਪਣ ਦੀ ਹੀ ਗੱਲ ਕਰਦਾ ਹੈ ਤਾਂ ਕਲਾ ਨੂੰ ਖੰਡਾਊ ਅਤੇ ਸਮਾਜ ਦੁਸ਼ਮਣ ਦਾ ਨਾਂ ਦਿੱਤਾ ਜਾਣਾ ਚਾਹੀਦਾ ਹੈ। ਹਰਬਰਟ ਰੀਡ, ਸੱਭਿਆਚਾਰ ਨੂੰ ਸਲਾਮ ਅਤੇ ਕਲਾ ਤੇ ਸਮਾਜ ਬਾਰੇ ਹੋਰ ਲੇਖ, ਲੰਡਨ 1913 ਪੰਨਾ 3। ਉਦੋਂ ਨੂੰ 10 ਵਰ੍ਹੇ ਹੋ ਚੁੱਕੇ ਹਨ ਜਦੋਂ ਬੁਰਜੂਆ ਵਿਦਵਾਨਾਂ ਨੇ ਪਹਿਲੀ ਵੇਰਾਂ ਉਸ ਸੱਚਾਈ ਦੀ ਖੋਜ ਕੱਢੀ ਜਿਸ ਨੂੰ ਮਾਰਕਸਵਾਦੀ ਚਿਰਕੇ ਸਮੇਂ ਤੋਂ ਜਾਣੂ ਸਨ। ਉਹ ਇਹ ਕਿ ਕਲਾ ਲਈ ਵਿਚਾਰਧਾਰਕ ਮਨੋਰਥ ਪੂਰਨਤਾ ਅਤੇ ਅਰਥ ਪੂਰਨਤਾ ਦੀ ਲੋੜ ਹੁੰਦੀ ਹੈ।
ਉਸ ਸਮੇਂ ਤੋਂ ਬੁਰਜੂਆ ਸੌਂਦਰੀ ਸ਼ਾਸਤਰੀ ਅਤੇ ਆਲੋਚਕ ਸਿਰ ਤੋੜ ਯਤਨ ਕਰ ਰਹੇ ਹਨ ਕਿ ਕਿਵੇਂ ਨਾ ਕਿਵੇਂ ਕਲਾ ਨੂੰ ਜੀਵਨ ਦੇ ਨੇੜੇ ਲਿਆਂਦਾ ਜਾਵੇ ਅਤੇ ਕਿ ਲੋਕਾਂ ਉੱਪਰ ਬੁਰਜੂਆ ਕਲਾ ਦੇ ਪ੍ਰਭਾਵ ਨੂੰ ਵਧਾਇਆ ਜਾਏ। ਮਤਲਬ ਉਦੋਂ ਤੋਂ ਇਹ ਕਰ ਰਹੇ ਨੇ ਕਿ ਕਿਵੇਂ ਨਾ ਕਿਵੇਂ ਕਲਾ ਨੂੰ ਜੀਵਨ ਦੇ ਨੇੜੇ ਲਿਆਂਦਾ ਜਾਵੇ ਅਤੇ ਕਿ ਲੋਕਾਂ ਉੱਪਰ ਬੁਰਜੂਆ ਕਲਾ ਦੇ ਪ੍ਰਭਾਵ ਨੂੰ ਵਧਾਇਆ ਜਾਵੇ। ਪਰ ਸੱਚੀ ਪ੍ਰਗਤੀ ਪ੍ਰਤੀ ਉਹਨਾਂ ਦਾ ਡਰ, ਪ੍ਰਗਤੀਸ਼ੀਲ ਵਿਚਾਰਾਂ ਪ੍ਰਤੀ ਉਹਨਾਂ ਦੀ ਜਮਾਤੀ ਨਫ਼ਰਤ ਅਤੇ ਉਹਨਾਂ ਦੇ ਮਨ ਅੰਦਰ ਯਥਾਰਥਵਾਦੀ ਵਿਧੀ ਜਿਹੜੀ ਕਲਾਕਾਰਾਂ ਅੰਦਰ ਸਰਮਾਏਦਾਰੀ ਸਮਾਜ ਦੀਆਂ ਟਕਰਾਊ ਵਿਰੋਧਤਾਈਆਂ ਨੂੰ ਸੱਚ ਦਰਸਾਉਂਦੀ ਹੈ ਪ੍ਰਤੀ ਵਸਿਆ ਡਰ ਉਹਨਾਂ ਲਈ ਆਪਣੀ ਕਲਾ ਨੂੰ ਮੁੜ ਆਪਣੇ ਪੈਰੀ ਖੜਾ ਕਰ ਸਕਣ ਦੇ ਰਾਹ ਵਿੱਚ ਭਾਰੀ ਰੋੜੇ ਬਣੇ ਹੋਏ ਹਨ। ਭਵਿੱਖੋ ਕਲਾ ਦਾ ਹੈ ਜਿਹੜੀ ਲੋਕਾਂ ਨੂੰ ਰੂਹਾਨੀ ਤੌਰ ਤੇ ਅਮੀਰ ਬਣਾਉਂਦੀ, ਜਿਹੜੀ ਉਹਨਾਂ ਦੇ ਹਿੱਤਾਂ ਆਦਰਸ਼ਾਂ ਤੇ ਉਹਨਾਂ ਦੀਆਂ ਸੱਧਰਾਂ ਨੂੰ ਪ੍ਰਗਟਾਉਂਦੀ ਹੈ। ਭਵਿੱਖ ਉਸ ਕਲਾ ਲਈ ਹੈ ਜਿਹੜੀ ਸਮਾਜਿਕ ਚੇਤਨਤਾ ਦੇ ਹੋਰ ਰੂਪਾਂ ਨਾਲ ਮਿਲ ਕੇ, ਸਮਾਜ ਚੇਤਨਤਾ ਦੇ ਹੋਰ ਰੂਪ ਰਾਜਨੀਤੀ, ਨੈਤਿਕਤਾ, ਵਿਗਿਆਨ ਵਗੈਰਾ ਨਾਲ ਮਿਲ ਕੇ ਫਿਲਾਸਫੀ ਸਮਾਜਿਕ ਪ੍ਰਗਤੀ ਨੂੰ ਅੱਗੇ ਵਧਾਉਂਦੀ ਹੈ ਅਤੇ ਜਿਹੜੀ ਇੱਕ ਸਰਬੰਗੀ ਸ਼ਖਸੀਅਤ ਦੀ ਢਲਾਈ ਵਿੱਚ ਸਹਾਈ ਹੁੰਦੀ ਹੈ। ਭਵਿੱਖ ਉਸ ਕਲਾ ਦਾ ਹੈ ਜਿਹੜੀ ਲੋਕਾਂ ਦੀ ਖੁਸ਼ੀਆਂ ਅਤੇ ਬੇਪਨਾਹ ਸੌਂਦਰੀ ਆਨੰਦਾਂ ਦੇ ਸੋਮੇ ਵਗਾਉਂਦੀ ਹੈ। ਸੰਸਾਰ ਸੱਭਿਆਚਾਰ ਦੇ ਖਜ਼ਾਨੇ ਉਹਨਾਂ ਕਲਾਕਾਰਾਂ ਨਾਲ ਮਾਲੋ ਮਾਲ ਹੋਣੇ ਹਨ ਜਿਹੜੀਆਂ ਮਨੁੱਖਤਾ ਦੀਆਂ ਮਹਾਨਤਮ ਜਿੱਤ ਨੂੰ, ਨਵੀਂ ਸਮਾਜਵਾਦੀ ਬਣਤਰ ਵਿੱਚ ਤਬਦੀਲੀ ਨੂੰ ਅਮਰ ਬਣਾਉਂਦੀਆਂ ਹਨ। ਜਿਹੜੀ ਤਬਦੀਲੀ ਮਨੁੱਖ ਦੇ ਲਈ ਆਜ਼ਾਦੀ ਅਤੇ ਪ੍ਰਗਤੀ ਦੇ ਬੇਪਨਾਹ ਜ਼ਖੀਰੇ ਖੋਲ੍ਹ ਦਿੰਦੀ ਹੈ। ਇਹ ਕਲਾਕਾਰਾਂ ਉਹ ਹਨ ਜਿਨ੍ਹਾਂ ਦਾ ਨਿਰਮਾਣ ਸਮਾਜਵਾਦੀ ਯਥਾਰਥਵਾਦੀ ਵਿਧੀ ਅਨੁਸਾਰ ਹੋ ਰਿਹਾ ਹੈ। ਇੰਨਾ ਕਿ ਵੀ ਇਹਨੂੰ ਥੋੜਾ ਜਿਹਾ ਜਿਹੜੀ ਮੇਨ ਚੀਜ਼ ਜਿਹੜੀ ਆਪਾਂ ਸਮਝ ਰਹੇ ਹਾਂ। ਇੰਦਰ ਜੀ ਦਾ ਸਵਾਗਤ ਹੈ। ਵੈਸੇ ਮੇਨ ਲੈਕਚਰ ਖਤਮ ਹੋ ਗਿਆ, ਬਹਿਸ ਜਿਹੜੀ ਹੈਗੀ ਉਹਦੀ ਸ਼ੁਰੂਆਤ 'ਚ ਆ ਗਏ ਨੇ, ਬਹੁਤ ਅੱਛੀ ਗੱਲ ਹੈ। ਪਤਾ ਲੱਗ ਜੂਗਾ ਹਾਂਜੀ, ਪਤਾ ਲੱਗ ਜੂਗਾ। ਹਾਂਜੀ। ਤੇ ਸਾਥੀਓ, ਜਿਹੜੀ ਗੱਲ ਯਥਾਰਥਵਾਦ ਦੀ, ਹਾਂਜੀ, ਕਸ਼ਮੀਰ ਜੀ ਨੇ ਲੈਕਚਰ ਦਿੱਤਾ ਸਮਾਜਵਾਦੀ ਯਥਾਰਥਵਾਦ ਬਾਰੇ, ਕਿਉਂਕਿ ਯਥਾਰਥਵਾਦ ਦੇ ਬਾਰੇ ਜਿਹੜੀ ਹੈ ਨਾ ਆਪਾਂ ਨੂੰ ਬਹੁਤ ਸਾਰੀ, ਆਪਾਂ ਇੰਨਾ ਕੀ ਸੁਣਿਆ ਵੀ ਬੜੇ ਮਹਾਨ ਕਲਾਕਾਰ ਹੋਏ ਨੇ ਆਲੋਚਕ ਯਥਾਰਥਵਾਦ ਦੇ, ਬਾਲਜ਼ਾਕ, ਟਾਲਸਟਾਏ ਜਾਂ ਇਸ ਤਰ੍ਹਾਂ। ਤੇ ਅਸਲ ਵਿੱਚ ਇਹ ਸਮਾਜਵਾਦੀ ਯਥਾਰਥਵਾਦ ਅਜੋਕੇ ਯੁੱਗ ਦੀ ਕਲਾ, ਇਹ ਲੇਖ 'ਚ ਬਹੁਤ ਸਪਸ਼ਟ ਹੈ, ਕੋਈ ਔਖਾ ਲੇਖ ਨਹੀਂ ਸੀ ਜੋ ਵੀ ਇਹਨਾਂ ਨੇ ਦੱਸਿਆ ਵੀ ਅਜੋਕੇ ਯੁੱਗ ਦੀ ਜਿਹੜੀ ਕਲਾ ਹੈ, ਕਲਾ ਵਿਧੀ ਆ, ਉਹ ਹੁਣ ਆਲੋਚਨਾਤਮਕ ਯਥਾਰਥਵਾਦ ਤੋਂ ਬਹੁਤ ਅੱਗੇ ਜਾ ਚੁੱਕੀ ਆ। ਹੁਣ ਇਹਦਾ ਕੀ ਮਤਲਬ ਹੈ ਔਰ ਸਾਡੇ ਸਕੂਲ ਲਈ ਇਹਦਾ ਕੀ ਮਹੱਤਵ ਹੈ? ਅਸੀਂ ਜਦੋਂ ਇੱਥੇ ਸਾਡੇ ਵਿਦਵਾਨਾਂ ਤੋਂ ਅਸੀਂ ਕੀ ਆਸ ਰੱਖਦੇ ਹਾਂ ਕਿ ਉਹ, ਕਿਉਂਕਿ ਸਾਡੇ ਇੱਥੇ ਲੇਖਕ ਬੈਠੇ ਨੇ, ਕਵੀ ਨੇ, ਉਹ ਵਾਰ-ਵਾਰ ਜਿਹੜੇ ਹੈਗੇ ਉਸੇ ਮਤਲਬ ਟਰੈਪ 'ਚ ਆ ਜਾਂਦੇ ਨੇ ਕਿ ਉਹਨਾਂ ਦੇ ਸਾਹਮਣੇ ਮਤਲਬ ਜਿਹੜਾ ਹੈਗਾ ਮਨੋਰਥ ਕੀ ਆ ਕਿ ਉਹ ਯਥਾਰਥਵਾਦੀ ਕਵੀ ਕਿਵੇਂ ਬਣ ਸਕਦੇ ਨੇ ਕਿ ਅੱਜ ਦੇ ਯੁੱਗ ਦਾ ਯਥਾਰਥਵਾਦ ਸਮਾਜਵਾਦੀ ਯਥਾਰਥਵਾਦ ਦੀ ਸਟੇਜ ਤੱਕ ਅੱਗੇ ਵੱਧ ਚੁੱਕਾ ਹੈ। ਇਹਦਾ ਕੀ ਮਤਲਬ ਹੈ ਤੇ ਇਹਦਾ ਕਵੀਆਂ ਲਈ, ਲੇਖਕਾਂ ਲਈ ਕੀ ਮਹੱਤਵ ਹੈ? ਜਿਵੇਂ ਜ਼ਿੰਦਗੀ ਦਾ ਜਿਹੜਾ ਯਥਾਰਥ ਨੂੰ ਪੇਸ਼ ਕਰਨਾ, ਜ਼ਿੰਦਗੀ ਦਾ ਯਥਾਰਥ ਕੀ ਹੈ? ਜ਼ਿੰਦਗੀ ਦਾ ਯਥਾਰਥ ਜਿਹੜੀ ਹੈਗੀ ਆ, ਪੂਰਾ ਜਿਹੜਾ ਸਾਡਾ ਪ੍ਰਬੰਧ ਆ, ਜਮਾਤੀ ਘੋਲ ਆ ਜਿਹੜਾ ਚੱਲ ਰਿਹਾ, ਉਹ ਸੱਚ ਨੂੰ ਜਿਹੜਾ ਹੈਗਾ ਉਹ ਜ਼ਿੰਦਗੀ ਦਾ ਯਥਾਰਥ ਹੈ। ਔਰ ਜ਼ਿੰਦਗੀ ਦਾ ਯਥਾਰਥ ਹਮੇਸ਼ਾ ਚੀਜ਼ਾਂ ਨੂੰ ਅੱਗੇ ਵੱਲ, ਇਤਿਹਾਸ ਦੀ ਅੱਗੇ ਵਾਲੀ ਦਿਸ਼ਾ ਵੱਲ ਖੜਦਾ। ਜ਼ਿੰਦਗੀ ਦਾ ਯਥਾਰਥ ਇੱਕ ਵਿਗਿਆਨੀ ਦੇ ਤੌਰ ਤੇ ਆਪਾਂ ਲੰਮੇ ਸਮੇਂ ਤੋਂ ਮਾਰਕਸਵਾਦ, ਲੈਨਿਨਵਾਦ ਦੀ ਇੱਥੇ ਮਤਲਬ ਜਿਹੜੀ ਹੈਗੀ ਪੜ੍ਹਾਈ ਕਰ ਰਹੇ, ਉਹਦੇ 'ਚ ਕੀ ਆ ਕਿ ਮਨੁੱਖੀ ਇਤਿਹਾਸ ਹਮੇਸ਼ਾ ਹੀ ਮਤਲਬ ਜਿਹੜਾ ਹੈਗਾ, ਜਿਵੇਂ ਜਮਾਤੀ ਘੋਲ ਉਹਦੀ ਚਾਲਕ ਸ਼ਕਤੀ ਆ, ਔਰ ਹਮੇਸ਼ਾ ਹੀ ਮਨੁੱਖੀ ਇਤਿਹਾਸ ਅੱਗੇ ਵੱਲ ਨੂੰ ਜਾ ਰਿਹਾ, ਅੱਗੇ ਵੱਲ ਨੂੰ ਵੱਧ ਰਿਹਾ। ਕਿਉਂਕਿ ਆਪਾਂ ਹੁਣ ਸਮਾਜਵਾਦ, ਜੇ ਤੁਸੀਂ 21ਵੀਂ ਸਦੀ ਦੇ ਸਮਾਜਵਾਦਾਂ ਦੀ ਜਦੋਂ ਗੱਲ ਕਰਦੇ ਹਾਂ, ਅੱਜ ਦੇ ਯੁੱਗ ਵਿੱਚ ਸਮਾਜਵਾਦ ਪ੍ਰਤੀ ਜਿਹੜੀ ਕਮਿਟਮੈਂਟ ਦੀ ਗੱਲ ਕਰਦੇ ਹਾਂ ਕਿ ਸਮਾਜਵਾਦ ਕ੍ਰਾਂਤੀ ਵਿੱਚ ਜਿਹੜੇ ਹੈਗੇ ਵਿਸ਼ਵਾਸ ਹੈ, ਤੇ ਜੇ ਮੰਨ ਲਓ ਤੁਸੀਂ ਆਲੇ ਦੁਆਲੇ ਦੇ ਜਿਹੜੇ ਮਤਲਬ ਸਾਹਮਣੇ ਦਿਸਦੇ ਜਿਹੜਾ ਸਤਹੀ ਜਿਹਾ ਜਿਹੜਾ ਵਾਤਾਵਰਨ ਹੈ ਉਹਦੇ ਮੁਤਾਬਕ ਕਰੋ ਤੇ ਆਮ ਆਦਮੀ ਸਮਾਜਵਾਦ ਵਿੱਚ ਯਕੀਨ ਨਹੀਂ ਰੱਖ ਸਕਦਾ। ਪਰ ਇੱਕ ਵਿਗਿਆਨ ਦਾ ਵਿਦਿਆਰਥੀ, ਇੱਕ ਵਿਗਿਆਨੀ ਦੇ ਤੌਰ ਤੇ ਮਾਰਕਸਵਾਦੀ, ਲੈਨਿਨਵਾਦੀ ਫਿਲਾਸਫੀ ਦਾ ਜਿਹੜਾ ਵਿਦਿਆਰਥੀ ਆ, ਉਹ ਕਿਉਂਕਿ ਉਸ ਵਿਗਿਆਨ ਦੀ ਵਿਧੀ ਨੂੰ ਜਾਣਦਾ ਜਿਹਦੇ ਨਾਲ ਸਮਾਜ, ਜਮਾਤੀ ਸੰਘਰਸ਼ ਤੇ ਸਮਾਜਿਕ ਬਣਤਰ ਜਿਹੜਾ ਪੂਰਾ ਪ੍ਰਬੰਧ ਆ, ਉਹ ਜਿਵੇਂ ਪਹਿਲਾਂ ਆਦਮ ਸਮਾਜ ਤੋਂ ਗੁਲਾਮਦਾਰੀ ਤੋਂ ਜਿਹੜਾ ਹੈਗਾ ਸਮੰਤੀ ਤੋਂ ਪੂੰਜੀਵਾਦ ਤੇ ਅੱਗੋਂ, ਮਤਲਬ ਉਹ ਇਹ ਜਾਣਦਾ ਕਿ ਇਤਿਹਾਸ ਦੀ ਦਿਸ਼ਾ ਸਮਾਜਵਾਦ ਵੱਲ ਹੀ ਹੈ ਬੇਹੱਦ ਚੁਣੌਤੀਆਂ ਦੇ ਬਾਵਜੂਦ। ਤੇ ਇਸ ਵਾਸਤੇ ਜਦੋਂ ਇੱਕ ਮਤਲਬ ਚਿੰਤਕ ਬੁੱਧੀਜੀਵੀ ਆਪਣੀ ਪ੍ਰਤੀਬੱਧਤਾ ਉਹਦੀ ਨਹੀਂ ਡੋਲਦੀ, ਉਹਦਾ ਇੱਕ ਇਹ ਕਾਰਨ ਹੁੰਦਾ ਕਿਉਂਕਿ ਉਹਨੂੰ ਉਹਦੀ ਦਿਸ਼ਾ ਦਾ ਪਤਾ ਹੁੰਦਾ। ਇੱਕ ਵਿਗਿਆਨੀ ਨੂੰ
ਇੱਕ ਨੂੰ ਮਤਲਬ ਇਹਦਾ ਪਤਾ ਹੁੰਦਾ ਇੱਕ ਵਿਗਿਆਨੀ ਜਦੋਂ ਪ੍ਰਯੋਗ ਕਰਦਾ ਕਿ ਇਹ ਪ੍ਰਯੋਗ ਹੁਣ ਜਿਹੜਾ ਹੋ ਰਿਹਾ ਇਹਦੀ ਦਿਸ਼ਾ ਕੀ ਆ, ਜਾਂ ਇੱਕ ਮਤਲਬ ਜਿਹੜਾ ਹੈਗਾ ਕਿਸੇ ਵੀ ਫੀਲਡ ਦਾ ਜਿਹੜਾ ਵਿਗਿਆਨੀ ਆ, ਉਤਪਾਦਨ ਦੇ ਖੇਤਰ 'ਚ ਹੋਵੇ, ਖੇਤੀ 'ਚ ਹੋਵੇ, ਦੂਸਰੇ 'ਚ ਹੋਵੇ, ਉਹਨੂੰ ਉਹਦੇ ਵਿੱਚ ਜਿਹੜੀਆਂ ਚੱਲ ਰਹੀਆਂ ਵਿਰੋਧਤਾਂ ਚੱਲ ਰਹੀ ਜਿੰਨੀਆਂ ਚੀਜ਼ਾਂ ਨੇ ਉਹਨਾਂ ਦਾ ਸਬੰਧਾਂ ਦਾ ਪਤਾ ਹੁੰਦਾ ਤੇ ਉਹਨੂੰ ਪਤਾ ਹੁੰਦਾ ਅੱਗੇ ਕਿੱਧਰ ਨੂੰ ਜਾ ਸਕਦਾ, ਕੀ ਸਮੱਸਿਆਵਾਂ ਆ ਸਕਦੀਆਂ, ਕਿਵੇਂ ਉਹਨੂੰ ਰੋਕਿਆ ਜਾ ਸਕਦਾ, ਕਿਵੇਂ ਉਹਨੂੰ ਕਿਹੜੀਆਂ ਉਹਦੇ 'ਚ ਰੋਕਾਂ ਨੇ, ਕਿਹੜੀਆਂ ਚੀਜ਼ਾਂ ਉਹਨੂੰ ਅੱਗੇ ਵੱਲ ਲਿਜਾਂਦੀਆਂ ਨੇ। ਮੇਰਾ ਕਹਿਣ ਤੋਂ ਮਤਲਬ ਇਹ ਆ ਕਿ ਯਥਾਰਥ ਹਕੀਕਤ ਵਿੱਚ ਯਥਾਰਥ ਜਿਹੜਾ ਹੈ ਸਮੇਂ ਦਾ ਯਥਾਰਥ ਆ, ਚਾਹੇ ਉਹ ਭੌਤਿਕ ਜਗਤ ਵਿੱਚ ਹੈ, ਚਾਹੇ ਉਹ ਸਮਾਜਿਕ ਜਗਤ ਵਿੱਚ ਹੈ। ਯਥਾਰਥ ਜਿਹੜਾ ਹੈਗਾ ਯਥਾਰਥ ਵਿੱਚ ਚੀਜ਼ਾਂ ਜਿਹੜੀਆਂ ਹੈਗੀਆਂ ਅੱਗੇ ਵੱਲ ਜਾਂਦੀਆਂ ਨੇ, ਇਤਿਹਾਸ ਦੀ ਦਿਸ਼ਾ ਅੱਗੇ ਵੱਲ ਨੂੰ ਹੁੰਦੀ ਆ। ਤੇ ਯਥਾਰਥਵਾਦੀ ਕਵੀ, ਯਥਾਰਥਵਾਦੀ ਕਲਾਕਾਰ, ਯਥਾਰਥਵਾਦੀ ਲੇਖਕ, ਉਹਨਾਂ ਦੀ ਮਹਾਨਤਾ ਇਸ ਵਿੱਚ ਹੈ ਕਿ ਆਪਣੇ ਯੁੱਗ ਦੇ ਸੱਚ ਨੂੰ ਉਜਾਗਰ ਕਰਦੇ ਔਰ ਆਪਣੇ ਯੁੱਗ ਦੇ ਸੱਚ ਨੂੰ ਉਜਾਗਰ ਕਰਨ ਕਰਕੇ ਉਹ ਸੁਚੇਤ ਜਾਂ ਅਚੇਤ ਅਣਜਾਣੇ ਰੂਪ ਵਿੱਚ ਵੀ ਉਹ ਜਿਹੜੀ ਹੈਗੀ ਆ ਸਮਾਜ ਦੇ ਵਿੱਚ ਅਗਾਂਹ ਵਧੂ ਭੂਮਿਕਾ ਨਿਭਾ ਦਿੰਦੇ। ਕਿਉਂਕਿ ਜਦੋਂ ਅਸੀਂ ਵੇਖਦੇ ਹਾਂ ਹੁਣ ਦੇ ਯੁੱਗ 'ਚ ਕੀ ਫਰਕ ਪੈ ਗਿਆ, ਇਹਦੀ ਗੱਲ ਅੱਗੇ ਕਰਾਂਗਾ ਕਿ ਜਿਵੇਂ ਮਤਲਬ ਬਾਲਜ਼ਾਕ ਆ, ਬਾਲਜ਼ਾਕ ਜਿਵੇਂ ਇੰਗਲਸ ਨੇ ਕਿਹਾ ਕਿ ਮੈਂ ਵੱਡੇ ਵੱਡੇ ਅਰਥ ਸ਼ਾਸਤਰੀਆਂ ਤੋਂ ਨਹੀਂ ਉਹਨਾਂ ਸਿੱਖਿਆ ਜਿੰਨਾ ਮੈਂ ਬਾਲਜ਼ਾਕ ਤੋਂ ਸਿੱਖਿਆ। ਅਰਥ ਸ਼ਾਸਤਰੀ ਹੋਰ ਜਿਹੜੇ ਹੈਗੇ ਆਂਕੜਾ ਵਿਗਿਆਨੀ ਤੇ ਹੋਰ ਉਹਨਾਂ ਦੀਆਂ ਲਿਖਤਾਂ ਨਾਲੋਂ ਵੀ ਜ਼ਿਆਦਾ ਬਾਲਜ਼ਾਕ ਦੀਆਂ ਲਿਖਤਾਂ 'ਚੋਂ ਸਿੱਖ ਲਿਆ। ਹੁਣ ਬਾਲਜ਼ਾਕ ਸੁਚੇਤ ਰੂਪ ਵਿੱਚ ਇਨਕਲਾਬ ਦਾ ਵਿਰੋਧੀ ਆ, ਪਰ ਜਿਹੜਾ ਹੈਗਾ ਉਹ ਜਦੋਂ ਉਹ ਸਮੇਂ ਦੇ ਯਥਾਰਥ ਨੂੰ ਪੇਸ਼ ਕਰ ਰਿਹਾ ਤੇ ਉਹ ਉਸ ਸਮੇਂ ਦੇ ਵਿੱਚ ਯੁੱਧ ਵਿੱਚ ਜਿਹੜੇ ਯੁੱਧਗ੍ਰਸਤ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਵਿੱਚ ਅਗਾਂਹ ਵਧੂ ਜਿਹੜੀਆਂ ਸ਼ਕਤੀਆਂ ਉਹਨਾਂ ਦਾ ਬਹੁਤ ਵੱਡਾ ਸਹਿਯੋਗੀ ਹੋ ਨਿਬੜਦਾ। ਟਾਲਸਟਾਏ ਸੁਚੇਤ ਰੂਪ ਵਿੱਚ ਕੋਈ ਇਨਕਲਾਬੀ ਨਹੀਂ, ਟਾਲਸਟਾਏ ਇੱਕ ਸਮੰਤ ਤੇ ਕਾਊਂਟ ਆ, ਪਰ ਜਦੋਂ ਆਪਣੇ ਯੁੱਗ ਦੇ ਵਿੱਚ ਜਿਹੜੀਆਂ ਟੱਕਰਾਂ ਚੱਲ ਰਹੀਆਂ ਨੇ ਤੇ ਉਹਨਾਂ ਟੱਕਰਾਂ ਦੇ ਵਿੱਚ ਜਿਹੜੀਆਂ ਚੀਜ਼ ਉਹ ਅਸਲੀ ਜਿਹੜਾ ਸੱਚ ਆ, ਕਿਉਂਕਿ ਉਹ ਅੱਗੇ ਵਾਲੀਆਂ ਸ਼ਕਤੀਆਂ ਨੂੰ ਮਦਦ ਦੇ ਰਿਹਾ ਤੇ ਯਥਾਰਥਵਾਦੀ ਹੋਣ ਕਰਕੇ ਉਹ ਅਸਲੀ ਸੱਚ ਨੂੰ ਉਜਾਗਰ ਕਰਦਾ ਤੇ ਉਹ ਅੱਗੇ ਵਧੀ ਸ਼ਕਤੀਆਂ ਨੂੰ ਦਾ ਜਿਹੜਾ ਹੈਗਾ ਉਹਦੇ ਵਿੱਚ ਉਹਦਾ ਰੋਲ ਬਣ ਜਾਂਦਾ। ਔਰ ਇਸੇ ਵਾਸਤੇ ਉਹਨਾਂ ਦੀ ਮਹਾਨਤਾ ਕਿਹਦੇ 'ਚ ਆ, ਮੈਂ ਕਿਉਂ ਇਹ ਗੱਲ ਕਲੀਅਰ ਕਰਨਾ, ਆਲੋਚਨਾਤਮਕ ਯਥਾਰਥਵਾਦੀ ਜਿਹੜੇ ਪੂੰਜੀਵਾਦੀ ਉਹਨਾਂ ਦੀ ਮਹਾਨਤਾ ਕਿਸ ਗੱਲ ਵਿੱਚ ਆ, ਉਹਨਾਂ ਦੀ ਮਹਾਨਤਾ ਇਸ ਗੱਲ ਵਿੱਚ ਆ ਸਿਰਫ ਕੋਈ ਆਪਾਂ ਨੂੰ ਮਤਲਬ ਇਹ ਕੋਈ ਅਮੂਰਤ ਗੱਲ ਨਹੀਂ, ਉਹਨਾਂ ਦੀ ਮਹਾਨਤਾ ਇਸ ਗੱਲ ਵਿੱਚ ਆ ਕਿ ਉਹਨਾਂ ਨੇ ਜਿਹੜਾ ਯਥਾਰਥ ਜਿਹੜਾ ਸੱਚ ਪ੍ਰਗਟ ਕੀਤਾ, ਸੱਚ ਲਿਖਿਆ, ਜਿਹੜੇ ਸੱਚ ਨੂੰ ਸਮਝ ਕੇ ਸਾਹਮਣੇ ਲਿਆਂਦਾ ਸਾਹਿਤ ਵਿੱਚ, ਕਲਾ ਵਿੱਚ, ਜਾਂ ਇਹ ਤੋਂ ਪਹਿਲਾਂ ਲਿਓਨਾਰਦੋ ਦਾ ਵਿੰਚੀ ਜਾਂ ਜਿਹੜੇ ਪ੍ਰਬੋਧਨ ਕਾਲ ਦੇ ਜਾਂ ਰੈਨੇਸਾਂਸ ਦੇ ਯੁੱਗ ਦੇ ਜਿਹੜੇ ਕਲਾਕਾਰ ਨੇ, ਉਹਨਾਂ ਦੇ ਸੱਚ ਨੇ ਆਪਣੇ ਯੁੱਗ ਵਿੱਚ ਜਿਹੜੀਆਂ ਇਤਿਹਾਸ ਨੂੰ ਅੱਗੇ ਵੱਲ ਖੜਨ ਵਾਲੀਆਂ ਸ਼ਕਤੀਆਂ ਤੇ ਪਛਾਖੜੀ ਸ਼ਕਤੀਆਂ ਉਹਨਾਂ ਦੇ ਵਿੱਚ ਜਿਹੜੀ ਟੱਕਰ ਚੱਲ ਰਹੀ ਸੀ ਉਸ ਟੱਕਰ 'ਚ ਅਗਾਂਹ ਵਧੂ ਸ਼ਕਤੀਆਂ ਦੇ ਸਮਰਥਕ ਹੋ ਨਿਬੜੇ। ਇਸ ਅਰਥ ਵਿੱਚ ਉਹਨਾਂ ਦਾ ਅਗਾਂਹ ਵਧੂ ਗੁਣਾ ਹੈ, ਸਿਰਫ ਅਮੂਰਤ ਅਰਥਾਂ ਵਿੱਚ ਨਹੀਂਗਾ, ਔਰ ਉਹਨਾਂ ਨੇ ਉਹਦੇ ਵਿੱਚ ਕੀਤਾ। ਕਿਉਂਕਿ ਇਹ ਗੱਲ ਕਲੀਅਰ ਕਰਕੇ, ਕਿਉਂਕਿ ਹਮੇਸ਼ਾ ਹੀ ਜਿਹੜਾ ਹੈਗਾ ਨਾ ਕੋਈ ਅਗਾਂਹ ਵਧੂ ਦੇ ਵਿੱਚ ਕੈਟਾਗਰੀ ਕੋਈ ਪੈਮਾਨਾ ਹੋਣਾ ਚਾਹੀਦਾ, ਕੋਈ ਪੈਮਾਨਾ ਹੁੰਦਾ ਆਪਣੇ ਲਈ। ਜਿਵੇਂ ਕਾਮੜ ਜੀ ਨੇ ਪਿੱਛੇ ਜੇ ਬਹੁਤ ਵਧੀਆ ਗੱਲ ਕਹੀ ਸੀ ਕਿ ਹਰ ਸਮੇਂ ਦਾ ਇੱਕ ਪੈਮਾਨਾ ਹੁੰਦਾ, ਕੀ ਚੀਜ਼ ਅਗਾਂਹ ਵਧੂ, ਕੀ ਪਿਛਾਂ ਖਿੱਚੂ। ਆਜ਼ਾਦੀ ਤੋਂ ਪਹਿਲਾਂ ਮਤਲਬ ਸਾਡੇ ਲਈ ਇੱਕ ਬੜਾ ਸਾਰੇ ਹਿੰਦੁਸਤਾਨ ਦੇ ਲੋਕਾਂ ਲਈ ਪੈਮਾਨਾ ਸੀ, ਉਹ ਲੋਕ ਅਗਾਂਹ ਵਧੂ ਨੇ ਜਿਹੜੇ ਆਜ਼ਾਦੀ ਦੇ ਹੱਕ 'ਚ ਨੇ ਅੰਦੋਲਨ 'ਚ, ਉਹ ਪਿਛਾਂ ਖਿੱਚੂ ਨੇ ਜਿਹੜੇ ਪਿੱਛੇ ਨੇ। ਇਸ ਵਾਸਤੇ ਇਹਦੇ 'ਚ ਕੋਈ ਉਹਨਾਂ ਨੂੰ ਕੋਈ ਰੌਲਾ ਨਹੀਂ। ਇਸੇ ਤਰ੍ਹਾਂ ਬਾਅਦ ਦੇ ਵਿੱਚ ਜਿਹੜਾ ਹੈਗਾ ਸਮੰਤਵਾਦ ਦੇ ਵਿਰੁੱਧ ਜਿਹੜਾ ਜਿਹੜੀ ਕਿਸਾਨ ਲਹਿਰਾਂ ਚੱਲੀਆਂ, ਜਿਹੜਾ ਕਿਸਾਨ ਉਹਦੇ ਵਿੱਚ ਜਿਹੜਾ ਸਮੰਤੀ ਪ੍ਰਬੰਧ, ਸਮੰਤੀ ਰਹਿੰਦ ਖੂੰਹਦ ਦੇ ਖਿਲਾਫ ਆ, ਉਹ ਅਗਾਂਹ ਵਧੂ ਆ, ਜਿਹੜਾ ਉਹਦੇ ਹੱਕ 'ਚ ਆ ਉਹ ਪਿਛਾਂ ਖਿੱਚੂਗਾ। ਇਸ ਇਲਾਕੇ ਵਿੱਚ ਜਿਹੜੀ ਜਨਵਾਦੀ ਅਧਿਕਾਰਾਂ ਦੀ ਲੜਾਈ ਚੱਲ ਰਹੀ ਸੀ, ਸਿੱਧੀ ਜੀ ਗੱਲ ਸੀ, ਜਿਹੜੇ ਉਸ ਲੜਾਈ ਦੇ ਹੱਕ 'ਚ ਨੇ ਉਸ ਦਿਸ਼ਾ ਨੂੰ ਅੱਗੇ ਵੱਲ ਖੜਦੇ ਹੋ ਅਗਾਂਹ ਵਧੂ ਸਨ, ਜਿਹੜੇ ਉਹ ਨਹੀਂ ਸਨ ਉਹ ਪਿਛਾਂ ਖਿੱਚੂ ਸਨ। ਔਰ ਅੱਜ ਦਾ ਯਥਾਰਥ ਕੀ, ਅੱਜ ਦਾ ਯਥਾਰਥ ਹੈ ਕਿ ਅੱਜ ਦੇ ਯੁੱਗ 'ਚ ਵੀ ਪਛਾਖ ਉਹਦੇ ਵਿੱਚ ਇੱਕ ਲੜਾਈ ਚੱਲ ਰਹੀ ਹੈ। ਅੱਜ ਦੇ ਯੁੱਗ ਦਾ ਯਥਾਰਥ ਹੈ ਕਿ ਸਿਰਫ ਤੇ ਸਿਰਫ ਸਮਾਜਵਾਦੀ ਜਿਹੜੀ ਹੈਗੀ ਆ ਕ੍ਰਾਂਤੀ ਲਈ ਜਿਹੜੇ ਲੜਾਈ ਲੜ ਰਹੇ ਨੇ ਉਹ ਅਗਾਂਹ ਵਧੂ ਨੇ, ਜਿਹੜੇ ਕਿਸੇ ਵੀ ਤਰੀਕੇ ਨਾਲ ਜਿਹੜਾ ਹੈਗਾ ਉਹਦੇ ਤੋਂ ਪਾਸੇ ਖੜਦੇ ਗੱਲ ਨੂੰ ਪਿਛਾਂ ਖਿੱਚੂ ਨੇ। ਕੋਈ ਮਤਲਬ ਪੈਮਾਨਾ ਹੁੰਦਾ ਅੱਜ। ਇਸ ਵਾਸਤੇ ਸਾਹਿਤ ਤੇ ਕਲਾ ਵਿੱਚ ਅੱਜ ਦੇ ਯੁੱਗ ਦਾ ਪੈਮਾਨਾ ਹੈ ਸਮਾਜਵਾਦੀ ਯਥਾਰਥਵਾਦ। ਔਰ ਇਹ ਇਸੇ ਗੱਲ ਨੂੰ ਮੈਂ ਹੋਰ ਕਲੀਅਰ ਕਰਨਾ ਚਾਹੁੰਦਾ ਸਿਰਫ ਇੱਕੇ ਨੁਕਤੇ ਨੂੰ, ਤਾਂ ਕਿ ਸਾਡੇ ਬੇਸਿਕ ਨੁਕਤਾ ਸਾਡੇ ਸਾਹਮਣੇ ਆ ਜਾਏ ਕਿ ਇਹਦੀ ਮਤਲਬ ਜਿਹੜੀ ਹੈਗੀ ਆ ਜਿਵੇਂ ਗੈਰ ਜਮਾਤੀ ਬੰਦੇ, ਇਹ ਜਿਹੜੇ ਮਤਲਬ ਟਾਲਸਟਾਏ, ਬਾਲਜ਼ਾਕ, ਜਮਾਤੀ ਤੌਰ ਤੇ ਉਹ ਉਸ ਵੇਲੇ ਦੀਆਂ ਅਗਾਂਹ ਵਧੂ ਸ਼ਕਤੀਆਂ ਦੇ ਮੈਂਬਰ ਨਹੀਂ ਸਨ ਔਰ ਪੂੰਜੀਪਤੀ ਵੀ ਨਹੀਂ ਸਨ, ਜਿਹੜੇ ਆਲੋਚਨਾਤਮਕ ਯਥਾਰਥਵਾਦ ਜਿਹੜੇ ਪੂੰਜੀ ਬੁਰਜੂਆ ਅੰਦੋਲਨ ਦਾ ਸਰੋਤ ਆ। ਪਰ ਉਹਨਾਂ ਦੀ ਮਾਨਤਾ ਇਸੇ ਗੱਲ 'ਚ ਲੁਕੀ
ਕਿ ਉਹਨਾਂ ਉਸ ਵੇਲੇ ਦੀਆਂ ਅਗਾਂਹ ਵਧੂ ਸ਼ਕਤੀਆਂ ਦੇ ਹੱਕ ਵਿੱਚ ਰੋਲ ਅਦਾ ਕੀਤਾ। ਯਥਾਰਥਵਾਦ, ਆਲੋਚਨਾਤਮਕ ਯਥਾਰਥਵਾਦ ਦੇ ਉਹ ਵੱਡੇ ਜਿਹੜੇ ਹੈਗੇ ਥੰਮ ਹੋ ਨਿਬੜੇ। ਔਰ ਦੂਸਰੀ ਗੱਲ ਨਾਲ ਦੀ ਨਾਲ ਫਿਰ ਅੱਗੇ ਦੂਸਰੀ ਸਮੱਸਿਆ ਆ ਜਾਂਦੀ ਹੈ ਕਿ ਅਗਾਂਹ ਵਧੂ ਬੰਦਾ ਉਸ ਜਮਾਤ ਦਾ ਬੰਦਾ ਹੀ ਹੋ ਸਕਦਾ, ਕਿ ਉਸ ਜਮਾਤ ਦਾ ਬੰਦਾ ਜਿਹੜੀ ਦੁਸ਼ਮਣ ਜਮਾਤ ਆ ਕਿ ਉਹਦੇ ਵਿੱਚ ਜਾਂ ਹਮੇਸ਼ਾ ਹੀ ਇਨਕਲਾਬੀ ਜਮਾਤਾਂ ਦਾ ਬੰਦਾ ਹੀ ਹੋ ਸਕਦਾ। ਹਰ ਯੁੱਗ ਦੀ ਆਪਣੀ ਇੱਕ ਮਤਲਬ ਯਥਾਰਥ ਆ। ਯਾਨੀ ਪਰ ਇਹਦੇ ਨਾਲ ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਕਿਉਂਕਿ ਉਹਨਾਂ ਅਗਾਂਹ ਵਧੂ ਸ਼ਕਤੀਆਂ ਦਾ ਸਾਥ ਦਿੱਤਾ। ਆਲੋਚਨਾਤਮਕ ਯਥਾਰਥਵਾਦ ਇੱਕ ਐਸਾ ਸਿਧਾਂਤ ਸੀ ਸਾਹਿਤ ਕਲਾ 'ਚ ਜਿਹਨੇ ਅਗਾਂਹ ਵਧੂ ਸ਼ਕਤੀਆਂ ਦਾ ਸਾਥ ਦਿੱਤਾ ਔਰ ਉਹਦੇ ਨਿਬੜੇ। ਪਰ ਨਾਲ ਦੀ ਨਾਲ ਹੀ ਉਹਨਾਂ ਦੀਆਂ ਜਿਹੜੀਆਂ ਮਹਾਨ ਲੇਖਕਾਂ ਦੀਆਂ ਕਮਜ਼ੋਰੀਆਂ ਨੇ ਉਹਨਾਂ ਦਾ ਸਰੋਤ ਵੀ ਉਹ ਚੀਜ਼ ਸੀ ਵੀ ਉਹ ਲੋਟੂ ਜਮਾਤ ਦੇ ਬੰਦੇ ਸਨ। ਉਹਦੇ 'ਚ ਉਹਨਾਂ ਦੀ ਇਹ ਹੀ ਉਹਨਾਂ ਦੀ ਕਮਜ਼ੋਰੀਆਂ ਦਾ ਤੇ ਉਹਨਾਂ ਦੇ ਅੱਗੇ ਵਧੂ ਪਾਉਣੇ ਦੇ ਦਵੰਦ ਦਾ ਤੁਸੀਂ ਕਈ ਵਾਰ ਨਾ ਮਤਲਬ ਉਹਨਾਂ ਦੀਆਂ ਕਮਜ਼ੋਰੀਆਂ, ਉਹਨਾਂ ਦੀਆਂ ਸੀਮਾਵਾਂ, ਬਾਲਜ਼ਾਕ ਦੀ ਸੀਮਾ, ਟਾਲਸਟਾਏ ਦੀ ਸੀਮਾ ਉਹਨਾਂ ਦੀ ਆਪਣੀ ਜਮਾਤ ਦੀ ਪੋਜੀਸ਼ਨ ਵਿੱਚ ਆ, ਪਰ ਉਹਨਾਂ ਦੀ ਇਤਿਹਾਸ ਦੀ ਗਤੀ ਦੇਣ 'ਚ ਉਹਦੇ 'ਚ ਉਹਨਾਂ ਦੀ। ਔਰ ਇਸੇ ਤਰੀਕੇ ਨਾਲ ਜਿਵੇਂ ਯਥਾਰਥਵਾਦ ਦਾ ਆਪਣਾ ਇੱਕ ਇਤਿਹਾਸ ਹੈ। ਪੂੰਜੀਵਾਦ ਤੋਂ ਪਹਿਲਾਂ ਯਥਾਰਥਵਾਦ ਜਿਹੜਾ ਹੈਗਾ ਸੱਚ ਨੂੰ ਪ੍ਰਗਟ ਕਰਨਾ, ਸਿੱਧਾ ਅਨੁਭਵਵਾਦ, ਅਨੁਭਵ ਯਥਾਰਥ, ਕਿਉਂਕਿ ਇਹਦੇ ਵਿੱਚ ਸ਼ੁਰੂ ਤੋਂ ਇਹ ਬਹਿਸ ਚੱਲ ਰਹੀ ਦਰਸ਼ਨ ਦੇ ਵਿੱਚ ਕਿ ਅਨੁਭਵ ਮਹੱਤਵਪੂਰਨ ਆ ਕਿ ਜਿਹੜਾ ਹੈਗਾ ਸਿਧਾਂਤ ਮਹੱਤਵਪੂਰਨ ਆ ਜਾਂ ਹੋਰ ਵੀ ਕਿ ਅਨੁਭਵ, ਤੇ ਅਨੁਭਵ ਦਾ ਹਮੇਸ਼ਾ ਹੀ ਰੋਲ ਰਿਹਾ। ਅਨੁਭਵ ਇੱਕ ਸਿੱਧਾ ਸੱਚਾ ਅਨੁਭਵ ਜਿਹੜਾ ਹੈਗਾ ਉਹ ਯਥਾਰਥਵਾਦ ਹੈ। ਪਰ ਚੀਜ਼ਾਂ ਜਦੋਂ ਗੁੰਝਲਦਾਰ ਹੋ ਜਾਂਦੀਆਂ ਉਦੋਂ ਸਿੱਧਾ ਅਨੁਭਵ ਕਈ ਵਾਰ ਜਿਹੜਾ ਹੈਗਾ ਸੱਚ ਨੂੰ ਪ੍ਰਗਟ ਨਹੀਂ ਕਰਦਾ। ਉਹਦੇ 'ਚ ਬੁਰਜੂਆ ਇਨਕਲਾਬਾਂ ਦੇ ਦੌਰ 'ਚ ਆਲੋਚਨਾਤਮਕ ਯਥਾਰਥਵਾਦ ਦਾ ਦੌਰ ਆਇਆ। ਪਰ ਹੁਣ ਅਸੀਂ ਜਿਸ ਦੌਰ ਵਿੱਚ ਆ ਉਹਦੇ ਵਿੱਚ ਹੁਣ ਆਲੋਚਨਾਤਮਕ ਯਥਾਰਥਵਾਦ ਦਾ ਯੁੱਗ ਬੀਤੇ ਦੀ ਗੱਲ ਹੋ ਚੁੱਕੀ ਆ। ਅੱਜ ਆਲੋਚਨਾਤਮਕ ਯਥਾਰਥਵਾਦ ਮਸਲਾ ਹੱਲ ਨਹੀਂ ਕਰਦਾ। ਕਿਉਂ? ਕਿਉਂਕਿ ਅੱਜ ਦੇ ਯੁੱਗ ਵਿੱਚ ਜਿਹੜਾ ਸੁਚੇਤ ਫੈਕਟਰ ਹੈ ਬਹੁਤ ਵੱਡੀ ਭੂਮਿਕਾ ਗ੍ਰਹਿਣ ਕਰਦਾ, ਕੌਨਸ਼ੀਅਸ ਰੂਪ ਵਿੱਚ ਜਿਹੜਾ ਹੈਗਾ, ਸੁਚੇਤ ਰੂਪ ਵਿੱਚ ਜਿਹੜਾ ਹੈਗਾ। ਕਿਉਂਕਿ ਜਿਵੇਂ ਅਸੀਂ ਆਪਾਂ ਕਹਿੰਦੇ ਆ ਵੀ ਇੱਥੇ ਆਪਾਂ ਆਪਣੇ ਤੇ ਗੱਲ ਕਰੀਏ ਲਾਗੂ ਕਿ ਅੱਜ ਦੇ ਯੁੱਗ ਵਿੱਚ ਇੱਕ ਗੈਰ ਜਮਾਤੀ ਬੁੱਧੀਜੀਵੀ ਜਿਵੇਂ ਆਪਣੇ ਚੋਂ ਜ਼ਿਆਦਾ ਨੇ, ਮਜ਼ਦੂਰ ਜਮਾਤ ਤੋਂ ਬਾਹਰੋਂ ਜਿਹੜੇ ਹੈਗੇ ਆਪਾਂ ਉਹਨਾਂ ਜਮਾਤਾਂ ਚੋਂ ਆਏ ਆ। ਔਰ ਆਪਣੇ ਸਾਹਮਣੇ ਇੱਕ ਸਵਾਲ ਆ, ਸਾਡੇ ਸਾਹਮਣੇ ਅੱਜ ਇਹ ਸਵਾਲ ਆ ਕਿ ਅਸੀਂ ਅਫਸੋਸ ਦੀ ਗੱਲ ਤੇ ਇਹ ਹੈ ਕਿ ਸਾਡੇ ਬੜੇ ਬੜੇ ਅਗਾਂਹ ਵਧੂ ਜਿਹੜੇ ਬੜੇ ਦਿਨਾਂ ਤੇ ਬੜੀਆਂ ਆਸਾਂ ਜਿਹਨੇ ਇਤਿਹਾਸ ਜਿਨ੍ਹਾਂ ਨੇ ਰੋਲ ਅਦਾ ਕੀਤਾ ਉਹ ਤੇ ਆਲੋਚਨਾਤਮਕ ਯਥਾਰਥਵਾਦ ਤੋਂ ਵੀ ਥੱਲੇ ਚਲ ਗਏ, ਉੱਥੋਂ ਛੱਡ ਕੇ ਉਹ ਅਨੁਭਵਵਾਦ ਤੋਂ ਵੀ ਥੱਲੇ ਚਲੇ ਗਏ। ਜਿਹੜਾ ਸਿੱਧਾ ਸਾਦਾ ਯਥਾਰਥਵਾਦ ਹੈ ਉਹ ਤੇ ਵਿਚਾਰਵਾਦ 'ਚ ਡਿੱਗ ਪਏ ਨਾ, ਉਹ ਤੇ ਚਲੋ ਗੱਲ ਅਲੱਗ ਆ। ਪਰ ਇੱਕ ਮਿੰਟ ਲਈ ਜਿਹੜੇ ਆਲੋਚਨਾਤਮਕ ਯਥਾਰਥਵਾਦ ਦੇ ਪੱਧਰ ਤੱਕ ਉੱਚੇ ਵੀ ਉੱਠ ਗਏ, ਉਹ ਵੀ ਅੱਜ ਦੇ ਸਮੇਂ ਦੀ ਗੁੰਝਲਦਾਰ ਅਵਸਥਾ ਦੇ ਵਿੱਚ ਉਹਨਾਂ ਦੀ ਭੂਮਿਕਾ ਜਿਹੜੀ ਹੈਗੀ ਉਹਦਾ ਯੁੱਗ ਨਹੀਂ ਰਿਹਾ। ਆਪਾਂ ਕਹਿ ਸਕਦੇ ਹਾਂ ਕਿ ਆਪਾਂ ਪੂੰਜੀਵਾਦ ਦੇ ਜਾਂ ਸਾਮਰਾਜਵਾਦ ਦੇ ਜਿਸ ਪੜਾਅ 'ਚ ਰਹਿ ਰਹੇ ਹਾਂ ਇਸ ਪੜਾਅ ਵਿੱਚ ਇਹ ਆਲੋਚਨਾਤਮਕ ਯਥਾਰਥਵਾਦ ਦਾ ਨਹੀਂ, ਇਹ ਸਮਾਜਵਾਦੀ ਯਥਾਰਥਵਾਦ ਦਾ ਪੜਾਅ ਹੈ ਸਾਹਿਤ ਕਲਾ ਤੇ ਇਹਨਾਂ ਸਾਰੀਆਂ ਵਿਧੀਆਂ ਦੇ ਵਿੱਚ। ਔਰ ਇਸ ਵਾਸਤੇ ਇਹ ਕੀ ਕਾਰਨ ਆ? ਇਸੇ ਵਾਸਤੇ ਅੱਜ ਦਾ ਜਿਹੜਾ ਯਥਾਰਥ ਆ ਸਮਾਜਵਾਦੀ ਯਥਾਰਥਵਾਦ ਨੇ ਮੰਗ ਖੜੀ ਕਰਤੀ ਬੁੱਧੀਜੀਵੀਆਂ ਸਾਹਮਣੇ ਕਿ ਉਹ ਮੈਂ ਜਿਹੜਾ ਪਹਿਲਾ ਨੁਕਤਾ ਬਣਾਇਆ ਮੈਂ ਉਸੇ ਨਾਲ ਵਿਆਖਿਆ ਕਰਾਂਗਾ। ਪਹਿਲਾ ਨੁਕਤਾ ਕੀ ਹੈ? ਪਹਿਲਾ ਨੁਕਤਾ ਤਾਂ ਤੁਸੀਂ ਅਚੇਤ ਜਾਂ ਸੁਚੇਤ ਯੁੱਧਰਤ ਜਿਹੜੀਆਂ ਸ਼ਕਤੀਆਂ ਹਰ ਯੁੱਗ ਦੀਆਂ ਨੇ, ਆਪਣੇ ਯੁੱਗ ਦੀਆਂ, ਉਹਦੇ ਵਿੱਚ ਕੁਝ ਪਿੱਛੇ ਵੱਲ ਨੂੰ ਖੜ ਰਹੀਆਂ, ਕੁਝ ਅੱਗੇ ਵੱਲ ਨੂੰ ਖੜ ਰਹੀਆਂ। ਤੁਸੀਂ ਅਚੇਤ ਰੂਪ ਵਿੱਚ ਵੀ ਜਿਹੜੀਆਂ ਸ਼ਕਤੀਆਂ ਸਮਾਜ ਨੂੰ ਗਾਂਹ ਵੱਲ ਖੜ ਰਹੀਆਂ ਉਹਦੇ ਸਮਰਥਨ ਕਰ ਰਹੇ ਜੇ ਤੇ ਅਗਾਂਹ ਵਧੂ ਜੇ। ਪਰ ਅੱਜ ਦੇ ਯੁੱਗ ਦੇ ਵਿੱਚ ਇਹ ਸੰਭਵ ਨਹੀਂ ਰਿਹਾ ਕਿ ਤੁਸੀਂ ਅਚੇਤ ਰੂਪ ਵਿੱਚ ਅਗਾਂਹ ਵਧੂ ਸ਼ਕਤੀਆਂ ਦੀ ਮਦਦ ਕਰ ਸਕੋ। ਇਹ ਆਲੋਚਨਾਤਮਕ ਯਥਾਰਥਵਾਦ ਦੀ ਸੀਮਾ। ਸ਼ਾਇਦ ਸਾਥੀ ਹੋਰ ਜੇ ਸਵਾਲ ਕਰਨਗੇ ਮੈਂ ਕਲੀਅਰ ਕਰ ਦਾਂਗਾ ਕਿ ਅੱਜ ਦੇ ਯੁੱਗ ਵਿੱਚ ਇਹ ਸੰਭਵ ਨਹੀਂ ਰਿਹਾ ਕਿ ਆਲੋਚਨਾਤਮਕ ਯਥਾਰਥਵਾਦ ਦੇ ਨਜ਼ਰੀਏ ਤੱਕ ਉੱਚੇ ਉੱਠ ਕੇ ਵੀ ਤੁਸੀਂ ਅਗਾਂਹ ਵਧੂ ਸ਼ਕਤੀਆਂ ਦੀ ਮਦਦ ਕਰ ਸਕੋ। ਅੱਜ ਇੱਕ ਸੁਚੇਤ ਰੂਪ ਵਿੱਚ ਤੁਹਾਨੂੰ ਧਿਰ ਮੱਲਣ ਦਾ ਮਤਲਬ ਜਿਹੜਾ ਹੈਗਾ ਜੋ ਸਵਾਲ ਆ ਗਿਆ, ਯਾਨੀ ਸਮਾਜਵਾਦੀ ਯਥਾਰਥਵਾਦ ਦੀ ਮੰਜ਼ਿਲ ਦਾ ਮਤਲਬ ਆ ਕਿ ਬੁੱਧੀਜੀਵੀਆਂ ਸਾਹਮਣੇ ਵੀ ਇੱਕ ਧਿਰ ਮੱਲਣ ਦਾ ਸਵਾਲ ਪੈਦਾ ਹੋਇਆ। ਧਿਰ ਮੱਲੇ ਤੋਂ ਬਿਨਾਂ ਹੀਰਾ ਸਿੰਘ ਅੱਜ ਦੇ ਯੁੱਗ ਦੀ ਅਗਾਂਹ ਵਧੂ ਕਵਿਤਾ ਨਹੀਂ ਲਿਖ ਸਕਦਾ। ਜਿਹੜਾ ਨੰਗਾ ਚਿੱਟਾ ਸੱਚ ਆ ਉਹ ਜਿੰਨਾ ਮਰਜ਼ੀ ਉਹਦੇ ਵਿੱਚ ਧਿਰ ਨਹੀਂ ਮਲਦਾ। ਧਿਰ ਨਾ ਮੱਲਣ ਦਾ ਮਤਲਬ ਇਹ ਆ, ਅੱਜ ਦੇ ਯੁੱਗ 'ਚ ਧਿਰ ਨਾ ਮੱਲਣ ਦਾ ਮਤਲਬ ਇਹ ਆ ਕਿ ਪਿਛਾਂਹ ਖਿੱਚੂ ਸ਼ਕਤੀਆਂ ਦੇ ਸਮਰਥਨ ਕਰਨਾ। ਬਾਲਜ਼ਾਕ ਟਾਲਸਟਾਏ ਦੇ ਟਾਈਮ ਤੱਕ ਇਹ ਚੱਲ ਗਿਆ, ਬੁਰਜੂਆ ਇਨਕਲਾਬ ਦੇ ਸਮੇਂ ਤੱਕ ਇਹ ਚੱਲ ਗਿਆ। ਇਸ ਵਾਸਤੇ ਜਿਹੜੀਆਂ ਸਾਡੀ ਜਿਹੜੀ ਗਲਤੀਆਂ ਦਾ ਸਰੋਤ ਫਿਰ ਗਈਆਂ ਨੇ, ਗਲਤੀਆਂ ਦਾ ਸਰੋਤ ਵੀ ਅਗਾਂਹ ਵਧੂ ਬੁੱਧੀਜੀਵੀਆਂ ਦਾ ਉਹਨਾਂ ਦੀ ਜਮਾਤੀ ਪੋਜੀਸ਼ਨ ਆ ਤੇ ਉਹਨਾਂ ਦੇ ਯਥਾਰਥ ਨੂੰ ਪ੍ਰਗਟ ਕਰਨ ਦਾ ਜਿਹੜੀ ਹੈਗੀ ਉਹਨਾਂ ਦੀ ਦ੍ਰਿੜਤਾ ਤੇ ਇਹ ਸਾਹਿਤ ਕਲਾ ਦੇ ਵਿੱਚ ਉਹਨੂੰ ਸਮਝਣਾ, ਧਿਰ ਮੱਲਣ ਦਾ ਜਿਹੜਾ ਸਵਾਲ ਹੈ ਉਹ ਵੀ ਉਹਨਾਂ ਦਾ ਜਿਹੜਾ ਹੈਗਾ ਹੈ। ਇਸ ਵਾਸਤੇ ਇਹ ਦਵੰਦ ਆ ਅੱਜ ਦੇ ਯੁੱਗ ਦਾ ਕਿ ਅੱਜ ਦੇ ਲੇਖ ਦੇ ਸਾਹਮਣੇ
ਸਮਾਜਵਾਦੀ ਯਥਾਰਥਵਾਦ ਤੱਕ ਪਹੁੰਚਣ ਦਾ ਕੀ ਮਤਲਬ ਆ? ਸਮਾਜਵਾਦੀ ਯਥਾਰਥਵਾਦ ਤੱਕ ਕਲਾਕਾਰ ਦਾ ਪਹੁੰਚਣ ਦਾ ਮਤਲਬ ਇਹ ਆ ਕਿ ਉਹਨੇ ਧਿਰ ਮੱਲਣ ਦਾ ਜਿਹੜਾ ਹੈਗਾ, ਅੱਜ ਉਹਨੂੰ ਸੁਚੇਤ ਰੂਪ ਵਿੱਚ ਨਿਰਣਾ ਕਰਨਾ ਪਏਗਾ ਕਿ ਇਹ ਜਿਹੜੀ ਸ਼ਕਤੀਆਂ ਦੇ ਵਿੱਚ ਲੜਾਈ ਚੱਲਦੀ ਉਹ ਕਿਸ ਧਿਰ ਨਾਲ ਹੈ। ਧਿਰ ਮੱਲੇ ਤੋਂ ਬਿਨਾਂ ਯਾਨੀ ਸਮਾਜਵਾਦੀ ਯਥਾਰਥਵਾਦ ਨੇ ਇਹ ਲੋੜ ਖੜੀ ਕਰਤੀ ਸਾਡੇ ਸਾਹਿਤ, ਔਰ ਇਹ ਸਾਡੀ ਅਪੀਲ ਹੈ ਇਹਨਾਂ ਨੂੰ ਸੁਚੇਤ ਜਾਂ ਚੇਤ ਰੂਪ ਵਿੱਚ ਜਿਹੜਾ ਹੈਗਾ ਅਸੀਂ ਜਿਹੜੀ ਗੱਲ ਕਰ ਰਹੇ ਹਾਂ, ਇਹ ਮਤਲਬ ਸੁਚੇਤ ਫੈਕਟਰ ਇੰਨਾ ਮਹੱਤਵਪੂਰਨ ਹੋ ਗਿਆ ਕਿ ਇਹ ਹੁਣ ਉਸ ਤਰ੍ਹਾਂ ਨਹੀਂ ਚੱਲ ਸਕਦਾ ਜਿਵੇਂ ਅੱਜ ਦੇ ਯੁੱਗ ਤੋਂ, ਕਿਉਂਕਿ ਅਸੀਂ ਨਵ ਆਰਥਿਕ ਸਾਮਰਾਜਵਾਦ ਦੇ ਬੜੇ ਉੱਚ ਪੜਾਅ ਦੇ ਵਿੱਚ ਰਹਿ ਰਹੇ, ਸਾਮਰਾਜਵਾਦ ਦੇ ਬੜੇ ਵਿਕਸਿਤ ਪੜਾਅ ਵਿੱਚ ਆ ਗਏ ਹਾਂ, ਔਰ ਇਹਦੇ ਵਿੱਚ ਜਿਹੜਾ ਹੈਗੀਆਂ ਚੀਜ਼ਾਂ ਯਥਾਰਥ, ਜਾਂ ਮਿਸਾਲ ਮੈਂ ਦੇਣੀ ਚਾਹੁੰਦਾ, ਕਿੰਨੀ ਮਤਲਬ ਜਿਹੜੀ ਹੈਗੀ ਆ ਸਾਰੀਆਂ ਹੁਣ ਚੱਲ ਰਹੀਆਂ ਚੀਜ਼ਾਂ, ਫਿਲਮ ਕਲਾ ਦੇ ਵਿੱਚ ਰੌਲਾ ਪੈ ਰਿਹਾ। ਫਿਲਮ ਕਲਾ ਦੇ ਵਿੱਚ ਸਭ ਤੋਂ ਵੱਡਾ ਰੌਲਾ ਕਿੰਨੇ 3-4 ਮਹੀਨੇ ਉਹ ਕਿੰਨੇ ਅੰਦੋਲਨ ਚੱਲ ਰਿਹਾ, ਔਰ ਇੱਕ ਚੀਜ਼ ਬਹੁਤ ਅੱਛੇ ਕਲਾਕਾਰ, ਕਿੰਨੇ ਵਧੀਆ ਕਲਾਕਾਰ, ਉੱਥੇ ਹੁਣ ਜਿਹੜੀ ਲੜਾਈ ਹਿੰਦੁਸਤਾਨ 'ਚ ਚੱਲ ਰਹੀ ਹੈ ਫਿਲਮ ਉਦਯੋਗ ਦੇ ਵਿੱਚ, ਸਾਹਿਤ ਦੇ ਖੇਤਰ 'ਚ, ਕਲਾ ਦੇ ਖੇਤਰ ਵਿੱਚ, ਉਹਦੇ ਵਿੱਚ ਕਲੀਅਰ ਕੱਟ ਕੋਈ ਰਾਹ ਹੀ ਨਹੀਂ ਬਚਿਆ ਧਿਰ ਮੱਲਣ ਤੋਂ। ਸਾਰੇ ਹਿੰਦੁਸਤਾਨ ਦੇ ਸਾਰੇ ਕਲਾਕਾਰਾਂ ਨੂੰ ਧਿਰ ਮੱਲਣੀ ਪੈ ਰਹੀ, ਜਾਂ ਉਹ ਜੇ ਬੁਰਜੂਆ ਯਥਾਰਥਵਾਦ ਦਾ ਯੁੱਗ ਹੁੰਦਾ, ਆਲੋਚਨਾਤਮਕ ਯਥਾਰਥਵਾਦ ਦਾ ਯੁੱਗ ਹੁੰਦਾ, ਤੇ ਇਹ ਧਿਰ ਮੱਲਣ ਤੋਂ ਬਿਨਾਂ ਵੀ ਸਰ ਜਾਂਦਾ। ਉਹਦੇ ਵਿੱਚ ਕੋਈ ਆਦਮੀ ਦੂਜੀ ਧਿਰ 'ਚ ਖੜੇ ਵੀ ਬਹੁਤ ਅਗਾਂਹ ਉਹਦਾ ਰੋਲ ਅਦਾ ਕਰ ਸਕਦਾ ਸੀ। ਹੁਣ ਦੂਜੀ ਧਿਰ 'ਚ ਖੜਿਆ ਕੋਈ ਵੀ ਬੰਦਾ ਕੋਈ ਅਗਾਂਹ ਵਧੂ ਭੂਮਿਕਾ ਨਹੀਂ ਨਿਭਾ ਸਕਦਾ, ਉਹ ਅਨੁਪਮ ਖੇਰ ਹੀ ਬਣ ਸਕਦਾ। ਔਰ ਇਸ ਵਾਸਤੇ ਇਹ ਗੱਲਾਂ ਜਿਹੜੀਆਂ ਹੈਗੀਆਂ ਉਹ ਮਤਲਬ ਸਾਨੂੰ ਇਹਦੇ ਚੋਂ ਕਲਾਕਾਰਾਂ ਨੂੰ ਕੱਢਣਾ ਚਾਹੀਦਾ। ਇਸ ਵਾਸਤੇ ਅੱਜ ਦੇ ਸਮਾਜਵਾਦੀ ਯਥਾਰਥਵਾਦ ਜਿਹੜਾ ਹੈਗਾ ਉਹ ਇਹ ਮੰਗ ਖੜੀ ਕਰਦਾ ਹੈ ਕਿ ਧਿਰ ਮੱਲਣ ਦੀ ਜਿਹੜੀ ਹੈਗੀ ਉਹਨੇ ਨਾਲ ਹੀ ਮੰਗ ਰੱਖ ਦਿੱਤੀ ਆ, ਕਿਉਂਕਿ ਅੱਜ ਦੇ ਮੁੱਖ ਲੜਾਈ ਦੇ ਵਿੱਚ ਤੁਹਾਡੀ ਧਿਰ ਕਿਹੜੀ ਹੈ, ਇਹ ਟਾਲਸਟਾਏ ਨੂੰ ਨਹੀਂ ਸਮੱਸਿਆ ਆਈ। ਟਾਲਸਟਾਏ ਬਾਲਜ਼ਾਕ ਨੇ ਵੀ ਧਿਰ ਮੱਲੀ ਆ, ਉਹਨਾਂ ਸੱਚ ਦੀ ਧਿਰ ਮੱਲੀ ਆ, ਤੇ ਸੱਚ ਦੀ ਨੰਗੇ ਚਿੱਟੇ ਯਥਾਰਥ ਦੀ ਧਿਰ ਮੱਲਣ ਦੀ ਬੁਰਜੂਆ ਉਦੋਂ ਉਹਦਾ ਯੋਗਦਾਨ ਆਇਆ ਸੀ। ਅੱਜ ਹੁਣ ਨਿਹਰਾ ਤੁਸੀਂ ਮਤਲਬ ਜਿਹੜਾ ਹੈਗਾ ਉਹ ਅੱਜ ਦਾ ਸੱਚ ਇਹ ਆ ਕਿ ਉਹ ਹੁਣ ਸਮਾਜਵਾਦ ਵਿੱਚੋਂ ਤੁਸੀਂ ਸਮਾਜਵਾਦ ਦੇ ਵਿਰੋਧੀ ਕਿਹੜੀ ਧਿਰ 'ਚ ਜੇ। ਮੈਂ ਤੇ ਗੱਲ ਨੂੰ ਕਲੀਅਰ ਕਰਨ ਲਈ ਮਾੜਾ ਜਿਹਾ ਰੱਖਿਆ, ਬਾਕੀ ਸਵਾਲਾਂ ਜਵਾਬਾਂ ਦੀ ਗੱਲ ਹੋ ਰਹੀ।